गर तू मुझे नवाजे तेरा कर्म है वरना तेरी रहमतों का बदला मेरी बंदगी नहीं। कांशी टीवी देखने वाले सारे दर्शकों ਨੂੰ ਮੇਰੇ ਬਲਬੀਰ ਕੌਰ ਵੱਲੋਂ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ, ਜੈ ਗੁਰਦੇਵ। ਹੈਲਥ ਟਾਕ ਸ਼ੋ ਵਿੱਚ ਅਸੀਂ ਗੱਲਬਾਤ ਕਰਦੇ ਹਾਂ 4 ਪਿਲਰਸ ਆਫ ਆਵਰ ਹੈਲਥ, ਜੋ ਹੈ ਸਾਡੀ ਫਿਜ਼ੀਕਲ ਹੈਲਥ, ਇਮੋਸ਼ਨਲ ਹੈਲਥ, ਇਨਵਾਇਰਮੈਂਟਲ ਹੈਲਥ ਤੇ ਸਪਿਰਿਚੁਅਲ ਹੈਲਥ। ਪਰ ਅੱਜ ਦਾ ਟੌਪਿਕ ਜੋ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ ਫਿਜ਼ੀਓਥੈਰੇਪੀ। ਸੋ ਫਿਜ਼ੀਓਥੈਰੇਪੀ ਕੀ ਹੁੰਦੀ ਹੈ, ਇਹ ਸਭ ਦੀ ਜਾਣਕਾਰੀ ਦੇਣਗੇ ਸਾਡੇ ਸਟੂਡੀਓ ਦੇ ਵਿੱਚ ਆਏ ਹੋਏ ਸਾਡੇ ਗੈਸਟ मनप्रीत कौर। सो स्वागत करते हैं, वेलकम करते हैं मनप्रीत कौर जी का। हाँ जी, मेरे वालों भी सारे दर्शकों का ते बलबीर जी तुहाडा बहुत बहुत धन्यवाद ते मेरे वालों दर्शकों ਨੂੰ बहुत प्यार भरी सत श्री अकाल, सलाम, आदाब ते नमस्ते। सो मनप्रीत जी, सब तो पहला मेरा क्वेश्चन है, तुसी फिजियोथेरेपी बने क्यों? देखो जी, जिमें कि जी फिजियोथेरेपी है ज़्यादातर जो ਇਹਦਾ ट्रीटमेंट हैगा तुसीं सिर्फ हत्थां ਦੇ ਨਾਲ ਕਰਦੇ ਹੋ, ਜਿਵੇਂ ਕਿ ਦੂਸਰੇ ਡਾਕਟਰਾਂ ਤੇ ਸਰਜਰੀ ਕਰਕੇ ਤੇ ਤੁਸੀਂ ਦੇਖ ਸਕਦੇ ਹੋ ਅੰਦਰੋਂ ਕਿ ਬੋਡੀ 'ਚ ਕੀ ਚੱਲ ਰਿਹਾ। ਪਰ ਜਿਹੜੀ ਫਿਜ਼ੀਓ ਹੈਗੀ ਆ ਉਹਦੇ ਨਾਲ ਸਿਰਫ ਤੁਸੀਂ ਹੱਥਾਂ ਦੇ ਨਾਲ ਚੈੱਕ ਕਰਕੇ, ਜਿਵੇਂ ਸਮਝ ਲਓ ਕਿ ਹੱਥਾਂ ਦੇ ਉੱਪਰ ਤੁਹਾਡੀਆਂ ਅੱਖਾਂ ਲੱਗ ਜਾਂਦੀਆਂ ਤੇ ਉਹਦੇ ਨਾਲ ਤੁਸੀਂ ਪ੍ਰੋਬਲਮ ਲੱਭ ਕੇ ਤੇ ਉਹਦਾ ਇਲਾਜ ਕਰਨਾ। पर तुसी क्यों बने थेरेपी? कोई ना कोई रीज़न हमेशा होंदा है कि जदों असी कोई कैरियर वगैरह चूज़ करते हैं तो वो असी जानना चाहते हैं भी कि असी क्यों बनना चाहते हैं, साडा मोटिवेट की है फिजियोथेरेपी बनने का, यह मैं जानना चाहवांगी। हाँ जी बिल्कुल जी, मैं जी एक हॉस्पिटल विजिट किया सीगा ते उत्थे मैं देखिया जॉइंट रिप्लेसमेंट के पेशेंट सीगे ते वो मेरे रिलेटिव ही सीगे ते उन्हां नूं फिजियोथेरेपिस्ट देख रहे सीगे। ਤਾਂ ਮੈਨੂੰ ਉੱਥੋਂ ਇਹ ਇੰਟਰਸਟ ਪੈਦਾ ਹੋਇਆ ਕਿ ਕਿੰਨਾ ਵੱਡਾ ਆਪਰੇਸ਼ਨ ਸੀਗਾ। ਇਹ ਨਹੀਂ ਸੀਗਾ ਕਿ ਸਿਰਫ ਆਪਰੇਸ਼ਨ ਦੇ ਨਾਲ ਬੰਦਾ ਚੱਲਣ ਲੱਗ ਗਿਆ ਤੇ ਉਸ ਤੋਂ ਬਾਅਦ ਜਿਹੜੀ ਫਿਜ਼ੀਓ ਸੀਗੀ ਉਹਨੇ ਮੇਨ ਜਿਹੜੀ ਕੰਮ ਕੀਤਾ ਉਹਨਾਂ ਨੂੰ ਚੱਲਣ ਦੇ ਲਈ, ਦੁਬਾਰਾ ਉਹਨਾਂ ਨੂੰ ਵਾਪਸ ਆਪਣੀ ਜ਼ਿੰਦਗੀ ਦੇ ਵਿੱਚ ਲੈ ਕੇ ਆਉਣ ਲਈ ਫਿਜ਼ੀਓ ਨੇ ਕੰਮ ਕੀਤਾ ਕਿ ਜਿਸ ਚੀਜ਼ ਨੇ ਮੈਨੂੰ ਮੋਟੀਵੇਟ ਕੀਤਾ ਫਿਜ਼ੀਓਥੈਰੇਪਿਸਟ ਬਣਨ ਲਈ। ਸੋ ਬੇਸਿਕਲੀ ਇੰਪਰੂਵਮੈਂਟ ਇਨ ਸਮਬਡੀਜ਼ ਹੈਲਥ ਮੇਡ ਯੂ ਬਿਕਮ ਫਿਜ਼ੀਓਥੈਰੇਪੀ। ਤੇ ਨੈਕਸਟ ਜਿਹੜਾ ਕੁਐਸਚਨ ਹੈ, ਓਬਵੀਅਸਲੀ ਤੁਹਾਨੂੰ ਪਤਾ ਹੀ ਹੈ ਕਿ ਫਿਜ਼ੀਓਥੈਰੇਪੀ ਹੁੰਦੇ ਕੌਣ ਨੇ? ਫਿਜ਼ੀਓਥੈਰੇਪੀ ਜੀ ਜਿਹੜੀ ਹੈਗੀ ਆ ਇਹ ਜਿੱਦਾਂ ਤੁਹਾਡੀ ਬੋਡੀ ਦਾ ਫੰਕਸ਼ਨ, ਜਿਵੇਂ ਆਪਾਂ ਕੋਈ ਕੰਮ ਕਰਨਾ, ਚੱਲਣਾ ਫਿਰਨਾ, ਉੱਠਣਾ ਬੈਠਣਾ, ਇਹ ਸਾਡੀ ਬੋਡੀ ਦਾ ਫੰਕਸ਼ਨ ਹੈਗਾ ਤੇ ਜਿਹੜੀ ਜੁਆਇੰਟਸ ਦੀ ਮੂਵਮੈਂਟ ਹੁੰਦੀ ਆ ਉਹਨੂੰ ਬਰਕਰਾਰ ਰੱਖਣਾ, ਉਹ ਜਿਹੜਾ ਕੰਮ ਹੈ ਫਿਜ਼ੀਓਥੈਰੇਪੀ ਦੇ ਥਰੂ ਹੁੰਦਾ। ਤੇ ਫਿਜ਼ੀਓਥੈਰੇਪਿਸਟ ਤੁਹਾਨੂੰ ਹੈਲਪ ਕਰਦੇ ਆ ਗਾਈਡੈਂਸ ਕਰਕੇ, ਐਕਸਰਸਾਈਜ਼ ਜਿਹੜੀਆਂ ਤੁਹਾਡੇ ਲਈ ਪਰਟੀਕੂਲਰ ਐਕਸਰਸਾਈਜ਼ ਤਿਆਰ ਕੀਤੀਆਂ ਜਾਂਦੀਆਂ ਤੇ ਹੋਰ ਟ੍ਰੀਟਮੈਂਟ ਦੇ ਥਰੂ ਤੁਹਾਨੂੰ ਜਿਹੜਾ ਤੁਹਾਡੀ ਬੋਡੀ ਦਾ ਫੰਕਸ਼ਨ ਤੇ ਜਿਹੜੀ ਮੂਵਮੈਂਟ ਹੈਗੀ ਆ ਉਹਨੂੰ ਰੀਸਟੋਰ ਕਰਦੇ ਆ। ਸੋ ਬੇਸਿਕਲੀ ਜਿਹੜੀ ਫਿਜ਼ੀਓਥੈਰੇਪੀ ਯੂਜ਼ਡ ਵੀ ਇਸੇ ਲਈ ਹੁੰਦੀ ਕਿ? ਹਾਂਜੀ ਬਿਲਕੁਲ ਜੀ, ਪਰ ਇਹ ਕਾਫੀ ਜਿਹੜੀਆਂ ਟਾਈਪਸ ਹੈਗੀਆਂ ਫਿਜ਼ੀਓਥੈਰੇਪੀ ਦੇ ਵਿੱਚ, ਜਿਸ ਤਰ੍ਹਾਂ ਕਿ ਡਿਫਰੈਂਟ ਟਾਈਪ ਦੇ ਹਿਸਾਬ ਦੇ ਨਾਲ ਹੈ ਨਾ, ਤੇ ਕਈ ਰਿਲੇਟਡ ਜਿਹੜੀਆਂ ਐਕਸਰਸਾਈਜ਼ ਹੈਗੀਆਂ ਜਾਂ ਐਡਵਾਈਸ ਹੈਗੀਆਂ ਉਹ ਦਿੱਤੀਆਂ ਜਾਂਦੀਆਂ। ਜਿਸ ਤਰ੍ਹਾਂ ਦਾ ਤੁਹਾਨੂੰ ਪ੍ਰੋਬਲਮ ਹੈਗੀ ਆ ਉਸ ਹਿਸਾਬ ਨਾਲ ਉਹਦਾ ਇਲਾਜ। ਸੋ ਬੇਸਿਕਲੀ ਤੁਹਾਡੀ ਬੋਡੀ ਨੂੰ ਅਬਜ਼ਰਵ ਕਰਕੇ ਦੇਖਿਆ ਜਾਂਦਾ ਹੈ ਵੀ ਕਿਸ ਤਰੀਕੇ ਦੀ ਪ੍ਰੋਬਲਮ ਹੈਗੀ ਆ, ਉਸੇ ਤਰੀਕੇ ਦੀ ਤੁਹਾਨੂੰ ਫਿਜ਼ੀਓਥੈਰੇਪੀ ਦਿੱਤੀ ਜਾਂਦੀ ਹੈਗੀ। ਹਾਂਜੀ ਬਿਲਕੁਲ ਜੀ, ਇਹ ਇੱਕ ਪਾਰਟ ਤੇ ਹੀ ਫੋਕਸ ਨਹੀਂ ਹੁੰਦਾ, ਤੁਹਾਡੀ ਓਵਰਆਲ ਜਿਹੜੀ ਬੋਡੀ ਆ ਉਹਨੂੰ ਦੇਖ ਕੇ ਤੇ ਉਹਦੇ ਹਿਸਾਬ ਨਾਲ ਟ੍ਰੀਟਮੈਂਟ ਹੁੰਦਾ। ਸੋ ਬੇਸਿਕਲੀ ਡਿਪੈਂਡ ਅਗਰ ਤੁਹਾਡੇ ਹੱਥ 'ਚ ਕੋਈ ਤਕਲੀਫ ਹੈਗੀ ਹੈ, ਪਹਿਲੇ ਫਿਜ਼ੀਓਥੈਰੇਪੀ ਉਹ ਚੈੱਕ ਕਰਦਾ ਵੀ ਹੱਥ 'ਚ ਤਕਲੀਫ ਕਿੱਥੋਂ ਹੋ ਰਹੀ ਹੈ ਜਾਂ ਲੱਕ ਦੇ ਵਿੱਚ ਦਰਦ ਹੈ, ਬੈਕ ਪੇਨ ਹੈ, ਉਸ ਹਿਸਾਬ ਦੇ ਨਾਲ। ਹਾਂਜੀ ਬਿਲਕੁਲ ਜੀ। ਤੇ ਜਿਹੜੇ ਫਿਜ਼ੀਓਥੈਰੇਪੀ ਹੁੰਦੇ ਆ ਇਹਨਾਂ ਦਾ ਮੇਨ ਰੋਲ ਕੀ ਹੁੰਦਾ? ਇਹ ਜੀ ਹਰ ਏਜ ਜਿਹੜੀ ਹੈਗੀ ਆ, ਬੱਚੇ ਤੋਂ ਲੈ ਕੇ ਬੁੱਢੇ ਤੱਕ ਜਿਹੜੇ ਆ ਫਿਜ਼ੀਓਥੈਰੇਪਿਸਟ ਵਧੀਆ ਰੋਲ ਪਲੇ ਕਰਦੇ ਆ, ਕਿਉਂਕਿ ਕਈ ਪ੍ਰੋਬਲਮਸ ਬੱਚਿਆਂ ਨੂੰ ਵੀ ਹੁੰਦੀਆਂ, ਜਿਸ ਤਰ੍ਹਾਂ ਲੇਟ ਚੱਲਣਾ ਜਾਂ ਮਾਨਸਿਕ ਜਿਹੜੀ ਪ੍ਰੋਬਲਮ ਆ, ਸੀਪੀ ਦੀ ਪ੍ਰੋਬਲਮ ਹੈਗੀ ਆ, ਤੇ ਜਦੋਂ ਜਿਹੜੇ 올ਡ ਏਜ ਹੈਗੇ ਆ ਉਹਨਾਂ ਨੂੰ ਬੋਨਸ ਦੀ, ਜੁਆਇੰਟਸ ਦੀ ਜਾਂ ਮਸਲਸ ਦੀ ਪ੍ਰੋਬਲਮ ਹੈਗੀ ਆ, ਉਹਨਾਂ ਨੂੰ ਹੈਲਪ ਕਰਦੇ ਆ। ਔਰ ਸਭ ਤੋਂ ਵਧੀਆ ਜਿਹੜੀ ਹੈਗੀ ਸਪੋਰਟਸ ਦੇ ਵਿੱਚ, ਤੁਸੀਂ ਦੇਖਿਆ ਹੋਣਾ ਅੱਜ ਕੱਲ੍ਹ ਮੂਵੀਜ਼ ਵੀ ਬਣ ਰਹੀਆਂ ਤੇ ਸਪੈਸ਼ਲ ਰੋਲ ਦੇ ਵਿੱਚ ਫਿਜ਼ੀਓਥੈਰੇਪਿਸਟ। ਸੋ ਜੀ ਫਿਜ਼ੀਓ ਜਿਹੜਾ ਹੈਗਾ ਸਪੋਰਟਸ ਦੇ ਵਿੱਚ ਵੀ ਬਹੁਤ ਵਧੀਆ ਜਿਹੜਾ ਰੋਲ ਪਲੇ ਕਰਦੇ ਹੈਗੇ ਆ। ਤੇ ਕ੍ਰਿਟੀਕਲ ਕੇਅਰ 'ਚ ਕਈ ਲੋਕਾਂ ਨੂੰ ਪਤਾ ਨਹੀਂ ਹੈ ਕਿ ਕ੍ਰਿਟੀਕਲ ਕੇਅਰ ਦੇ ਵਿੱਚ ਵੀ ਫਿਜ਼ੀਓਥੈਰੇਪਿਸਟ ਹੁੰਦੇ ਆ, ਜਿਹੜੇ ਤੁਹਾਡੇ ਚੈਸਟ ਦੇ ਨਾਲ ਜਿਹੜੇ ਬਰੀਥਿੰਗ ਪ੍ਰੋਬਲਮ ਹੈਗੀਆਂ ਉਹਨਾਂ ਨੂੰ ਸੌਰਟ ਆਊਟ ਕਰਦੇ ਆ। ਸੋ ਬੇਸਿਕਲੀ ਜਿਹੜੇ ਫਿਜ਼ੀਓਥੈਰੇਪੀ ਨੇ ਉਹ 올ਡ ਏਜ, ਚਿਲਡਰਨ, ਮੈਚੁਰ ਪੀਪਲ, ਹਰੇਕ ਟਾਈਪ ਦੇ ਲੋਕਾਂ ਦੇ ਨਾਲ ਕੰਮ ਕਰਦੇ ਨੇ। ਵੈਰੀ ਪਪੂਲਰ ਪੀਪਲ, ਇਜ਼ਨਟ ਇਟ? ਠੀਕ ਹੈ। ਤੇ ਫਿਜ਼ੀਓਥੈਰੇਪੀ ਜਿਹੜੇ ਅਪਰੋਚ ਕਿੱਥੋਂ ਦੀ ਕੀਤੇ ਜਾਂਦੇ ਨੇ? ਵੇਅਰ ਡੂ ਯੂ ਗੈਟ ਅਪਰੋਚ ਫਰਮ? ਜਿਸ ਤਰ੍ਹਾਂ ਜੇ ਤੁਸੀਂ ਫਿਜ਼ੀਓਥੈਰੇਪਿਸਟ ਨੂੰ ਰਿਫੈਰਲ ਕਰਨਾ ਹੈਗਾ ਤਾਂ ਤੁਸੀਂ ਆਪਣੇ ਜੀਪੀ ਕੋਲ ਵੀ ਜਾ ਸਕਦੇ ਹੋ, ਉਹਨਾਂ ਨੂੰ ਦੱਸ ਸਕਦੇ ਹੋ ਕਿ ਸਾਡੀ ਪ੍ਰੋਬਲਮ ਕੀ ਹੈਗੀ ਹੈ, ਤੇ ਜਦੋਂ ਜੀਪੀ ਤੁਹਾਨੂੰ ਅਸੈਸ ਕਰਦੇ ਆ ਉਸ ਤੋਂ ਬਾਅਦ ਉਹ ਰਿਫਰ ਕਰਦੇ ਆ ਕਿ ਇਹਨਾਂ ਨੂੰ ਹੁਣ ਪਹਿਲੇ ਫਿਜ਼ੀਓਥੈਰੇਪੀ ਦੀ ਲੋੜ ਹੈਗੀ ਹੈ। ਤੇ ਜਾਂ ਤੁਸੀਂ ਫਿਰ ਸੈਲਫ ਰਿਫੈਰਲ, ਜੇ ਤੁਹਾਡੇ ਨੇੜੇ ਜਿਹੜਾ ਵੀ ਹਸਪੀਟਲ ਦਾ ਟਰਸਟ ਹੈਗਾ ਉਹਨਾਂ ਦੀ ਵੈਬਸਾਈਟ 'ਤੇ ਜਾਓ ਤਾਂ ਤੁਹਾਨੂੰ ਜਿਹੜਾ ਸੈਲਫ ਰਿਫੈਰਲ ਦਾ ਫੋਰਮ ਮਿਲ ਜਾਏਗਾ ਤੇ ਉਹ ਫਿਲ ਇਨ ਵੀ ਕਰ ਸਕਦੇ ਹੋ, ਤੇ ਪ੍ਰਾਈਵੇਟ ਫਿਜ਼ੀਓਜ਼ ਵੀ ਅਵੇਲੇਬਲ ਹੁੰਦੇ ਆ। ਸੋ ਡਿਫਰੈਂਟ ਕਿੰਨਾ ਵੇਟਿੰਗ ਟਾਈਮ ਇਹਦੇ ਵਿੱਚ ਕਿੰਨਾ ਕੁ ਹੁੰਦਾ ਹੈ ਕਿ
ਪ੍ਰਾਈਵੇਟ ਜੇਕਰ ਅਸੀਂ ਲੈਂਦੇ ਹਾਂ ਫਿਜ਼ੀਓਥੈਰੇਪੀ ਜਾਂ ਇੱਕ ਰਿਫਰਲ ਡਾਕਟਰ ਦੇ ਥਰੂ ਬਣਦਾ ਹੈ ਤੇ ਓਬਵੀਅਸਲੀ ਕੁਛ ਨਾ ਕੁਛ ਤਾਂ ਡਿਫਰੈਂਟ ਹੋਏਗਾ ਐਜ਼ ਅ ਪ੍ਰਾਈਵੇਟ ਐਂਡ ਐਜ਼ ਅ NHS ਕਿੰਨਾ ਵੇਟਿੰਗ ਟਾਈਮ ਇਹਦੇ ਵਿੱਚ ਲੱਗਦਾ ਹੈਗਾ? ਹਾਂਜੀ, ਇਹਦੇ ਜਿਹੜੇ NHS ਦੇ ਜ਼ਿਆਦਾਤਰ 4 to 6 ਜਿਹੜੀ ਹੈਗੀ ਆ ਉਹਨਾਂ ਦੀ ਵੇਟਿੰਗ ਲਿਸਟ ਹੁੰਦੀ ਹੈ ਤੇ ਜੇ ਉਹ ਜਿੱਦਾਂ ਡਿਪੈਂਡ ਕਰਦਾ ਕਿ ਕਿੰਨਾ ਕੇਸ ਲੋਡ ਹੈਗਾ ਉਹਦੇ ਹਿਸਾਬ ਨਾਲ ਕਈ ਵਾਰੀ ਜਲਦੀ ਵੀ ਆ ਜਾਂਦੀ ਹੈ ਤੇ ਕਈ ਵਾਰੀ ਥੋੜਾ ਡਿਲੇ ਹੋ ਜਾਂਦਾ, ਪਰ ਪ੍ਰਾਈਵੇਟ ਦੇ ਵਿੱਚ ਥੋੜਾ ਕੁਇਕਰ ਹੁੰਦਾ ਇਹਦੇ ਲਈ। So it's more better to go private then? No, I won't say that. So what is manual therapy physiotherapy ਚ ਕਿਹਨੂੰ ਮੰਨਿਆ ਜਾਂਦਾ ਹੈ? ਮੈਨੂਅਲ ਥੈਰੇਪੀ ਜਿਹੜਾ ਟ੍ਰੀਟਮੈਂਟ ਹੈਗਾ ਜੋ ਹੱਥ ਦੇ ਨਾਲ ਕੀਤਾ ਜਾਂਦਾ, ਜਿਹਦੇ ਵਿੱਚ ਫਿਜ਼ੀਓਜ਼ ਆਪਣੇ ਹੱਥ ਯੂਜ਼ ਕਰਦੇ ਆ। ਪਹਿਲੇ ਤੇ ਅਸੈਸਮੈਂਟ ਕੀਤੀ ਜਾਂਦੀ ਹੈ ਪੇਸ਼ੈਂਟ ਦੀ ਕਿ ਕੀ ਪ੍ਰੋਬਲਮ ਹੈਗੀ ਆ, ਕਿਹੜੇ ਏਰੀਆ ਦੀ ਪ੍ਰੋਬਲਮ ਹੈਗੀ ਆ ਤੇ ਉਹਦੇ ਹਿਸਾਬ ਨਾਲ ਹੱਥਾਂ ਦੇ ਨਾਲ ਜਿਵੇਂ ਟ੍ਰੀਟਮੈਂਟ ਕਰਦੇ ਆ, ਜਿਵੇਂ ਕਿ ਕਹਿ ਲਓ ਸੌਫਟ ਟਿਸ਼ੂ ਮਸਾਜ ਹੋ ਗਈ ਜਾਂ ਜਿਹੜੀ ਮੈਨੀਪੂਲੇਸ਼ਨ ਹੈਗੀ ਆ, ਜਿਵੇਂ ਸਪਾਈਨ ਦੀ ਪ੍ਰੋਬਲਮ ਹੈ ਤੇ ਤੁਹਾਡੇ ਜਿਹੜੇ ਸਪਾਈਨ ਦੇ ਛੋਟੇ ਜੁਆਇੰਟਸ ਹੁੰਦੇ ਆ ਉਹਨਾਂ ਨੂੰ ਮੋਬਿਲਾਈਜ਼ ਕਰਨਾ ਤਾਂ ਕਿ ਜਿਹੜੀ ਤੁਹਾਡੀ ਸਟਿਮੂਲੇਟ, ਹਾਂਜੀ ਸਟਿਮੂਲੇਟ ਕਹਿ ਲਓ ਜਾਂ ਮੋਬਿਲਾਈਜ਼ ਕਹਿ ਲਓ ਕਿ ਜਿਹਦੇ ਵਿੱਚ ਨਰਵ ਕਈ ਵਾਰੀ ਕੰਪਰੈਸ ਹੋਈ ਹੁੰਦੀ ਹੈ ਜਾਂ ਜੁਆਇੰਟ ਬਹੁਤ ਜ਼ਿਆਦਾ ਟਾਈਟ ਹੋਇਆ ਹੁੰਦਾ ਉਹਨੂੰ ਰਿਲੀਜ਼ ਕਰਨ ਲਈ ਹੱਥਾਂ ਦਾ ਯੂਜ਼ ਕੀਤਾ ਜਾਂਦਾ ਤੇ ਉਹ ਕਾਫੀ ਸਾਰੀਆਂ ਟੈਕਨੀਕਸ ਹੁੰਦੀਆਂ ਉਹਦੇ ਵਿੱਚ। ਮੈਨੂਅਲ ਥੈਰੇਪੀ ਦੇ ਅੰਡਰ ਵੀ ਕਾਫੀ ਸਾਰੀਆਂ ਟੈਕਨੀਕਸ ਹੁੰਦੀਆਂ ਜਿਹੜੀਆਂ ਯੂਜ਼ ਕੀਤੀਆਂ ਜਾਂਦੀਆਂ। Okay, so basically observe ਕਰਕੇ ਹਾਂਜੀ ਪ੍ਰੈਸ਼ਰ ਪੁਆਇੰਟ ਵਗੈਰਾ ਵੀ ਇਹਦੇ ਵਿੱਚ ਇੰਕਲੂਡ ਹੁੰਦੇ ਆ ਕਿ ਐਕਿਊਪੰਕਚਰ ਜਿਹੜਾ ਹੈਗਾ ਉਹ ਇਨਕਲੂਡਡ ਹੈ, ਉਹ ਵੀ ਇੱਕ ਟੈਕਨੀਕ ਹੈਗੀ ਆ। ਫਿਜ਼ੀਓ ਜਿਹੜੇ ਸਪੈਸ਼ਲਾਈਜ਼ਡ ਫਿਜ਼ੀਓ ਹੈਗੇ ਆ ਉਹ ਯੂਜ਼ ਕਰਦੇ ਹੈਗੇ ਆ। ਜਿਹੜੀ ਸਾਹ ਦੀ ਬਿਮਾਰੀਆਂ ਹੁੰਦੀਆਂ ਉਹਨਾਂ ਦੇ ਵਿੱਚ ਕਿੰਨਾ ਕੁ ਫਿਜ਼ੀਓਥੈਰੇਪੀ ਹੈਲਪ ਕਰਦੇ ਆ? ਸਾਹ ਦੀਆਂ ਜਿਹੜੀਆਂ ਪ੍ਰੋਬਲਮ ਜਿੱਦਾਂ ਕਿ ਐਸਥਮਾ ਹੋ ਗਿਆ ਜਾਂ COPD ਜਿਹੜੀ ਹੈਗੀ ਆ ਤੇ ਜਾਂ ਫਿਰ ਕ੍ਰਿਟੀਕਲ ਕੇਅਰ ਦੇ ਅੰਡਰ ਜਿਵੇਂ ਕਿ ਜਦੋਂ ਕੋਈ ਆਪਰੇਸ਼ਨ ਵੀ ਹੁੰਦਾ ਤੇ ਐਨਸਥੀਸੀਆ ਦੇ ਨਾਲ ਤੁਹਾਡੀ ਜਿਹੜੀ ਬਰੀਥਿੰਗ ਦੀ ਥੋੜੀ ਪ੍ਰੋਬਲਮ ਆਉਂਦੀ ਹੈਗੀ ਆ ਤੇ ਉਹਦੇ ਵਿੱਚ ਅਸੀਂ ਜਿਹੜੇ ਪੇਸ਼ੈਂਟਸ ਹੁੰਦੇ ਆ ਉਹਨਾਂ ਨੂੰ ਬਰੀਥਿੰਗ ਐਕਸਰਸਾਈਜ਼ ਦੱਸਦੇ ਆ ਤੇ ਕਿਸ ਤਰ੍ਹਾਂ ਬਰੀਥਿੰਗ ਕੰਟਰੋਲ ਕਰਨੀ ਹੈ ਤਾਂ ਕਿ ਜਦੋਂ ਜਿਹੜੇ ਤੁਹਾਡੇ ਕਫ ਅੰਦਰ ਜਮ੍ਹਾਂ ਹੋ ਜਾਂਦੀ ਹੈ ਲੰਗਸ ਦੇ ਵਿੱਚ, ਜਿਹਨੂੰ ਤੁਸੀਂ ਕਫ ਨਹੀਂ ਬਾਹਰ ਕੱਢ ਪਾ ਰਹੇ ਤੇ ਉਹ ਜੇ ਤੁਸੀਂ ਬਰੀਥਿੰਗ ਐਕਸਰਸਾਈਜ਼ ਕਰਦੇ ਹੋ ਤੇ ਉਹਦੇ ਨਾਲ ਕਿਵੇਂ ਤੁਹਾਡੀ ਚੈਸਟ ਨੂੰ ਕਲੀਅਰ ਕੀਤਾ ਜਾ ਸਕਦਾ ਤੇ ਉਹ ਫਿਜ਼ੀਓਥੈਰੇਪੀ ਕਰਦੇ ਆ। ਕੋਈ ਇਹੋ ਜਿਹੀ ਇੱਕ ਸਿੰਪਲ ਐਕਸਰਸਾਈਜ਼ ਤੁਸੀਂ ਸਾਡੇ ਦੇਖਣ ਵਾਲਿਆਂ ਨੂੰ ਦੱਸ ਸਕਦੇ ਹੋ? ਇਹ ਜੀ ਜਿੱਦਾਂ ਤੁਸੀਂ ਬੈਠ ਕੇ ਨਾਰਮਲ ਲੰਬਾ ਸਾਹ ਲੈਣਾ ਤੇ ਥੋੜੀ ਦੇਰ ਲਈ ਅੰਦਰ ਰੁਕਣਾ 3 ਸੈਕਿੰਡ ਲਈ ਵੈਸੇ ਕਰਨਾ। ਹਾਂਜੀ, ਬਿਗ ਬ੍ਰੈਥ ਇਨ ਤੇ 3 ਸੈਕਿੰਡ ਲਈ ਰੁਕਣਾ, ਫਿਰ ਹੌਲੀ ਹੌਲੀ ਉਹਨੂੰ ਮੂੰਹ ਤੋਂ ਬਾਹਰ ਕਰਦੇ। ਹਾਂਜੀ, ਠੀਕ ਹੈ। ਉਹਦੇ ਨਾਲ ਕਿ ਜਿਹੜੇ ਤੁਹਾਡੇ ਲੰਗਸ ਹੈਗੇ ਆ ਉਹ ਐਕਸਪੈਂਡ ਕਰਦੇ ਆ ਤੇ ਪ੍ਰੋਪਰ 에ਅਰ ਜਿਹੜੀ ਹੈਗੀ ਆ ਅੰਦਰ ਜਾਂਦੀ ਹੈ। ਸੋ ਜਿਹੜੀ ਫਿਜ਼ੀਓਥੈਰੇਪੀ ਹੁੰਦੀ ਆ ਉਹ ਘਰ ਆ ਕੇ ਵੀ ਫਿਰ ਇਹਦਾ ਟ੍ਰੀਟਮੈਂਟ ਕਰ ਸਕਦੇ ਆ, ਸਪੈਸ਼ਲੀ ਜਿਹੜੇ ਕਿ ਡਿਸੇਬਲ ਨੇ ਜਾਂ ਘਰੋਂ ਦੀ ਬਾਹਰ ਨਹੀਂ ਨਿਕਲ ਸਕਦੇ ਉਹ ਲੋਕਾਂ ਲਈ ਘਰ ਫਿਜ਼ੀਓਥੈਰੇਪੀ ਵੀ ਪ੍ਰੋਵਾਈਡ ਕੀਤੀ ਜਾਂਦੀ ਹੈ? ਹਾਂਜੀ, ਕਈ ਕਮਿਊਨਿਟੀ ਥੈਰੇਪੀ ਟੀਮਸ ਹੈਗੀਆਂ ਜਿਹੜੀਆਂ ਘਰ ਆ ਕੇ ਜਿੱਦਾਂ ਆਪਰੇਸ਼ਨ ਤੋਂ ਬਾਅਦ ਹੋ ਗਿਆ, ਜਿਵੇਂ ਕਿ ਉਹਨਾਂ ਨੂੰ ਹਜੇ ਘਰ ਜਾ ਸਕਦੇ ਆ ਕਿ ਉਹਨਾਂ ਨੂੰ ਕੋਈ ਜਿਹੜਾ ਸਪੈਸ਼ਲ ਟ੍ਰੀਟਮੈਂਟ ਨਹੀਂ ਚੱਲ ਰਿਹਾ, ਮੈਡੀਸਨ ਉਹ ਘਰ ਜਾ ਕੇ ਲੈ ਸਕਦੇ ਆ, ਪਰ ਸਿਰਫ ਉਹਨਾਂ ਨੂੰ ਥੈਰੇਪੀ ਦੀ ਜ਼ਰੂਰਤ ਹੈ, ਜਿਵੇਂ ਕਿ ਹੋਰ ਐਕਸਰਸਾਈਜ਼ ਕਰਨ ਦੀ ਜ਼ਰੂਰਤ ਹੈ ਤਾਂ ਉਹਨਾਂ ਨੂੰ ਅਸੀਂ ਘਰ ਭੇਜ ਦਿੰਦੇ। ਪਰ ਨਾਲ ਦੀ ਨਾਲ ਰਿਫੈਰਲ ਜਿਹੜੀ ਸਾਡੀ ਟੀਮ ਚੋਂ ਜਾਂ ਕਮਿਊਨਿਟੀ ਥੈਰੇਪੀ ਦੀ ਟੀਮ ਚੋਂ ਰਿਫੈਰਲ ਕੀਤਾ ਜਾਂਦਾ ਤਾਂ ਕਿ ਫਿਜ਼ੀਓ ਘਰ ਜਾ ਕੇ ਉਹਨਾਂ ਦੇ ਹੋਮ ਐਨਵਾਇਰਨਮੈਂਟ ਦੇ ਵਿੱਚ ਹੀ ਜਿਹੜੀ ਉਹਨਾਂ ਦੀ ਰਿਕੁਆਇਰਮੈਂਟ ਹੈਗੀ ਆ ਉਸ ਹਿਸਾਬ ਨਾਲ ਐਕਸਰਸਾਈਜ਼ ਕੀਤੀ ਜਾਵੇ। ਸੋ ਇਹਦੇ ਵਿੱਚ ਜਿਹੜੇ ਕਿ ਜ਼ਿਆਦਾਤਰ ਤੁਹਾਨੂੰ ਪਤਾ ਵੀ ਸਟ੍ਰੋਕ ਦੇ ਪੇਸ਼ੈਂਟ ਵੀ ਕਈ ਹੁੰਦੇ ਨੇ ਜਿਨ੍ਹਾਂ ਨੂੰ ਸਾਹ ਦੀ ਪ੍ਰੋਬਲਮ ਹੁੰਦੀ ਹੈ, ਉਹਦੇ ਵਿੱਚ ਕਿੰਨੀ ਕੁ ਦੇਰ ਉਹਨਾਂ ਨੂੰ ਵੇਟ ਕਰਨੀ ਪੈਂਦੀ ਹੈ ਫਿਜ਼ੀਓਥੈਰੇਪੀ ਹਸਪੀਟਲ ਤੋਂ ਰਿਫਰ ਟੂ ਹੋਮ? ਇਹ ਡਿਪੈਂਡ ਕਰਦਾ ਜੀ ਕਿਸ ਤਰ੍ਹਾਂ ਦੀ ਉਹਨਾਂ ਦੀ ਜ਼ਰੂਰਤ ਹੈਗੀ ਆ। ਜੇ ਤਾਂ ਉਹਨਾਂ ਨੂੰ ਇਮੀਡੀਏਟ ਜ਼ਰੂਰਤ ਹੈਗੀ ਆ ਤਾਂ ਕਈ ਵਾਰੀ ਆਫਟਰ 72 ਆਵਰ ਜਾਂ ਨੈਕਸਟ ਡੇ ਤੋਂ ਹੀ ਫਿਜ਼ੀਓਸ ਜਿਹੜੇ ਉਹਨਾਂ ਨੂੰ ਵਿਜ਼ਿਟ ਕਰਨਾ ਸ਼ੁਰੂ ਕਰ ਦਿੰਦੇ ਆ। ਡਿਪੈਂਡ ਕਰਦਾ ਕਿ ਉਹਨਾਂ ਦੀ ਟੀਮ ਦੇ ਉੱਪਰ ਕੇਸ ਲੋਡ ਕਿੰਨਾ ਹੈਗਾ ਤੇ ਉਹਨਾਂ ਦੀ ਪੇਸ਼ੈਂਟ ਨੂੰ ਜਿਹੜੀ ਜ਼ਰੂਰਤ ਕਿੰਨੀ ਹੈ। ਕਈ ਵਾਰੀ ਵੀਕ ਦਾ ਟਾਈਮ ਵੀ ਹੁੰਦਾ ਔਰ ਕਈ ਵਾਰੀ ਅਗਲੇ ਦਿਨ ਤੋਂ ਵੀ ਫਿਜ਼ੀਓ ਸਟਾਰਟ ਹੋ ਜਾਂਦੀ ਹੈ, ਜਿਵੇਂ ਘਰ ਜਾ ਕੇ ਉਹਨਾਂ ਦੇ এনवायरमेंट ਦੇ ਵਿੱਚ ਹੀ ਸੀੜੀਆਂ ਚੜ੍ਹਨਾ ਹੋ ਗਿਆ ਜਾਂ ਹੋਰ ਜਿਹੜੇ ਘਰ ਦੇ ਕੰਮ ਕਰਨਾ ਜਾਂ ਵੋਕ ਕਰਨਾ, ਉਹਦੇ ਲਈ ਪੇਸ਼ੈਂਟ ਨੂੰ ਪ੍ਰਪੇਅਰ ਕਰਨਾ ਤੇ ਪ੍ਰੈਕਟਿਸ ਕਰਨਾ ਤੇ ਉਹ ਅਗਲੇ ਦਿਨ ਹੀ ਵੀ ਸਟਾਰਟ ਹੋ ਜਾਂਦਾ। ਤੇ ਮੈਂ ਜਾਣਨਾ ਚਾਹਾਂਗੀ ਕਿ ਫਿਜ਼ੀਓਥੈਰੇਪੀ ਦੇ ਨਾਲ ਹੋਰ ਕਿਹੜੇ ਮੈਡੀਕਲ ਸਟਾਫਸ ਜਿਹੜੇ ਆ ਕੰਮ ਕਰਦੇ ਹੈਗੇ ਆ? ਫਿਜ਼ੀਓਸ ਦੇ ਨਾਲ ਵੈਸੇ ਤਾਂ ਅਸੀਂ ਜਿਹੜੀ ਸਾਰੀ MDT ਟੀਮ ਹੁੰਦੀ ਹੈ ਜਿਹਦੇ ਵਿੱਚ ਡਾਕਟਰਸ ਹੋ ਗਏ, ਨਰਸਿਸ ਹੋ ਗਈਆਂ, ਸਪੋਰਟ ਵਰਕਰਸ ਜਿਹੜੇ ਰੀਹੈਬ ਸਪੋਰਟ ਵਰਕਰਸ ਹੋ ਗਏ ਔਰ ਜਿਹੜੇ HCAs ਜਿਹੜੇ ਹੈਲਥ ਕੇਅਰ ਅਸਿਸਟੈਂਟ ਹੋ ਗਏ ਤੇ ਸਾਰੇ ਜਿਹੜੇ ਕੰਸਲਟੈਂਟ ਹੈਗੇ, ਕਿਉਂਕਿ ਕੋਈ ਵੀ ਜਦੋਂ ਪੇਸ਼ੈਂਟ ਦਾ ਟ੍ਰੀਟਮੈਂਟ ਕੀਤਾ ਜਾਂਦਾ ਤੇ ਉਸ ਨੂੰ ਐਜ਼ ਅ ਟੀਮ ਡਿਸਕਸ ਕੀਤਾ ਜਾਂਦਾ ਤੇ ਹਰ ਕੋਈ ਬੰਦਾ ਆਪਣਾ ਰੋਲ ਪਲੇ ਕਰਦਾ ਕਿ ਇਸ ਤਰ੍ਹਾਂ ਜੇ ਆਹ ਵਾਲੀ ਉਹਦੀ ਮੂਵਮੈਂਟ ਨਹੀਂ ਹੋ ਰਹੀ ਜਾਂ ਇੰਨੀ ਕਿ ਸਾਡੇ ਕੋਲ ਜਿਹੜੀ ਰੇਂਜ ਆਫ ਮੋਸ਼ਨ ਜਿਹੜੀ ਉਹਦੀ ਮਿਲੀ ਹੈ ਤੇ ਉਸ ਤੋਂ ਅੱਗੇ ਕੀ ਕਰਨਾ, ਕਿਉਂਕਿ ਸਾਰੀ ਟੀਮ ਇਕੱਠੇ ਮਿਲ ਕੇ ਹੀ ਕੰਮ ਕਰਦੇ ਆ। ਸੋ ਇਟਸ ਆਲ ਟੀਮ ਵਰਕਸ ਟੁਗੇਦਰ, ਬੇਸਿਕਲੀ ਮਲਟੀਪਲ ਟੀਮ ਜਿਹੜੀ ਹੈਗੀ ਆ ਇੱਕ ਪੂਰੇ ਪੇਸ਼ੈਂਟ ਦੀ ਲੁੱਕ ਆਫਟਰ ਕਰਦੇ ਹੈਗੇ। ਤੇ ਇਹਦੇ ਵਿੱਚ ਜਿਹੜਾ ਕ੍ਰਿਟੀਕਲ ਕੇਅਰਸ ਜਿਹੜੇ ਹੁੰਦੇ ਆ ਫਿਜ਼ੀਓਥੈਰੇਪੀ ਪਹਿਲੇ ਕੀ ਦੇਖਦਾ ਇੱਕ ਫਿਜ਼ੀਓ ਕਿ ਇਸ ਪੇਸ਼ੈਂਟ ਨੂੰ ਮੈਂ ਟ੍ਰੀਟ ਕਰਨਾ ਤੇ ਉਹਦੇ ਵਿੱਚ ਕੀ ਉਹ ਪੁਆਇੰਟਸ ਨੋਟਿਸ ਕਰਦਾ ਵੀ ਇਸ ਇਨਸਾਨ ਨੂੰ ਜਾਂ ਇਸ ਪੇਸ਼ੈਂਟ ਨੂੰ ਫਿਜ਼ੀਓਥੈਰੇਪੀ ਦੀ ਲੋੜ ਪਊਗੀ? ਸਭ ਤੋਂ ਪਹਿਲੀ ਗੱਲ ਜੀ, ਜਿਵੇਂ ਕਿ ਜਿਹੜੇ ਕੋਈ ਪੇਸ਼ੈਂਟ ਦਾ ਅਨਕੌਂਸ਼ੀਅਸ ਹੁੰਦੇ ਆ ਤੇ ਉਹ ਕਾਫੀ ਦੇਰ ਤੋਂ ਬੈੱਡ ਦੇ ਵਿੱਚ ਹੁੰਦੇ ਆ ਤੇ ਉਹਨਾਂ ਦੀ ਪਹਿਲੀ
ਪਹਿਲੀ ਗੱਲ ਤਾਂ ਬਰੀਥਿੰਗ ਦੀ ਪ੍ਰੋਬਲਮ ਆਉਂਦੀ ਹੈ, ਕਿਉਂਕਿ ਆਪਾਂ ਜਦੋਂ ਨਾਰਮਲ ਚੱਲਦੇ ਫਿਰਦੇ ਹਾਂ ਤੇ ਆਪਣਾ ਸਾਹ ਆਪਾਂ ਲੰਬਾ ਲੈਂਦੇ ਹਾਂ ਤੇ ਆਪਣੇ ਜਿਹੜੇ ਲੰਗਸ ਪ੍ਰੋਪਰਲੀ ਐਕਸਪੈਂਡ ਕਰਦੇ ਹਾਂ। ਹਾਂਜੀ। ਤੇ ਜਦੋਂ ਆਪਾਂ ਬੈੱਡ ਤੇ ਹੁੰਨੇ ਆ, ਕੋਈ ਮੂਵਮੈਂਟ ਨਹੀਂ ਹੋ ਰਹੀ ਬਾਡੀ ਦੀ, ਤਾਂ ਉਹਦੇ ਨਾਲ ਕੀ ਹੁੰਦਾ, ਜਿਹੜੇ ਸਾਡੇ ਸਿਕ੍ਰੀਸ਼ਨਸ ਹੈਗੇ ਉਹ ਚੈਸਟ 'ਚ ਜੰਮਣਾ ਸ਼ੁਰੂ ਹੋ ਜਾਂਦੇ ਆ ਤੇ ਉਹ ਜਦੋਂ ਜ਼ਿਆਦਾ ਜੰਮ ਜਾਣ ਤਾਂ ਉਹਦੇ ਨਾਲ ਜਿਹੜੀ ਆਕਸੀਜਨ ਤੁਹਾਡੀ ਬਾਡੀ ਦੇ ਵਿੱਚ ਘੱਟ ਰਹੇਗੀ। ਤੇ ਉਸ ਲਈ ਜਿਹੜੇ ਫਿਜ਼ੀਓਜ਼ ਹੈਗੇ ਆ, ਚੈਸਟ ਫਿਜ਼ੀਓਥੈਰੇਪੀ ਉਹਨੂੰ ਕਹਿੰਦੇ ਆ, ਉਹ ਜਿੱਦਾਂ ਮੈਨੂਅਲੀ ਵੀ ਟ੍ਰੀਟਮੈਂਟ ਹੁੰਦਾ ਤੇ ਜੇ ਕੋਈ ਜਿੱਦਾਂ ਫੋਲੋ ਕਰ ਸਕਦਾ ਇੰਸਟਰਕਸ਼ਨ ਤਾਂ ਬਰੀਥਿੰਗ ਐਕਸਰਸਾਈਜ਼ ਵੀ ਹੁੰਦੀਆਂ। ਤੇ ਨਾਲ ਦੀ ਨਾਲ ਜਿਵੇਂ ਬੈੱਡ ਦੇ ਵਿੱਚ ਰਹਿਣ ਦੇ ਨਾਲ ਤੁਹਾਡੇ ਜਿਹੜੇ ਜੁਆਇੰਟਸ ਹੈਗੇ ਆ ਉਹ ਸਟਿਫ ਹੋ ਜਾਂਦੇ ਆ, ਮਸਲ ਜਿਹੜੇ ਆ ਉਹ ਸ਼ਾਰਟ ਹੋ ਜਾਂਦੇ ਆ ਤੇ ਉਹਨਾਂ ਦੀ ਜਿਹੜੀ ਸਟਰੈਂਥ ਵੀ ਘਟ ਜਾਂਦੀ ਹੈ ਅਗਰ ਤੁਸੀਂ ਜ਼ਿਆਦਾ ਦੇਰ ਬੈੱਡ ਦੇ ਵਿੱਚ ਰਹੋ ਤਾਂ। ਤੇ ਫਿਜ਼ੀਓ ਜਿਹੜੇ ਪਹਿਲੇ ਪੈਸਿਵ ਮੂਵਮੈਂਟ ਜਿਹਨੂੰ ਕਹਿੰਦੇ ਆ ਕਿ ਫਿਜ਼ੀਓ ਅਸਿਸਟ ਕਰਦੇ ਆ ਕਿ ਕਿਸ ਤਰ੍ਹਾਂ ਤੁਸੀਂ ਮੂਵ ਕਰਨਾ, ਤੇ ਉਸ ਤੋਂ ਬਾਅਦ ਹੌਲੀ ਹੌਲੀ ਉਹਨਾਂ ਨੂੰ ਜਿੰਨੀ ਜਲਦੀ ਜਿੱਦਾਂ ਹੋ ਸਕਦਾ ਤਾਂ ਪੇਸ਼ੈਂਟ ਨੂੰ ਬੈੱਡ ਤੋਂ ਬਾਹਰ ਲੈ ਕੇ ਆਉਂਦਾ ਜਾਂਦਾ ਕਿ ਇਹਨਾਂ ਨੂੰ ਥੋੜੀ ਵਾਕ ਕਰਾਈ ਜਾਏ, अर्ਲੀ ਰੀਹੈਬਿਲਿਟੇਸ਼ਨ ਜਿਹਨੂੰ ਕਹਿੰਦੇ ਆ, ਤੇ ਜਿਹੜੀ ਬਹੁਤ ਹੀ ਵਧੀਆ ਰੋਲ ਪਲੇ ਕਰਦੀ ਆ ਪੇਸ਼ੈਂਟ ਦਾ ਡਿਸਚਾਰਜ ਜਲਦੀ ਹੋਣ ਲਈ। ਕਈ ਸਾਡੇ ਵਿਊਅਰਸ ਇਹ ਵੀ ਜਾਣਨਾ ਚਾਹਣਗੇ ਕਿ ਫਿਜ਼ੀਓਥੈਰੇਪੀ ਮਸਾਜ ਥੈਰੇਪੀ ਵੀ ਪ੍ਰੋਵਾਈਡ ਕਰਦੇ ਹੈਗੇ ਆ, ਸੋ ਤੁਸੀਂ ਦੱਸੋ ਕਿ ਮਸਾਜ ਥੈਰੇਪੀ ਵੀ ਪ੍ਰੋਵਾਈਡ ਕਰਦੇ ਆ? ਕਈ ਵਾਰੀ NHS 'ਚ ਵੇਖਿਆ ਗਿਆ ਹੈ ਕਿ ਪੇਸ਼ੈਂਟ ਆਉਂਦਾ ਐਂਡ ਉਹ ਕਹਿੰਦਾ ਮੈਂ ਮਸਾਜ ਲਈ ਆਇਆ, ਸੋ ਤੁਸੀਂ ਕੀ ਦੱਸੋਗੇ ਇਹਦੇ ਬਾਰੇ ਕਿ ਮਸਾਜ ਫਿਜ਼ੀਓਥੈਰੇਪਿਸਟ ਪ੍ਰੋਵਾਈਡ ਕਰਦੇ ਆ? ਜਿਹੜੀ ਮਸਾਜ ਹੈ ਜੀ ਉਹ ਇੱਕ ਸਿਰਫ ਟੈਕਨੀਕ ਹੈਗੀ ਹੈ, ਜਿਹਦਾ ਇੱਕ ਪਾਰਟ ਹੈਗਾ ਫਿਜ਼ੀਓ ਦਾ। ਫਿਜ਼ੀਓਥੈਰੇਪੀ ਮਸਾਜ ਨਹੀਂ ਹੈ, ਜਿਹੜੀ ਮਸਾਜ ਹੈਗੀ ਉਹ ਫਿਜ਼ੀਓਥੈਰੇਪੀ ਦਾ ਇੱਕ ਪਾਰਟ ਹੈ। ਤੇ ਉਹ ਜਿੱਦਾਂ ਕਿ ਕੋਈ ਜਿਹੜਾ ਸੌਫਟ ਟਿਸ਼ੂ ਆ, ਮੰਨ ਲਓ ਕਿ ਕੋਈ ਜੁਆਇੰਟ ਦੇ ਅਰਾਊਂਡ ਜਿਹੜਾ ਤੁਹਾਡਾ ਮਸਲ ਹੋ ਗਿਆ ਜਾਂ ਲਿਗਾਮੈਂਟਸ ਹੋ ਗਏ, ਉਹ ਟਾਈਟ ਹੋਏ ਆ ਕਾਫੀ ਜ਼ਿਆਦਾ, ਤੇ ਉਹਨੂੰ ਰਿਲੀਜ਼, ਉਸ ਏਰੀਆ ਨੂੰ ਰਿਲੀਜ਼ ਕਰਨ ਲਈ ਜਿਹੜੀ ਮਸਾਜ ਕੀਤੀ ਜਾਂਦੀ ਹੈ ਉਹ ਇੱਕ ਟੈਕਨੀਕ ਜਿਹੜੀ ਯੂਜ਼ ਕੀਤੀ ਜਾਂਦੀ ਹੈ ਉਸ ਪਾਰਟ ਦੇ ਨਾਲ ਰਿਲੇਟਿਡ, ਤਾਂ ਕਿ ਉਸ ਏਰੀਆ ਨੂੰ ਥੋੜਾ ਲੂਜ਼ ਕੀਤਾ ਜਾਏ ਤਾਂ ਕਿ ਜੁਆਇੰਟ ਜਿਹੜਾ ਹੈਗਾ ਜਾਂ ਮਸਲ ਜਿਹੜਾ ਹੈਗਾ ਆਪਾਂ ਉਹਦਾ ਫੰਕਸ਼ਨ ਜਿਹੜਾ ਦੁਬਾਰਾ ਤੋਂ ਲੈ ਕੇ ਆ ਸਕੀਏ। ਇਸ ਤਰ੍ਹਾਂ ਦੀ ਹੈ ਕਿ ਪੂਰੀ ਫੁੱਲ ਬੋਡੀ ਮਸਾਜ ਹੋਏਗੀ। ਹਾਂਜੀ। ਸੋ ਕਈ ਸਾਡੇ ਜਾਣਦੇ ਆ, ਤੁਸੀਂ ਤਾਂ ਜਾਣਦੇ ਹੋਗੇ ਵੀ ਜਦੋਂ ਆਉਂਦੇ ਨੇ ਦੇ ਵਿਲ ਸੇ ਕਿ ਅਸੀਂ ਤਾਂ ਸੋਚਿਆ ਸੀ ਸਾਡੀ ਮਸਾਜ ਹੋਣੀ ਆ, ਔਰ ਇੱਕ ਦੂਸਰਾ ਵੀ ਹੈ ਐਕਿਊਪੰਕਚਰ ਜਿਹਨੂੰ ਅਸੀਂ ਕਹਿੰਦੇ ਆ, ਉਹ ਵੀ ਕਾਫੀ ਲੋਕ ਸੋਚਦੇ ਆ ਵੀ ਸਾਡੇ ਕਿ ਨੀਡਲਸ ਲਗਾਏ ਜਾਣਗੇ ਤੇ ਦੈਟਸ ਦ ਮੇਨ ਰੀਜ਼ਨ ਵੀ ਆਰ ਹੇਅਰ। ਸਾਨੂੰ ਕੀ ਪਤਾ ਸੀ ਕਿ ਸਾਡੀ ਐਕਸਰਸਾਈਜ਼ ਹੋਣੀ ਆ। ਹਾਂਜੀ। ਸੋ ਉਹਦੇ ਵਿੱਚ ਤੁਸੀਂ ਐਕਿਊਪੰਕਚਰ ਬਾਰੇ ਵੀ ਥੋੜਾ ਜਿਹਾ ਦੱਸੋਗੇ ਵੀ ਐਕਿਊਪੰਕਚਰ ਕੀ ਹੁੰਦਾ ਤੇ ਇਹ ਫਿਜ਼ੀਓਥੈਰੇਪੀ 'ਚ ਕਿੰਨਾ ਕੁ ਕਾਮਯਾਬ ਹੈ, ਕਿ NHS ਪ੍ਰੋਵਾਈਡ ਕਰਦੀ ਹੈ ਕਿ ਨਹੀਂ ਕਰਦੀ, ਐਂਡ ਰੀਜ਼ਨ ਫॉर ਇਟ? ਹਾਂਜੀ ਬਿਲਕੁਲ ਜੀ, ਕਾਫੀ ਸਾਰੀਆਂ ਟੈਕਨੀਕ ਹੁੰਦੀਆਂ। ਇਸ ਤਰ੍ਹਾਂ ਨਹੀਂ ਹੁੰਦਾ ਕਿ ਹਰ ਪੇਸ਼ੈਂਟ ਨੂੰ ਹੀ ਜਿਹੜੀ ਮਸਾਜ ਦੀ ਜ਼ਰੂਰਤ ਹੋਏ ਜਾਂ ਐਕਿਊਪੰਕਚਰ ਦੀ ਜ਼ਰੂਰਤ ਹੋਏ। ਉਸ ਤੋਂ ਪਹਿਲਾਂ ਕਾਫੀ ਸਾਰੇ ਜਿਹੜੇ ਟੈਕਨੀਕਸ ਹੈਗੀਆਂ ਜਿਹੜੀਆਂ ਕਿ ਕਾਰਗਰ ਹੈਗੀਆਂ ਇਹਦੇ ਵਿੱਚ, ਜਿਸ ਤਰ੍ਹਾਂ ਕਿ ਕਈ ਵਾਰੀ ਐਡਵਾਈਸ ਤੁਸੀਂ ਜੇ ਪੋਸਚਰ ਹੀ ਤੁਹਾਡਾ ਗਲਤ ਹੈ, ਜਿਵੇਂ ਅੱਜ ਕੱਲ੍ਹ ਦੀ ਜਿਹੜੀ ਲਾਈਫ ਹੈਗੀ ਹੈ ਹਰ ਇੱਕ ਨੂੰ ਬੈਠਣ ਦਾ ਕੰਮ ਜ਼ਿਆਦਾ ਹੈਗਾ, ਤੇ ਜੇ ਤੁਹਾਡਾ ਪੋਸਚਰ ਜਾਂ ਸਿਟਿੰਗ ਏਰੀਆ ਜਿਹੜਾ ਸਹੀ ਨਹੀਂ ਹੈ ਤੇ ਉਹ ਵੀ ਕਾਫੀ ਸਾਰੀਆਂ ਪ੍ਰੋਬਲਮਸ ਕਾਜ਼ ਕਰਦਾ। ਤੇ ਉਹਦੇ ਲਈ ਪਹਿਲੀ ਤੁਹਾਨੂੰ ਐਡਵਾਈਸ ਦੇਣਗੇ ਕਿ ਤੁਹਾਨੂੰ ਜਿਹੜਾ ਆਪਣਾ ਸਿਟਿੰਗ ਜਿਹੜਾ ਅਰੇਂਜਮੈਂਟ ਆ ਉਹ ਚੇਂਜ ਕਰਨਾ ਚਾਹੀਦਾ ਜਾਂ ਪੋਸਚਰ ਚੇਂਜ ਕਰਨਾ ਚਾਹੀਦਾ, ਤੇ ਨਾਲ ਦੀ ਨਾਲ ਐਕਸਰਸਾਈਜ਼ ਕਰਨੀਆਂ ਚਾਹੀਦੀਆਂ, ਕਿਉਂਕਿ ਜੇ ਤੁਸੀਂ ਐਕਸਰਸਾਈਜ਼ ਕਰ ਰਹੇ ਹੋ ਉਹਦੇ ਨਾਲ ਤੁਹਾਡਾ ਬਹੁਤ ਸਾਰਾ ਫੰਕਸ਼ਨ ਜਿਹੜਾ ਵਾਪਸ ਆ ਜਾਏਗਾ। ਪਰ ਕੁਝ ਕੇਸਿਸ ਦੇ ਵਿੱਚ ਜਿਵੇਂ ਕਿ ਮਸਲਸ ਬਹੁਤ ਜ਼ਿਆਦਾ ਟਾਈਟ ਹੈਗੇ ਆ, ਹਾਂਜੀ, ਤੇ ਉਹਨਾਂ ਦੇ ਵਿੱਚ ਐਕਿਊਪੰਕਚਰ ਜਿਹੜਾ ਯੂਜ਼ ਕੀਤਾ ਜਾਂਦਾ, ਪਰ ਇਹ ਪੇਸ਼ੈਂਟ ਟੂ ਪੇਸ਼ੈਂਟ ਵੇਰੀ ਕਰਦਾ, ਹਰ ਇੱਕ ਦੇ ਵਿੱਚ ਇਹ ਯੂਜ਼ ਨਹੀਂ ਕੀਤਾ ਜਾਂਦਾ, ਔਰ ਸਪੈਸ਼ਲਾਈਜ਼ਡ ਫਿਜ਼ੀਓਥੈਰੇਪਿਸਟ ਜਿਹੜੇ ਹੈਗੇ ਆ ਉਹੀ ਕਰਦੇ ਆ। ਠੀਕ ਹੈ ਜੀ। ਤੇ ਇਹ ਵੀ ਹੈਗਾ ਕਿ ਕਈ ਕਹਿੰਦੇ ਵੀ ਫਿਜ਼ੀਓਥੈਰੇਪੀ ਸੈਸ਼ਨ ਜਿਹੜੇ ਸਾਨੂੰ NHS ਵੱਲੋਂ ਮਿਲਦੇ ਨੇ, ਇਟਸ ਅਬਾਊਟ 6 ਸੈਸ਼ਨ ਮੇਨਲੀ ਹੁੰਦੇ ਨੇ। ਹਾਂਜੀ। ਤੇ ਕਈ ਵਾਰੀ ਤੇ ਕਈ ਕਹਿੰਦੇ ਵੀ ਇਟਸ ਟੂ ਮੈਨੀ, ਐਂਡ ਕਈਆਂ ਨੂੰ ਲੱਗਦਾ ਵੀ ਬਹੁਤ ਘੱਟ ਸੈਸ਼ਨ NHS ਪ੍ਰੋਵਾਈਡ ਕਰਦਾ ਹੈਗਾ। ਤੁਸੀਂ ਇਹਦੇ ਬਾਰੇ ਕੀ ਦੱਸੋਗੇ? ਦੇਖੋ ਜੀ, ਡਿਪੈਂਡ ਕਰਦਾ ਕਿ ਤੁਹਾਨੂੰ ਜ਼ਰੂਰਤ ਕਿੰਨੀ ਕੁ ਹੈ, ਕਿਉਂਕਿ ਅਗਰ ਤੁਸੀਂ ਆਪਣੇ ਸਰੀਰ ਦੇ ਉੱਪਰ ਆਪ ਕੰਮ ਕਰਨਾ ਸ਼ੁਰੂ ਕਰੋਗੇ, ਜਦੋਂ ਤੁਸੀਂ ਐਕਸਰਸਾਈਜ਼ ਕਰਨਾ ਸ਼ੁਰੂ ਕਰੋਗੇ ਉਸਨੇ ਜ਼ਿਆਦਾ ਕਾਰਗਰ ਹੋਣਾ। ਤੇ ਜਿਹੜੀਆਂ 6 ਸਿਟਿੰਗ ਹੁੰਦੀਆਂ ਉਹਦੇ ਵਿੱਚ ਤੁਹਾਨੂੰ ਅਸੈਸ ਕੀਤਾ ਜਾਂਦਾ ਹਰ ਵਾਰ ਕਿ ਪਹਿਲੇ ਵਾਰ ਨਾਲੋਂ ਕਿੰਨਾ ਫਰਕ ਪਿਆ ਔਰ ਅੱਗੇ ਤੁਹਾਨੂੰ ਕਿੰਨੀ ਜ਼ਰੂਰਤ ਹੈ। ਪਰ ਕਈ ਕੇਸਿਸ ਦੇ ਵਿੱਚ ਅਗਰ ਤੁਹਾਨੂੰ ਜ਼ਿਆਦਾ ਜ਼ਰੂਰਤ ਹੈ ਤਾਂ ਉਹ ਅਗਲੀਆਂ ਸਿਟਿੰਗਸ ਵੀ ਪ੍ਰੋਵਾਈਡ ਕਰਦੇ ਆ। ਜਿੱਦਾਂ ਸਾਡੇ ਮੋਸਟ ਫਿਜ਼ੀਓਥੈਰੇਪੀ ਜਿਹੜੇ NHS ਦੇ ਵਿੱਚ ਹਸਪੀਟਲ 'ਚ ਪੇਸ਼ੈਂਟ ਆਉਂਦੇ ਆ, ਦੇਖਣ 'ਚ ਆਇਆ ਵੀ ਉਹ ਜ਼ਿਆਦਾਤਰ ਕਹਿੰਦੇ ਆ ਵੀ ਸਾਡੇ ਕੋਲੋਂ ਐਕਸਰਸਾਈਜ਼ ਨਾ ਕਰਾਈ ਜਾਏ, ਕੁਝ ਸਾਨੂੰ ਦਵਾਈ ਦੇ ਕੇ ਠੀਕ ਕੀਤਾ ਜਾਏ। ਤੇ ਐਕਸਰਸਾਈਜ਼ ਕਿੰਨੀ ਕੁ ਇੰਪੋਰਟੈਂਟ ਹੈ ਜੇਕਰ ਤੁਹਾਡਾ ਡਾਕਟਰ ਤੁਹਾਨੂੰ ਰਿਫੈਰਲ ਕਰਦਾ ਹੈ ਤਾਂ? ਐਕਸਰਸਾਈਜ਼ ਜੀ ਮੇਨ ਪਾਰਟ ਹੈਗਾ, ਕਿਉਂਕਿ ਕੋਈ ਵੀ ਜੁਆਇੰਟ ਨੂੰ ਚਲਾਉਣ ਲਈ ਜਿੰਨਾ ਤੁਸੀਂ ਆਪਣੀ ਬਾਡੀ ਤੇ ਆਪ ਕੰਮ ਨਹੀਂ ਕਰੋਗੇ, ਮਸਲ ਦੀ ਸਟਰੈਂਥ ਵਾਪਸ ਨਹੀਂ ਆਏਗੀ ਤਾਂ ਉਹਦਾ ਫੰਕਸ਼ਨ ਵੀ ਵਾਪਸ ਨਹੀਂ ਆ ਸਕਦਾ। ਕਿਉਂਕਿ ਕਿਸੇ ਵੀ ਚੀਜ਼ ਨੂੰ ਪਾਵਰਫੁਲ ਬਣਾਉਣ ਲਈ ਜੇ ਆਪਾਂ ਮਸਲ ਦੀ ਤਾਕਤ ਹੀ ਵਧਾਉਣੀ ਆ ਤੇ ਉਹਦੇ ਲਈ ਪਹਿਲਾਂ ਐਕਸਰਸਾਈਜ਼ ਕਰਨੀ ਜਿਹੜੀ ਕਿ ਬਹੁਤ ਜ਼ਰੂਰੀ ਹੈ। ਉਹ ਤੁਹਾਨੂੰ ਹੈਲਪ ਕਰੇਗੀ ਸਰਕੂਲੇਸ਼ਨ ਵਧਾਉਣ ਦੇ ਲਈ। ਹਾਂਜੀ। ਜਿਹੜਾ ਜੁਆਇੰਟ ਟਾਈਟ ਹੋਇਆ ਜਿੰਨਾ ਚਿਰ ਉਹਨੂੰ ਤੁਸੀਂ ਹਿਲਾਓਗੇ ਨਹੀਂ ਆਪਣੇ ਕੰਟਰੋਲ ਦੇ ਵਿੱਚ ਤੇ ਉਸਨੇ ਫੰਕਸ਼ਨ ਹੀ ਨਹੀਂ ਦੇਣਾ, ਉਸਨੇ ਕੰਮ ਹੀ ਨਹੀਂ ਕਰਨਾ। ਸੋ ਇਸ ਲਈ ਜਿਹੜੇ ਤੁਹਾਨੂੰ ਤੁਹਾਡੇ ਲਈ ਸਪੈਸ਼ਲ ਐਕਸਰਸਾਈਜ਼ ਫਿਜ਼ੀਓ ਜਿਹੜੇ ਆ ਟੇਲਰ ਕਰਦੇ ਆ, ਬਣਾਉਂਦੇ ਆ ਟ੍ਰੀਟਮੈਂਟ ਪਲਾਨ ਕਿ ਇਹ ਵਾਲੀ ਐਕਸਰਸਾਈਜ਼ ਤੁਸੀਂ ਇਸ ਵਾਰੀ ਕਰਨੀ ਆ, ਤੇ ਉਹ ਡਿਪੈਂਡ ਕਰਦੀ ਆ ਤੁਹਾਡੀ ਸਟਰੈਂਥ ਪਹਿਲੇ ਕਿੰਨੀ ਆ
ਤੇ ਹੁਣ ਤੁਹਾਡੀ ਕਿੰਨੀ ਇੰਪਰੂਵ ਹੋਈ ਹੈ ਸਟਰੈਂਥ, ਜਾਂ ਤੁਹਾਡੀ ਜਿਹੜਾ ਰੇਂਜ ਆਫ ਮੋਸ਼ਨ, ਜਿੱਦਾਂ ਕਿ ਜਿਹੜਾ ਜੁਆਇੰਟ ਕਿੰਨਾ ਕੁ ਮੂਵ ਹੋ ਰਿਹਾ, ਉਹ ਹਰ ਇੱਕ ਬੰਦੇ ਲਈ ਡਿਫਰੈਂਟ ਜਿਹੜੀ ਐਕਸਰਸਾਈਜ਼ ਤੇ ਉਹ ਤੁਹਾਨੂੰ ਹੀ ਕਰਨੀ ਪਏਗੀ। ਸੋ ਇਹਦਾ ਕੋਈ ਚਾਰਾ ਨਹੀਂ ਹੈ, ਯੂ ਹੈਵ ਟੂ ਡੂ ਯੋਰ ਫਿਜ਼ੀਓਥੈਰੇਪਿਸਟ ਨੇ ਜੋ ਵੀ ਐਕਸਰਸਾਈਜ਼ ਤੁਹਾਨੂੰ ਰეკਮੈਂਡ ਕੀਤੀ ਹੈ ਤੁਹਾਨੂੰ ਕਰਨੀਆਂ ਪੈਣੀਆਂ। ਬੇਸਿਕਲੀ ਜਿਹੜੇ ਫਿਜ਼ੀਓਥੈਰੇਪੀ ਹੁੰਦੀ ਹੈ ਇਹ ਦੇਖ ਕੇ ਤੁਹਾਡੀ ਕਿੰਨੀ ਕਾਬਲੀਅਤ ਹੈ, ਸਟਰੈਂਥ ਕਿੰਨੀ ਹੈ ਤੁਹਾਡੇ ਮਸਲ ਦੇ ਵਿੱਚ, ਉਹ ਸਾਰਾ ਕੁਝ ਦੇਖ ਕੇ, ਤੁਹਾਡੀ ਮੈਡੀਕਲ ਹਿਸਟਰੀ ਦੇਖ ਕੇ, ਸਾਰੀ ਜਾਂਚ ਪੜਤਾਲ ਕਰਕੇ ਉਸ ਤੋਂ ਬਾਅਦ ਸਰਟਨ ਐਕਸਰਸਾਈਜ਼ ਤੁਹਾਨੂੰ ਡਿਜ਼ਾਈਨ ਕਰਕੇ ਦਿੰਦੇ ਆ ਸਟੈਪ ਬਾਈ ਸਟੈਪ ਜੋ ਤੁਹਾਨੂੰ ਕਰਨੀਆਂ ਪੈਂਦੀਆਂ। ਐਂਡ ਜਿੱਦਾਂ ਮਨਪ੍ਰੀਤ ਜੀ ਨੇ ਦੱਸਿਆ ਉਹਦੇ ਵਿੱਚ ਡੈਫੀਨੇਟਲੀ ਫਾਇਦਾ ਹੁੰਦਾ ਹੈ, ਬਟ ਇਟ ਟੇਕਸ ਟਾਈਮ। ਸੋ ਕਈ ਵਾਰੀ ਹੁੰਦਾ ਹੈ ਕਈ ਪੇਸ਼ੈਂਟ ਕਹਿੰਦੇ ਆ ਵੀ ਅਸੀਂ 2 ਵੀਕ ਐਕਸਰਸਾਈਜ਼ ਕੀਤੀਆਂ ਸਾਨੂੰ ਤਾਂ ਕੋਈ ਫਰਕ ਨਹੀਂ ਪਿਆ। ਵਨਸ ਅ ਵੀਕ ਫਿਜ਼ੀਓਥੈਰੇਪੀ ਦੀ ਅਪਾਇੰਟਮੈਂਟ ਹੁੰਦੀ ਹੈ, ਉਹਦਾ ਅਸੀਂ ਕੀ ਕਰਨਾ। ਤੇ ਇਹ ਹੈਗਾ ਕਿ ਇਟਸ ਅ ਸਟੈਪ ਬਾਈ ਸਟੈਪ ਪ੍ਰੋਸੈਸ, ਜਿੱਦਾਂ ਮਨਪ੍ਰੀਤ ਜੀ ਦੱਸ ਰਹੇ ਨੇ ਕਿ ਤੁਹਾਨੂੰ ਸਟੈਪ ਬਾਈ ਸਟੈਪ ਇਹ ਲਰਨ ਕਰਨਾ ਪੈਣਾ ਕਿ ਫਿਜ਼ੀਓਥੈਰੇਪੀ ਹੈਲਪ ਕਰਦਾ। ਸਲੋ ਮੋਸ਼ਨ ਦੇ ਵਿੱਚ ਦਵਾਈ ਨਹੀਂ ਹੈ ਤੁਸੀਂ ਲੈ ਲਈ ਤੇ ਠੀਕ ਹੋਈ, ਇਹ ਮਸਲ ਨੂੰ ਬਿਲਡ ਕਰਨਾ। ਸੋ ਮਸਲ 'ਚ ਜਿੱਦਾਂ ਜਿੱਦਾਂ ਸਟਰੈਂਥ ਆਏਗੀ ਉਸੇ ਤਰ੍ਹਾਂ ਤੁਹਾਡੀ ਤਾਕਤ ਵਧੇਗੀ ਤੇ ਤੁਹਾਡੇ ਮਸਲਸ ਠੀਕ ਹੋਣਗੇ ਐਂਡ ਤੁਸੀਂ ਆਪਣੇ ਆਪ ਨੂੰ ਬਿਹਤਰ ਮਹਿਸੂਸ ਕਰੋਗੇ। ਤੇ ਅਗਲਾ ਕੁਐਸਚਨ ਇਹ ਹੈਗਾ ਕਿ ਜਦੋਂ ਸਟ੍ਰੋਕ ਪੇਸ਼ੈਂਟ ਜਿਹੜੇ ਹੁੰਦੇ ਆ ਉਹਦੇ ਵਿੱਚ ਤੁਸੀਂ ਕਿਸ ਤਰ੍ਹਾਂ ਹੈਲਪ ਕਰਦੇ ਹੋ ਉਹਨਾਂ ਦੀ? ਹਾਂਜੀ, ਸਟ੍ਰੋਕ ਦੇ ਵਿੱਚ ਇਹ ਹੁੰਦਾ ਕਿ ਕਈ ਪੇਸ਼ੈਂਟ ਦੇ ਵਿੱਚ ਸਿਰਫ ਥੋੜੀ ਵੀਕਨੈਸ ਹੁੰਦੀ ਹੈ, ਪੂਰੀ ਤਰ੍ਹਾਂ ਪੈਰਾਲਾਈਜ਼ ਨਹੀਂ ਹੁੰਦਾ, ਤੇ ਦੂਸਰੇ ਹੁੰਦੇ ਆ ਕਿ ਪ੍ਰੋਪਰ ਜਿਹੜੀ ਪੈਰਾਲਾਈਜ਼ ਹੋ ਜਾਂਦਾ, ਕਿਉਂਕਿ ਜਿਹੜਾ ਬ੍ਰੇਨ ਹੈਗਾ ਉਹ ਆਪਣਾ ਫੰਕਸ਼ਨ ਜਿਹੜਾ ਕਹਿ ਲਓ ਕਿ ਭੁੱਲ ਜਾਂਦਾ ਕਿ ਇਹ ਜਿਹੜਾ ਪਾਰਟ ਹੈ, ਕਈ ਲੋਕਾਂ ਨੂੰ ਤਾਂ ਫੀਲ ਵੀ ਨਹੀਂ ਹੁੰਦਾ ਕਿ ਮੇਰੀ ਬੋਡੀ ਦਾ ਪਾਰਟ ਇਹ ਜਦੋਂ ਰਾਈਟ ਜਾਂ ਲੈਫਟ ਕਿ ਇਹ ਮੇਰਾ ਪਾਰਟ ਹੈ ਜਾਂ ਨਹੀਂ, ਬਿਲਕੁਲ ਇਨਅਟੈਂਟਿਵ ਹੋ ਜਾਂਦੇ ਆ ਉਸ ਸਾਈਡ ਨੂੰ। ਤੇ ਪਰ ਫਿਜ਼ੀਓ ਦੀ ਐਕਸਰਸਾਈਜ਼ ਨਾਲ ਜਿਵੇਂ ਤੁਸੀਂ ਬਾਰ-ਬਾਰ ਰਿਪੀਟ ਕਰਦੇ ਹੋ ਐਕਸਰਸਾਈਜ਼, ਬਾਰ-ਬਾਰ ਕਰਦੇ ਹੋ, ਤੇ ਜਿਹੜੇ ਤੁਹਾਡੇ ਬ੍ਰੇਨ ਦੇ ਕਨੈਕਸ਼ਨਸ ਹੈਗੇ ਆ ਉਹ ਦੁਬਾਰਾ ਬਣਨੇ ਸ਼ੁਰੂ ਹੁੰਦੇ ਆ। ਜਿਸ ਤਰ੍ਹਾਂ ਕਹਿ ਲਓ ਕਿ ਬੱਚੇ ਨੂੰ ਆਪਾਂ ਪਹਿਲੀ ਵਾਰੀ ਵਾਕ ਸਿਖਾਉਂਦੇ ਆ, ਚੱਲਣਾ ਸਿਖਾਉਂਦੇ ਆ, ਇਸੇ ਤਰ੍ਹਾਂ ਹੀ ਸਟ੍ਰੋਕ ਪੇਸ਼ੈਂਟ ਦੇ ਵਿੱਚ ਜੇ ਫਿਜ਼ੀਓਥੈਰੇਪਿਸਟ ਜਿਹੜੇ ਹੈਗੇ ਆ ਉਹ ਹੈਲਪ ਕਰਦੇ ਆ ਉਸ ਮਸਲ ਨੂੰ ਦੁਬਾਰਾ ਤੋਂ ਬ੍ਰੇਨ ਦੇ ਨਾਲ ਕਨੈਕਟ ਕਰਨ ਲਈ, ਵਾਰ-ਵਾਰ ਉਹ ਮੂਵਮੈਂਟ ਕਰਾਉਣੀ, ਤੇ ਜਿਹੜੇ ਮਸਲ ਟਾਈਟ ਹੋ ਰਹੇ ਆ ਜਾਂ ਨਹੀਂ ਚੱਲ ਰਹੇ ਉਹਨਾਂ ਦੀ ਸਟ੍ਰੈਚਿੰਗ ਕਰਨੀ ਆ, ਤੇ ਨਾਲ ਉਹਨਾਂ ਦੇ ਜਿਹੜੇ ਰੇਂਜ ਆਫ ਮੋਸ਼ਨ ਐਕਸਰਸਾਈਜ਼ ਤਾਂ ਕਿ ਜੁਆਇੰਟ ਜਿਹੜਾ ਹੈਗਾ ਟਾਈਟ ਨਾ ਰਹੇ ਤੇ ਉਹ ਕਰਵਾਉਣੇ ਆ। ਤੇ ਇਹਦੇ ਵਿੱਚ ਜਿੱਦਾਂ ਹੋਰ ਡਾਕਟਰਸ ਵਗੈਰਾ ਜਾਂ ਨਰਸਿਸ ਵੀ ਇਨਵੋਲਵ ਹੁੰਦੇ ਆ ਜਦੋਂ ਸਟ੍ਰੋਕ ਦਾ ਪੇਸ਼ੈਂਟ ਹੁੰਦਾ ਹੈ। ਬੇਸਿਕਲੀ ਓਬਵੀਅਸਲੀ ਇਟਸ ਗੋਇੰਗ ਟੂ ਬੀ ਪਲਾਨ ਕੀਤਾ ਹੁੰਦਾ, ਪਰ ਫਿਜ਼ੀਓਥੈਰੇਪੀ ਐਜ਼ ਏ ਸਟ੍ਰੋਕ ਪੇਸ਼ੈਂਟ ਨੂੰ ਕਿੰਨੀ ਕੁ ਵਾਰੀ ਮਿਲਦੇ ਨੇ ਜਾਂ ਕਿੰਨੀ ਕੁ ਵਾਰੀ ਉਹਨਾਂ ਨੂੰ ਜਾ ਕੇ ਐਕਸਰਸਾਈਜ਼ ਕਰਾਉਂਦੇ ਨੇ ਵਾਰਡ ਦੇ ਵਿੱਚ, ਬੇਸਿਕਲੀ ਇਨ ਹਸਪੀਟਲਸ? ਹਾਂਜੀ, ਹਸਪੀਟਲ ਦੇ ਵਿੱਚ ਮੇਨਲੀ ਹੁੰਦਾ ਕਿ 3 to 4 ਟਾਈਮਸ ਅ ਵੀਕ ਜਿਹੜਾ ਹੈਗਾ ਫਿਜ਼ੀਓਥੈਰੇਪੀ ਜਿਹੜਾ ਸੈਸ਼ਨ ਹੁੰਦਾ ਉਹ ਹਰ ਪੇਸ਼ੈਂਟ ਦਾ ਲਗਭਗ ਹੁੰਦਾ। 3 ਸੈਸ਼ਨ ਤਾਂ ਮਿਨੀਮਮ ਹੁੰਦੇ ਹੀ ਹੈਗੇ ਆ, ਕਿਉਂਕਿ ਉਸ ਦੇ ਵਿੱਚ ਉਹਨਾਂ ਨੂੰ ਥੋੜਾ ਰਿਕਵਰੀ ਟਾਈਮ ਵੀ ਚਾਹੀਦਾ, ਕਿਉਂਕਿ ਮਸਲ ਜੇ ਆਪਾਂ ਐਕਸਰਸਾਈਜ਼ ਕਰਦੇ ਆ ਮਸਲ ਥੋੜੇ ਜਿਹੜੇ ਥੱਕ ਜਾਂਦੇ ਆ ਕਿਉਂਕਿ ਆਲਰੇਡੀ ਵੀਕਨੈਸ ਹੈਗੀ ਆ, ਤੇ ਉਹ ਤੋਂ ਰਿਕਵਰ ਕਰਨ ਲਈ ਕਈ ਵਾਰੀ ਗੈਪ ਵਿੱਚ ਦੇਣਾ ਪੈਂਦਾ, ਉਹਦੇ ਵਿੱਚ ਰੈਸਟ ਹੁੰਦੀ ਹੈ। ਤੇ ਨਾਲ ਦੀ ਨਾਲ ਜਿਹੜੇ ਥੈਰੇਪੀ ਸਪੋਰਟ ਵਰਕਰਸ ਜਿਵੇਂ ਹੁੰਦੇ ਆ ਉਹ ਪੇਸ਼ੈਂਟ ਨੂੰ ਜਿਹੜਾ ਐਕਸਰਸਾਈਜ਼ ਪਲਾਨ ਦਿੱਤਾ ਹੁੰਦਾ ਤੇ ਉਹਦੇ ਨਾਲ ਉਹਨਾਂ ਨੂੰ ਸਪੋਰਟ ਕਰਦੇ ਆ ਕਿ ਜਿੰਨਾ ਚਿਰ ਉਹ ਬੈੱਡ 'ਚ ਹੈਗੇ ਆ ਜਾਂ ਉਹਨਾਂ ਨੂੰ ਫਿਜ਼ੀਓਥੈਰੇਪਿਸਟ ਅੱਜ ਨਹੀਂ ਮਿਲੇਗਾ ਤਾਂ ਉਸ ਦਿਨ ਉਹ ਥੋੜੀ ਆਪਣੀ ਐਕਸਰਸਾਈਜ਼ ਆਪਣੇ ਆਪ ਕਰ ਸਕਦੇ ਆ, ਕਿਉਂਕਿ ਇਹੀ ਨਹੀਂ ਹੈ ਕਿ ਜਦੋਂ ਫਿਜ਼ੀਓਥੈਰੇਪਿਸਟ ਤੁਹਾਡੇ ਨਾਲ ਹੈ ਤੇ ਉਹੀ ਤੁਹਾਡਾ ਰੀਹੈਬਿਲਿਟੇਸ਼ਨ ਜਿਹੜਾ ਟਾਈਮ ਹੈਗਾ, ਕਿਉਂਕਿ ਜਿਹੜੀਆਂ ਐਕਸਰਸਾਈਜ਼ ਤੁਹਾਨੂੰ ਫਿਜ਼ੀਓ ਨੇ ਦਿੱਤੀਆਂ ਹੈਗੀਆਂ ਉਸ ਨੂੰ ਪ੍ਰੈਕਟਿਸ ਕਰਨਾ ਉਹ ਤੁਹਾਡੀ ਜ਼ਿੰਮੇਵਾਰੀ ਵੀ ਹੈ। ਸੋ ਇਹਦੇ ਤੋਂ ਹੀ ਨੈਕਸਟ ਕੁਐਸਚਨ ਆਉਂਦਾ ਹੈ ਕਿ ਜਦੋਂ ਨੀ ਰਿਪਲੇਸਮੈਂਟ ਹੁੰਦਾ ਹੈ, ਹਾਊ ਫਿਜ਼ੀਓਥੈਰੇਪੀ ਹੈਲਪ, ਕਿਉਂਕਿ ਇਹ ਬਹੁਤ ਲੋਕਾਂ ਨੂੰ ਹੁੰਦਾ ਹੈ, ਓਵਰ 50 ਯੂ ਕੈਨ ਸੇ, ਅੱਜ ਕੱਲ੍ਹ ਯੰਗ ਬੱਚਿਆਂ ਨੂੰ ਵੀ ਹੋ ਰਿਹਾ। ਸੋ ਨੀ ਰਿਪਲੇਸਮੈਂਟ ਦੇ ਵਿੱਚ ਫਿਜ਼ੀਓਥੈਰੇਪੀ ਕਿਸ ਤਰੀਕੇ ਦੇ ਨਾਲ ਆਪਣਾ ਯੋਗਦਾਨ ਪਾਉਂਦੇ ਹੈ, ਕਿਸ ਤਰੀਕੇ ਦੇ ਨਾਲ ਪੇਸ਼ੈਂਟ ਦੀ ਹੈਲਪ ਕਰਦੇ ਹੈ ਹਸਪੀਟਲ ਦੇ ਵਿੱਚ ਤੇ ਘਰ ਦੇ ਵਿੱਚ? ਹਾਂਜੀ, ਜਿਵੇਂ ਕਿ ਜੁਆਇੰਟ ਰਿਪਲੇਸਮੈਂਟ ਜਾਂ ਨੀ ਜੁਆਇੰਟ ਰਿਪਲੇਸਮੈਂਟ ਜਿਹੜੀ ਆਪਾਂ ਲੈ ਲਈਏ, ਉਹਦੇ ਵਿੱਚ ਜਦੋਂ ਜਿਹੜੀ ਨੀ ਰਿਪਲੇਸਮੈਂਟ ਹੁੰਦੀ ਹੈ, ਜਦੋਂ ਆਰਥਰਾਈਟਿਸ ਦੇ ਨਾਲ ਬਿਲਕੁਲ ਹੀ ਜੁਆਇੰਟ ਖਰਾਬ ਹੋ ਚੁੱਕਿਆ ਹੁੰਦਾ ਤੇ ਉਸ ਟਾਈਮ ਤੇ ਨੀ ਰਿਪਲੇਸਮੈਂਟ ਕੀਤੀ ਜਾਂਦੀ ਹੈ, ਪਰ ਉਸ ਤੱਕ ਪਹੁੰਚਦੇ ਪਹਿਲੇ ਹੀ ਜੁਆਇੰਟ ਕਾਫੀ ਜ਼ਿਆਦਾ ਖਰਾਬ ਹੋ ਚੁੱਕਿਆ ਹੁੰਦਾ, ਜਿਹੜੇ ਉਹਦੇ ਆਸ-ਪਾਸ ਦੇ ਕਨੈਕਟਿਵ ਟਿਸ਼ੂ ਹੈਗੇ ਆ ਜਾਂ ਮਸਲਸ ਹੈਗੇ ਆ ਉਹ ਰੀਅਲੀ ਪਹਿਲਾਂ ਹੀ ਵੀਕ ਹੋ ਚੁੱਕੇ ਆ। ਸੋ ਜ਼ਿਆਦਾਤਰ ਹਸਪੀਟਲਸ ਦੇ ਵਿੱਚ ਸਰਜਰੀ ਤੋਂ ਪਹਿਲਾਂ ਹੀ ਇੱਕ ਸੈਸ਼ਨ ਲਿਆ ਜਾਂਦਾ ਜਿਹਦੇ ਵਿੱਚ ਫਿਜ਼ੀਓਸ ਜਿਹੜੇ ਆ ਉਹ ਇੰਟਰੈਕਟ ਕਰਦੇ ਆ, ਜਿਨ੍ਹਾਂ ਦੀ ਸਰਜਰੀ ਹੋਣੀ ਆ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਤੇ ਉਹਨਾਂ ਨੂੰ ਦੱਸਦੇ ਆ ਕਿ ਤੁਸੀਂ ਕਿਹੜੀਆਂ ਐਕਸਰਸਾਈਜ਼ ਆਪਰੇਸ਼ਨ ਤੋਂ ਬਾਅਦ ਕਰਨੀਆਂ, ਕਿਉਂਕਿ ਆਪਰੇਸ਼ਨ ਤੋਂ ਬਾਅਦ ਇੱਕ ਪਹਿਲੇ 2 ਦਿਨ 3 ਦਿਨ ਤਾਂ ਪੇਨ ਹੁੰਦੀ ਹੈ ਤੇ ਉਸ ਟਾਈਮ ਤੇ ਬੰਦਾ ਸੋਚਦਾ ਕਿ ਨਹੀਂ ਮੈਂ ਐਕਸਰਸਾਈਜ਼ ਨਹੀਂ ਕਰਨੀ ਆ, ਜਾਂ ਸਮਝ ਨਹੀਂ ਆਉਂਦੀ ਉਸ ਟਾਈਮ ਤੇ, ਜਾਂ ਪੇਨ ਐਕਸਰਸਾਈਜ਼ ਕਰਨ ਤੋਂ ਡਰਦਾ ਹੈ, ਤੇ ਜਿਹੜੀ ਪਹਿਲੇ ਐਕਸਰਸਾਈਜ਼ ਦੱਸ ਦਿੰਦੇ ਆ ਤਾਂ ਕਿ ਤੁਸੀਂ ਘਰ ਥੋੜੀ ਪ੍ਰੈਕਟਿਸ ਕਰ ਲਓ, ਤੁਹਾਨੂੰ ਪਤਾ ਚੱਲ ਜਾਏ ਕਿ ਐਕਚੁਅਲੀ ਤੁਸੀਂ ਕਿਹੜੀ ਮੂਵਮੈਂਟ ਜਾਂ ਕਿਹੜੀ ਐਕਸਰਸਾਈਜ਼ ਕਰਨੀ ਆ, ਤੇ ਤੁਹਾਡੀ ਜਿਹੜੀ ਸੋਸ਼ਲ ਹਿਸਟਰੀ ਜਿਹਨੂੰ ਕਹਿੰਦੇ ਆ, ਜਿਵੇਂ ਕਿ ਤੁਹਾਡਾ ਹੋਮ ਐਨਵਾਇਰਨਮੈਂਟ ਕੀ ਹੈ, ਤੁਹਾਡਾ ਕੰਮ ਕਿਸ ਤਰ੍ਹਾਂ ਦਾ ਹੈ, ਤੁਹਾਡੇ ਲਈ ਜਿਹੜਾ ਮੇਨ ਜਿਹੜੇ ਜ਼ਰੂਰਤ ਹੋਏਗੀ ਉਸ ਤੋਂ ਬਾਅਦ 'ਚ ਉਹ ਕੀ ਹੈ ਤੁਹਾਡੀ, ਜਾਂ ਵਾਟ ਮੈਟਰ ਟੂ ਯੂ, ਲਾਈਕ ਕਿ ਕਿਹੜਾ ਕੰਮ ਤੁਹਾਡੇ ਲਈ ਜ਼ਿਆਦਾ ਇੰਪੋਰਟੈਂਟ ਹੈਗਾ ਬਾਅਦ ਵਿੱਚ, ਤੇ ਉਸ ਦੇ ਹਿਸਾਬ ਨਾਲ ਉਹਨਾਂ ਦਾ ਹਿਸਟਰੀ ਲਈ ਜਾਂਦੀ ਹੈ। ਤੇ ਉਸ ਤੋਂ ਬਾਅਦ ਜਦੋਂ ਉਹਨਾਂ ਦਾ ਸਰਜਰੀ ਹੋ ਜਾਂਦੀ ਹੈ ਹਸਪੀਟਲ ਦੇ ਵਿੱਚ
ਵਿਦਿਨ 24 ਆਵਰ ਲਾਈਕ ਡੇ 1 ਤੇ ਹੀ ਜਿਹੜਾ ਪੇਸ਼ੈਂਟ ਹੈਗਾ ਉਹਨੂੰ ਬਿਠਾਇਆ ਜਾਂਦਾ ਜਾਂ ਸਟੈਂਡਿੰਗ ਕਰਾਈ ਜਾਂਦੀ ਹੈ। ਸੋ ਬੇਸਿਕਲੀ ਜਦੋਂ ਨੀ ਰਿਪਲੇਸਮੈਂਟ ਹੁੰਦਾ ਉਹਦੇ ਵਿੱਚ ਪਹਿਲੇ ਤਾਂ ਐਕਸਰਸਾਈਜ਼ ਕਰਵਾ ਕੇ ਵੇਖਿਆ ਜਾਂਦਾ ਕਿ ਫਿਜ਼ੀਓਥੈਰੇਪੀ ਨਾਲ ਅਗਰ ਕੋਈ ਫਰਕ ਨਹੀਂ ਪਿਆ, ਐਕਸਰੇ ਵਗੈਰਾ ਕੀਤੇ ਜਾਂਦੇ ਆ ਜਿਹਦੇ ਵਿੱਚ ਆਂਦਾ ਵੀ ਆਰਥਰਾਈਟਿਸ ਕਾਫੀ ਹੱਦ ਤੱਕ ਵੱਧ ਚੁੱਕਾ ਹੈ ਤੇ ਹੁਣ ਤੇ ਆਪਰੇਸ਼ਨ ਦੀ ਲੋੜ ਪੈਣੀ ਹੈ। ਆਪਰੇਸ਼ਨ ਤੋਂ ਬਾਅਦ ਫਿਜ਼ੀਓਥੈਰੇਪੀ ਦਾ ਜਿਹੜਾ ਮੇਨ ਪਾਰਟ ਹੁੰਦਾ ਹੈ, ਸਭ ਤੋਂ ਵੱਡਾ ਪਾਰਟ ਹੁੰਦਾ ਹੈ ਨੀ ਰਿਪਲੇਸਮੈਂਟ ਦੇ ਵਿੱਚ ਤੇ ਡੈਫੀਨੇਟਲੀ ਆਈ ਵਿਲ ਸੇ, ਤੇ ਉਹਦੇ ਵਿੱਚ ਜਿਹੜੀ ਹੈਗੀ ਹੈ ਕਿਸ ਤਰੀਕੇ ਦੇ ਨਾਲ ਫਿਜ਼ੀਓਥੈਰੇਪੀ ਹੈਲਪ ਕਰਦੇ ਨੇ, ਦੇ ਹੈਵ ਟੂ ਬੀ ਵੈਰੀ ਕਾਮ, ਬਿਕੋਜ਼ ਇੱਕ ਤੇ ਇਹ ਹੁੰਦਾ ਕਿ ਜਿਹੜਾ ਪੇਸ਼ੈਂਟ ਹੈ ਉਹ ਬਹੁਤ ਦਰਦ ਦੇ ਵਿੱਚ ਹੁੰਦਾ ਤੇ ਜਦੋਂ ਇਨਸਾਨ ਦਰਦ ਦੇ ਵਿੱਚ ਹੁੰਦਾ ਉਹ ਚਾਹੁੰਦਾ ਨਹੀਂ ਕਿ ਮੈਂ ਮੂਵਮੈਂਟ ਕੋਈ ਵੀ ਕਰਾਂ, ਐਕਸਰਸਾਈਜ਼ ਕੋਈ ਵੀ ਕਰਾਂ, ਬਸ ਮੈਨੂੰ ਦਵਾਈ ਦੇ ਕੇ ਠੀਕ ਕੀਤਾ ਜਾਏ। ਤੇ ਇਹਦੇ ਵਿੱਚ ਇੱਕ ਬਹੁਤ ਕਾਬਲੀਅਤ ਦੀ ਗੱਲ ਹੁੰਦੀ ਹੈ ਜਦੋਂ ਫਿਜ਼ੀਓਥੈਰੇਪੀ ਇੱਕ ਬ੍ਰੇਨ ਨੂੰ ਚੇਂਜ ਕਰਦੇ ਆ, ਨਹੀਂ ਤੁਹਾਨੂੰ ਐਕਸਰਸਾਈਜ਼ ਕਰਨੀ ਹੈ, ਮੋਟੀਵੇਟ ਕਰਦੇ ਆ, ਉਹ ਸਭ ਤੋਂ ਵੱਡਾ ਆਈ ਵਿਲ ਸੇ ਇੱਕ ਪੇਸ਼ੈਂਟ ਲਈ ਬਹੁਤ ਹੀ ਹਾਰਡ ਹੁੰਦਾ ਹੈ। ਤੇ ਉਹ ਕਈ ਵਾਰੀ ਆਈ ਐਮ ਸ਼ੋਰ ਕਿ ਐਂਗਰੀ ਵੀ ਤੁਹਾਡੇ ਨਾਲ ਹੁੰਦੇ ਹੋਣੇ ਵੀ ਸਾਡੇ ਕੋਲ ਐਕਸਰਸਾਈਜ਼ ਕਿਉਂ ਕਰਾ ਰਹੇ ਨੇ, ਇੰਨਾ ਮੇਰਾ ਦਿਖ ਨਹੀਂ ਰਿਹਾ ਵੀ ਮੇਰਾ ਗੋਡਾ ਸੁੱਜਿਆ ਹੋਇਆ। ਸੋ ਉਸ ਟਾਈਮ ਤੇ ਤੁਸੀਂ ਕੀ ਕਰਦੇ ਹੋ ਜਦੋਂ ਤੁਹਾਨੂੰ ਕੋਈ ਪੇਸ਼ੈਂਟ ਇੱਦਾਂ ਲੱਗਦਾ ਹੈ ਵੀ ਦੇ ਆਰ ਸੇਇੰਗ ਕਿ ਆਈ ਡੋਂਟ ਵਾਂਟ ਟੂ ਡੂ ਐਕਸਰਸਾਈਜ਼? ਤੇ ਮੇਰਾ ਹਾਂਜੀ ਉਹਨਾਂ ਨੂੰ ਜਿੱਦਾਂ ਇਨਕਰੇਜ ਕਰਦੇ ਆ ਕਿ ਤੁਸੀਂ ਐਕਸਰਸਾਈਜ਼ ਜੇ ਜੁਆਇੰਟ ਰਿਪਲੇਸਮੈਂਟ ਹੋ ਗਈ ਪਰ ਸਿਰਫ ਜਿਹੜਾ ਆਪਰੇਸ਼ਨ ਹੈ ਉਹਨੇ ਤੁਹਾਨੂੰ ਵਾਪਸ ਚੱਲਣ ਨਹੀਂ ਲਾਉਣਾ ਹੈ, ਕਿਉਂਕਿ ਜੇ ਤੁਸੀਂ ਐਕਸਰਸਾਈਜ਼ ਨਹੀਂ ਕਰੋਗੇ ਜਾਂ ਫਿਜ਼ੀਓ ਵੱਲੋਂ ਜਿਹੜਾ ਤੁਹਾਨੂੰ ਰੂਟੀਨ ਐਕਸਰਸਾਈਜ਼ ਰੂਟੀਨ ਦਿੱਤਾ ਗਿਆ ਉਹ ਤੁਸੀਂ ਨਹੀਂ ਕਰੋਗੇ ਤਾਂ ਤੁਸੀਂ ਉਹਦਾ ਫੰਕਸ਼ਨ ਨਹੀਂ ਲੈ ਸਕਦੇ, ਕਿਉਂਕਿ ਮੇਨਲੀ ਆਪਾਂ ਜਿਹੜਾ ਜੁਆਇੰਟ ਰਿਪਲੇਸਮੈਂਟ ਕਰਵਾਈ ਸੀਗੀ ਤਾਂ ਕਿ ਅਸੀਂ ਪ੍ਰੋਪਰਲੀ ਚੱਲ ਸਕੀਏ, ਪੌੜੀਆਂ ਚੜ੍ਹ ਸਕੀਏ, ਬੈਠ ਸਕੀਏ ਉੱਚੀ ਨੀਵੀਂ ਜਗ੍ਹਾ ਤੇ ਉਸ ਲਈ ਆਪਾਂ ਆਪਰੇਸ਼ਨ ਕਰਾਇਆ ਸੀ। ਪਰ ਜੇ ਆਪਾਂ ਉਹਦੀ ਵਰਜਿਸ਼ ਹੀ ਨਹੀਂ ਕਰੋਗੇ ਤਾਂ ਆਪਾਂ ਉਸ ਤੋਂ ਉਹ ਕੰਮ ਨਹੀਂ ਲੈ ਸਕਦੇ। ਸੋ ਪਹਿਲੀ ਗੱਲ ਅਸੀਂ ਪੇਸ਼ੈਂਟ ਨੂੰ ਇਹ ਵੀ ਕਹਿੰਦੇ ਹਾਂ ਕਿ ਤੁਸੀਂ ਜੇ ਪੇਨ ਹੋ ਰਹੀ ਹੈ ਜਿਹੜੀ ਕਿ ਆਪਾਂ ਨੂੰ ਐਕਸਰਸਾਈਜ਼ ਕਰਨ ਤੋਂ ਸਟਾਪ ਕਰਦੇ ਆ ਤੇ ਤੁਸੀਂ ਪੇਨ ਰਿਲੀਫ ਮੈਡੀਕੇਸ਼ਨ ਜ਼ਰੂਰ ਲਓ, ਕਿਉਂਕਿ ਜ਼ਿਆਦਾਤਰ ਲੋਕ ਕਹਿੰਦੇ ਕਿ ਥੋੜੀ ਜਿਹੀ ਦਰਦ ਹੈ ਮੈਂ ਸਹਿ ਲੈਣੀ ਹੈ, ਪਰ ਉਹਨੂੰ ਸਹਿਣ ਨਾਲੋਂ ਚੰਗਾ ਕਿ ਤੁਸੀਂ ਮੈਡੀਕੇਸ਼ਨ ਲਓ, ਪੇਨ ਤੁਹਾਡੀ ਘੱਟ ਹੋਏ ਤੇ ਉਸ ਤੋਂ ਬਾਅਦ ਤੁਸੀਂ ਐਕਸਰਸਾਈਜ਼ ਕਰੋ, ਜਿਹੜੀ ਕਿ ਮੇਨ ਇੰਪੋਰਟੈਂਟ ਚੀਜ਼ ਹੈਗੀ ਹੈ ਉਸ ਪਹਿਲੇ ਜਿਹੜੇ ਥੋੜੇ ਦਿਨਾਂ ਦੇ ਵਿੱਚ। ਜੇ ਪੇਨ ਜ਼ਿਆਦਾ ਰਹੇ ਤੁਸੀਂ ਐਕਸਰਸਾਈਜ਼ ਨਹੀਂ ਕਰੋਗੇ ਤਾਂ ਜੁਆਇੰਟ ਉੱਥੇ ਹੀ ਸਟਿਫ ਹੋ ਜਾਏਗਾ। ਸੋ ਬਹੁਤ ਹੀ ਗੁੱਡ ਇਨਫੋਰਮੇਸ਼ਨ ਮਨਪ੍ਰੀਤ ਜੀ ਨੇ ਦਿੱਤੀ ਹੈ ਕਿ ਐਟਲੀਸਟ ਤੁਸੀਂ ਘੰਟਾ ਪਹਿਲੇ ਜੇਕਰ ਆਪਣੀ ਮੈਡੀਕੇਸ਼ਨ ਲੈ ਲਓ ਕੋਈ ਵੀ ਐਕਸਰਸਾਈਜ਼ ਕਰਨ ਤੋਂ ਪਹਿਲੇ, ਤੇ ਉਹਦੇ ਨਾਲ ਇਹ ਹੁੰਦਾ ਕਿ ਤੁਹਾਡੀ ਪੇਨ ਰਿਲੀਫ ਹੋ ਜਾਂਦੀ ਹੈ, ਤੁਹਾਨੂੰ ਰਾਹਤ ਮਿਲ ਜਾਂਦੀ ਹੈ ਤੇ ਤੁਸੀਂ ਆਪਣੀ ਜੋ ਵੀ ਐਕਸਰਸਾਈਜ਼ ਤੁਹਾਨੂੰ ਦੱਸੀ ਗਈ ਹੈ ਫਿਜ਼ੀਓਥੈਰੇਪੀ ਦੇ ਦੁਆਰਾ ਉਹ ਤੁਸੀਂ ਆਰਾਮ ਨਾਲ ਕਰ ਸਕਦੇ ਹੋ, ਕਿਉਂਕਿ ਯੂ ਫੀਲ ਫ੍ਰੀ ਫਰੋਮ ਪੇਨ ਤੇ ਉਹਦਾ ਇਫੈਕਟਿਵਨੈਸ ਵੀ ਜ਼ਿਆਦਾ ਹੁੰਦਾ ਹੈਗਾ। ਸੋ ਇਨਫੈਕਸ਼ਨ ਜੇਕਰ ਹੋਇਆ ਹੋਏ ਤੇ ਉਹਦੇ ਵਿੱਚ ਤੁਸੀਂ ਕਿੰਨੀ ਐਕਸਰਸਾਈਜ਼ ਕਰ ਸਕਦੇ ਹੋ, ਕਿ ਤੁਹਾਨੂੰ ਵੇਟ ਕਰਨੀ ਚਾਹੀਦੀ ਹੈ, ਅਗਰ ਤੁਸੀਂ ਐਂਟੀਬਾਇਓਟਿਕ ਦੇ ਵਿੱਚ ਹੈਗੇ ਹੋ ਲੈ ਰਹੇ ਹੋ ਤੇ ਉਸ ਟਾਈਮ ਦੇ ਵਿੱਚ ਕੀ ਕਰਨਾ ਚਾਹੀਦਾ ਜਿਹੜੇ ਪੇਸ਼ੈਂਟ ਨੂੰ ਇੱਦਾਂ ਹੋਏ? ਕਈ ਵਾਰੀ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਆਪਣਾ ਗੋਡੇ ਨੂੰ ਮੂਵ ਨਹੀਂ ਕਰਨਾ, ਈਵਨ ਦੋ ਦੇ ਹੈਡ ਨੀ ਰਿਪਲੇਸਮੈਂਟ, ਫਿਜ਼ੀਓਥੈਰੇਪੀ ਉਹਨਾਂ ਨੂੰ ਦੱਸਦੇ ਆ ਵੀ ਤੁਸੀਂ ਆਪਣੇ ਮੂਵਮੈਂਟਸ ਜਾਰੀ ਰੱਖਣੇ ਆ, ਪਰ ਜਦੋਂ ਇਨਫੈਕਸ਼ਨ ਹੋ ਜਾਏ ਉਸ ਟਾਈਮ ਤੇ ਕੀ ਕਰਨਾ ਚਾਹੀਦਾ ਹੈ? ਜ਼ਿਆਦਾਤਰ ਇਹ ਜਿਹੜੀ ਡਿਸਕਸ਼ਨ ਹੈਗੀ ਹੈ ਐਮਡੀਡੀ ਟੀਮ ਜਿਹੜੇ ਉਹਨਾਂ ਦੇ ਕੰਸਲਟੈਂਟ ਹੈਗੇ ਆ ਉਹਨਾਂ ਦੇ ਨਾਲ ਵੀ ਡਿਸਕਸ ਕੀਤਾ ਜਾਂਦਾ, ਕਿਉਂਕਿ ਜੇ ਜ਼ਿਆਦਾ ਇਨਫੈਕਸ਼ਨ ਹੈ ਜਾਂ ਸਵੈਲਿੰਗ ਬਹੁਤ ਜ਼ਿਆਦਾ ਹੈ ਕਿ ਜਿਹੜੀ ਇਫੈਕਟ ਕਰ ਸਕਦੀ ਹੈ ਜਾਂ ਕਹਿ ਲਓ ਵੂੰਡ ਜਿਹੜਾ ਹੈਗਾ ਉਹ ਓਪਨ ਹੋਣ ਦੇ ਚਾਂਸਿਸ ਹੈਗੇ ਆ, ਤੇ ਜਿਸ ਤਰ੍ਹਾਂ ਜਿਹੜੇ ਕੰਸਲਟੈਂਟ ਐਡਵਾਈਸ ਕਰਦੇ ਆ ਕਿ 1 ਦਿਨ ਲਈ ਜਾਂ 2 ਦਿਨ ਲਈ ਤੁਸੀਂ ਐਕਸਰਸਾਈਜ਼ ਨਹੀਂ ਕਰਨੀ, ਪਰ ਉਹ ਜੇ ਉਸ ਪਾਰਟ ਨੂੰ ਅਸੀਂ ਛੱਡ ਦਿੰਦੇ ਆ, ਬਾਕੀ ਐਂਕਲ ਦੀ ਐਕਸਰਸਾਈਜ਼ ਹੋ ਗਈ, ਹਿਪ ਦੀ ਐਕਸਰਸਾਈਜ਼ ਹੋ ਗਈ, ਉਹ ਨਾਲ ਜ਼ਰੂਰ ਕਰਦੇ ਆ। ਸੋ ਜੀ ਇਹ ਡਿਪੈਂਡ ਕਰਦਾ ਕਿ ਕਿਵੇਂ ਜਿਹੜੇ ਕੰਸਲਟੈਂਟ ਦੀ ਪਲਾਨ ਕੀ ਹੈਗਾ ਉਹਦੇ ਨਾਲ, ਤਾਂ ਉਹ ਫਿਜ਼ੀਓਜ਼ ਐਂਡ ਕੰਸਲਟੈਂਟ ਜਿਹੜੇ ਆ ਰਿਲੇਟ ਕਰਕੇ ਤੇ ਫਿਰ ਉਸ ਤੋਂ ਬਾਅਦ ਜਿਹੜਾ ਸੈਸ਼ਨ ਕਰਦੇ ਹੈ। ਤੁਸੀਂ ਇੱਕ ਦੱਸੋਗੇ ਵੀ ਜਿੱਦਾਂ ਕਹਿੰਦੇ ਵੀ 3 to 4 ਡੇਜ਼ ਨੀ ਰਿਪਲੇਸਮੈਂਟ ਵਾਲੇ ਜਿਹੜੇ ਪੇਸ਼ੈਂਟ ਨੇ ਉਹਨਾਂ ਨੂੰ ਹਸਪੀਟਲ 'ਚ ਰੱਖਿਆ ਜਾਂਦਾ ਹੈ, ਤੇ ਉਹਨਾਂ ਦਾ ਫਸਟ ਟੂ 4 ਡੇਜ਼ ਕੀ ਪਲਾਨ ਹੁੰਦਾ ਹਸਪੀਟਲ ਦੇ ਵਿੱਚ, ਸਾਡੇ ਵਿਊਅਰਸ ਨੂੰ ਦੱਸੋਗੇ? ਹਾਂਜੀ ਬਿਲਕੁਲ ਜੀ। ਜਿਹੜੇ ਪਹਿਲੇ ਦਿਨ ਜਿਸ ਤਰ੍ਹਾਂ ਕਿ ਪੇਸ਼ੈਂਟ ਜਦੋਂ ਸਰਜਰੀ ਤੋਂ ਬਾਅਦ ਆਉਂਦਾ, ਜਦੋਂ ਉਹਨਾਂ ਦਾ ਐਨਸਥੀਸੀਆ ਜਿਹੜਾ ਖਤਮ ਹੋ ਜਾਂਦਾ, ਕਿ ਜੇ ਅਰਲੀ ਮਾਰਨਿੰਗ ਸਰਜਰੀ ਹੋਈ ਹੈ ਤਾਂ ਈਵਨਿੰਗ ਤੱਕ ਵੀ ਉਹਨਾਂ ਨੂੰ ਥੋੜ੍ਹੀਆਂ ਐਕਸਰਸਾਈਜ਼ ਕਰਾਈਆਂ ਜਾਂਦੀਆਂ ਜਦੋਂ ਕਿ ਸੈਂਸੇਸ਼ਨ ਜਿਹੜੀ ਵਾਪਸ ਆ ਜਾਏ, ਔਰ ਬੈੱਡ ਦੀ ਸਾਈਡ ਤੇ ਬੈਠਣਾ ਜਾਂ ਸਟੈਂਡਿੰਗ ਵੀ ਕਰਾਈ ਜਾਂਦੀ ਹੈ ਕਿ ਕਿਸ ਤਰ੍ਹਾਂ ਜਿਹੜਾ ਉਹਨਾਂ ਦਾ ਪੇਨ ਜੇ ਘੱਟ ਹੈਗੀ ਔਰ ਟੋਲਰੇਟ ਅੱਛੇ ਤਰੀਕੇ ਨਾਲ ਕਰ ਰਹੇ ਆ ਤਾਂ ਸਟੈਂਡਿੰਗ ਵੀ ਕਰਾਈ ਜਾਂਦੀ ਹੈ ਉਸੇ ਸੇਮ ਡੇ ਤੇ। ਅਗਰ ਈਵਨਿੰਗ 'ਚ ਹੋਇਆ ਆਪਰੇਸ਼ਨ ਤਾਂ ਨੈਕਸਟ ਡੇ ਮਾਰਨਿੰਗ ਜਿਹੜੇ ਆ ਤੁਹਾਨੂੰ ਫਿਜ਼ੀਓਸ ਜਿਹੜੇ ਵਾਰਡ ਦੇ ਉੱਪਰ ਮਿਲਣਗੇ ਤੇ ਉਹ ਤੁਹਾਡੀ ਐਕਸਰਸਾਈਜ਼ ਕਰਵਾਉਣਗੇ, ਜਿਹੜੀਆਂ ਨੀ ਦੇ ਅਰਾਊਂਡ ਜਿਹੜੇ ਮਸਲਸ ਹੈਗੇ ਆ ਉਹਨਾਂ ਦੀ ਅਸੈਸਮੈਂਟ ਕਰਨਗੇ ਕਿ ਤੁਹਾਡੀ ਸੈਂਸੇਸ਼ਨ ਨੋਰਮਲ ਹੈਗੀ ਹੈ ਤੇ ਮੂਵ ਕਰ ਸਕਦੇ ਹੋ, ਕੋਈ ਬਲੀਡਿੰਗ ਤਾਂ ਨਹੀਂ ਹੋ ਰਹੀ ਵੂੰਡ ਦੇ ਵਿੱਚੋਂ, ਉਹ ਸਾਰੀ ਅਸੈਸਮੈਂਟ ਕਰਨ ਤੋਂ ਬਾਅਦ ਵਿੱਚ ਫਿਰ ਤੁਹਾਨੂੰ ਬੈੱਡ ਦੀ ਸਾਈਡ ਤੇ ਬਿਠਾਇਆ ਜਾਏਗਾ, ਬੈਂਡ ਕੀਤਾ ਜਾਏਗਾ ਥੋੜਾ ਜਿਹਾ ਨੀ, ਤੇ ਸਟੈਂਡਿੰਗ ਉਹਦੇ ਲਈ ਖੜੇ ਹੋਣ ਦੇ ਨਾਲ ਜਿੱਦਾਂ ਫਰੇਮ ਕਹਿ ਲਓ ਪਹਿਲੇ ਯੂਜ਼ ਕੀਤਾ ਜਾਂਦਾ ਤਾਂ ਕਿ ਤੁਹਾਨੂੰ ਸਪੋਰਟ ਮਿਲ ਸਕੇ ਖੜੇ ਹੋਣ ਲਈ। ਫਿਰ ਹੌਲੀ ਹੌਲੀ ਇਸ ਤਰ੍ਹਾਂ ਤੁਸੀਂ ਥੋੜੇ ਦਿਨ ਜਿੱਦਾਂ ਚੇਅਰ ਤੇ ਬਿਠਾਇਆ ਜਾਏਗਾ, ਫਿਰ ਹੌਲੀ ਹੌਲੀ ਪ੍ਰੋਗਰੈਸ ਕੀਤਾ ਜਾਏਗਾ, ਜਿਵੇਂ ਥੋੜੇ ਸਟੈਪ ਚੱਲਣਾ, ਫਿਰ ਉਸ ਤੋਂ ਅੱਗੇ ਅੱਗੇ ਥੋੜਾ ਵਧਾਉਂਦੇ ਜਾਣਾ। ਤੇ ਜੇ ਤੁਹਾਡੇ ਪੇਨ ਘੱਟ ਹੈ
ਤੇ ਤੁਸੀਂ ਅੱਛੇ ਤਰੀਕੇ ਨਾਲ ਰਿਕਵਰ ਕਰ ਰਹੇ ਹੋ। ਤੇ ਜੇ ਤੁਹਾਨੂੰ ਘਰ ਜਿਵੇਂ ਸਟੇਅਰਸ ਦੀ ਜ਼ਰੂਰਤ ਹੈ ਤਾਂ ਫਿਜ਼ੀਓ ਤੁਹਾਨੂੰ ਸਟੇਅਰਸ ਦੇ ਨਾਲ ਵੀ ਅਸੈਸ ਕਰੇਗਾ। ਤੇ ਜੇ ਤੁਸੀਂ ਫਰੇਮ ਦੇ ਨਾਲ ਬਹੁਤ ਅੱਛਾ ਚੱਲ ਰਹੇ ਹੋ ਤਾਂ ਤੁਹਾਨੂੰ ਕ੍ਰਚਿਸ ਜਿਹੜੀਆਂ ਜੇ ਯੂਜ਼ ਕੀਤੀਆਂ ਜਾ ਸਕਦੀਆਂ ਔਰ ਵਾਕਿੰਗ ਸਟਿਕ ਵੀ ਯੂਜ਼ ਕੀਤੀ ਜਾ ਸਕਦੀ ਹੈ ਜੇ ਤੁਸੀਂ ਪ੍ਰੋਗਰੈਸ ਵਧੀਆ ਤਰੀਕੇ ਨਾਲ ਕਰ ਰਹੇ ਹੋ। ਤੇ ਤੁਹਾਡੀ ਸਟੇਅਰਸ ਦੀ ਅਸੈਸਮੈਂਟ, ਬੈੱਡ ਦੇ ਉੱਪਰ ਬੈਠਣਾ, ਖੜੇ ਹੋਣਾ, ਉਹ ਕਿਸ ਤਰ੍ਹਾਂ ਕਰਨਾ ਹੈ, ਉਹ ਸਾਰੀ ਅਸੈਸਮੈਂਟ ਜਿਹੜੇ ਫਿਜ਼ੀਓਸ ਕਰਦੇ ਹਨ। ਕਈ ਲੋਕੀ ਇੱਕ ਗ੍ਰੀਨ ਜੀ ਚੀਜ਼ ਮਿਲਦੀ ਹੈ ਪੈਰਾਂ 'ਚ ਪਾਉਣ ਵਾਲੀ, ਸਟੋਕਿੰਗ, ਹਾਂਜੀ, ਉਹ ਬਿਲਕੁਲ ਨਹੀਂ ਪਸੰਦ ਕਰਦੇ। ਉਹਦਾ ਕੀ ਪਰਪਸ ਹੁੰਦਾ ਹੈ ਸਟੋਕਿੰਗ ਪਾਉਣ ਦਾ? ਜਿਹੜੇ ਪੇਸ਼ੈਂਟਸ ਦਾ ਨੀ ਰਿਪਲੇਸਮੈਂਟ ਹੁੰਦਾ, ਉਹ ਕਿਉਂ ਪਾਣੀ ਜ਼ਰੂਰੀ ਹੈਗੀ ਆ ਤੇ ਕਿੰਨੇ ਦਿਨ ਤੱਕ ਪਾਣੀ ਚਾਹੀਦੀ ਹੈ? ਇਹ ਜ਼ਿਆਦਾਤਰ ਜਿਹੜੇ ਨਰਸਿੰਗ ਸਟਾਫ ਹੈਗਾ ਉਹ ਦੱਸਦੇ ਆ ਕਿ ਕਿੰਨੇ ਦਿਨ ਤੱਕ ਪਾਣੀ ਹੈ, ਕਿਉਂਕਿ ਜਿਹੜਾ ਇਹਦਾ ਮੇਨ ਫੰਕਸ਼ਨ ਹੈਗਾ ਕਲੌਟਸ ਜਿਹੜੇ ਤੁਹਾਡੀ ਬਾਡੀ ਦੇ ਵਿੱਚ ਬਣ ਜਾਂਦੇ ਉਹਨਾਂ ਨੂੰ ਪ੍ਰੀਵੈਂਟ ਕਰਨ ਲਈ ਹੁੰਦਾ। ਕਿਉਂਕਿ ਤੁਸੀਂ ਚੱਲ ਨਹੀਂ ਰਹੇ, ਬੈੱਡ ਦੇ ਵਿੱਚ ਹੈਗੇ ਹੋ ਤੇ ਮਸਲਸ ਦੀ ਮੂਵਮੈਂਟ ਨਹੀਂ ਹੋ ਰਹੀ, ਜਿਹੜੇ ਮੇਨਲੀ ਕਾਫ ਮਸਲਸ ਜਿਹੜੇ ਹੈਗੇ ਆਪਣੇ ਪਿੰਨੀਆਂ ਜਿਹਨੂੰ ਕਹਿ ਦਿੰਦੇ ਆ, ਤੇ ਉਹਨਾਂ ਦੀ ਮੂਵਮੈਂਟ ਨਹੀਂ ਹੋ ਰਹੀ ਤਾਂ ਉੱਥੇ ਚਾਂਸਿਸ ਹੁੰਦੇ ਆ ਕਲੌਟ ਬਣਨ ਦੇ। ਤੇ ਜਿਹੜੀ ਕੰਪਰੈਸ਼ਨ ਸਟੋਕਿੰਗ ਹੁੰਦੀ ਹੈ, ਜਦੋਂ ਤੁਹਾਡੇ ਜਿਹੜੀ ਲੈਗ ਹੈ ਉਹਨੂੰ ਪੂਰਾ ਟਾਈਟ ਕਰਕੇ ਰੱਖਦੀ ਹੈ ਤੇ ਉਹਦੇ ਨਾਲ ਤੁਹਾਡੇ ਬਲੱਡ ਦਾ ਜਿਹੜਾ ਪ੍ਰੈਸ਼ਰ ਹੈ, ਫਲੋ ਹੈ, ਉਹ ਜ਼ਿਆਦਾ ਵਧੀਆ ਰਹਿੰਦਾ। ਤੇ ਅਗਰ ਬਲੱਡ ਫਲੋ ਨਹੀਂ ਕਰੇਗਾ, ਕਲੌਟ ਬਣੇਗਾ ਤੇ ਜਿਹੜਾ ਕਿ ਸਾਨੂੰ ਬਾਅਦ ਵਿੱਚ ਪ੍ਰੋਬਲਮ ਕਰ ਸਕਦਾ। ਉਹ ਕਲੌਟ ਜਿਹੜਾ ਉੱਥੋਂ ਮੂਵ ਹੋ ਕੇ ਬ੍ਰੇਨ 'ਚ ਜਾ ਸਕਦਾ, ਲੰਗਸ 'ਚ ਜਾ ਸਕਦਾ, ਕਿ ਜਿਹਦੇ ਨਾਲ ਪ੍ਰੋਬਲਮ ਹੋ ਸਕਦੀ ਹੈ। ਸੋ ਜਦੋਂ ਇਨਫੈਕਸ਼ਨ ਅਗਰ ਕਿਸੇ ਨੂੰ ਨੀ ਦਾ ਹੁੰਦਾ ਤੇ ਉਹਦੇ ਵਿੱਚ ਕਿਹੜੇ ਸਾਈਨ ਹੁੰਦੇ ਆ ਜੋ ਸਾਨੂੰ ਦੇਖਣੇ ਚਾਹੀਦੇ ਆ ਵੀ ਸਾਡੇ ਗੋਡੇ ਦਾ ਆਪਰੇਸ਼ਨ ਹੋਇਆ ਤੇ ਹੋ ਸਕਦਾ ਸਾਨੂੰ ਇਨਫੈਕਸ਼ਨ ਹੋਏ? ਉਹ ਕੁਝ ਜਿਹੜਾ ਸਾਨੂੰ ਨਜ਼ਰ ਆਉਂਦਾ ਹੋਏ, ਸਾਈਨ ਨਜ਼ਰ ਆਉਂਦੇ ਹੋਣ, ਉਹ ਤੁਸੀਂ ਦੱਸੋਗੇ? ਜਿਸ ਤਰ੍ਹਾਂ ਕਿ ਜਿਹੜਾ ਜੁਆਇੰਟ ਜਿੱਥੇ ਆਪਰੇਸ਼ਨ ਹੋਇਆ ਉਹਦੇ ਅਰਾਊਂਡ ਟੈਂਪਰੇਚਰ ਥੋੜਾ ਰੇਜ਼ ਹੋ ਰਿਹਾ। ਅਗਰ ਤੁਸੀਂ ਹੱਥ ਦਾ ਟੱਚ ਕਰਕੇ ਦੇਖੋਗੇ ਤਾਂ ਤੁਹਾਨੂੰ ਉਸ ਏਰੀਆ ਦਾ ਟੈਂਪਰੇਚਰ ਜਿਹੜਾ ਦੂਸਰੇ ਬਾਡੀ ਪਾਰਟਸ ਦੇ ਨਾਲੋਂ ਜ਼ਿਆਦਾ ਲੱਗੇਗਾ। ਰੈਡਨੈਸ ਹੋ ਸਕਦੀ ਹੈ ਉਸ ਏਰੀਆ ਦੇ ਅਰਾਊਂਡ, ਬਲੀਡਿੰਗ ਹੋ ਸਕਦੀ ਹੈ ਜੇ ਆਪਰੇਸ਼ਨ ਜਿਹੜਾ ਸਾਈਟ ਹੈ ਉਸ ਤੋਂ ਬਲੱਡ ਜ਼ਿਆਦਾ ਨਿਕਲ ਸਕਦਾ ਹੈਗਾ। ਤੇ ਜਿਹੜਾ ਕਹਿ ਲਓ ਕਿ ਸਵੈਲਿੰਗ ਕਾਫੀ ਜ਼ਿਆਦਾ ਹੋ ਸਕਦੀ ਹੈ। ਤੇ ਔਰ ਜਦੋਂ ਤੁਸੀਂ ਮੂਵ ਕਰ ਰਹੇ ਹੋ ਉਸ ਜੁਆਇੰਟ ਨੂੰ, ਪੇਨ ਜਿਹੜੀ ਆ ਬਹੁਤ ਜ਼ਿਆਦਾ ਹੈਗੀ ਹੈ। ਸੋ ਇਹ ਜਿਹੜੇ ਪਹਿਲੇ ਜਿਹੜੇ ਸਾਈਨ ਹੈਗੇ ਆ। ਤੇ ਜੇ ਤੁਹਾਨੂੰ ਟੈਂਪਰੇਚਰ ਨਾਲ ਰਹਿਣ ਲੱਗ ਗਿਆ ਤੇ ਉਹ ਵੀ ਤੁਹਾਨੂੰ ਜਦੋਂ ਬੁਖਾਰ ਜਿਹੜਾ ਹੁੰਦਾ ਤੇ ਜਦੋਂ ਇਨਫੈਕਸ਼ਨ ਹੋਵੇ ਬਾਡੀ ਦੇ ਵਿੱਚ ਉਹਦੇ ਨਾਲ ਹੁੰਦਾ। ਕਦੋਂ ਐਮਰਜੈਂਸੀ ਹੈਲਪ ਚਾਹੀਦੀ ਹੁੰਦੀ ਹੈ ਨੀ ਰਿਪਲੇਸਮੈਂਟ ਦੇ ਵਿੱਚ? ਤੁਹਾਨੂੰ ਲੱਗਦਾ ਵੀ ਜੇਕਰ ਇਨਫੈਕਸ਼ਨ ਹੋਇਆ ਕਿਸ ਟਾਈਮ ਤੇ ਇੱਕ ਪੇਸ਼ੈਂਟ ਨੂੰ ਐਮਰਜੈਂਸੀ ਕੋਲ ਕਰਨਾ ਚਾਹੀਦਾ ਜਾਂ ਉਹਨਾਂ ਨੂੰ ਜ਼ਿਆਦਾ ਸੁਚੇਤ ਰਹਿਣ ਦੀ ਲੋੜ ਹੈਗੀ ਆ? ਜ਼ਿਆਦਾਤਰ ਇਹ ਜਿਹੜੇ ਚਾਂਸਸ ਹੈਗੇ ਇਨਫੈਕਸ਼ਨ ਦੇ ਇਨੀਸ਼ੀਅਲ ਸਟੇਜ ਦੇ ਵਿੱਚ ਜਦੋਂ ਹਸਪੀਟਲ 'ਚ ਹੁੰਦੇ ਆ, ਉਸ ਟਾਈਮ ਤੇ ਜ਼ਿਆਦਾ ਛੇਤੀ ਪਤਾ ਲੱਗ ਜਾਂਦੇ ਆ ਔਰ ਉਸ ਟਾਈਮ ਤੇ ਨਰਸਿਸ ਔਰ ਡਾਕਟਰਸ ਤੁਹਾਡੇ ਅਰਾਊਂਡ ਹੁੰਦੇ ਆ, ਕਿਉਂਕਿ ਉਹੀ ਟਾਈਮ ਹੁੰਦਾ ਜਦੋਂ ਤੁਹਾਡਾ ਜੁਆਇੰਟ ਓਪਨ ਹੋਇਆ ਸੀਗਾ ਤੇ ਉਦੋਂ ਚਾਂਸਸ ਹੁੰਦੇ ਆ ਕਿ ਇਨਫੈਕਸ਼ਨ ਹੋਈ ਹੋਵੇ। ਤਾਂ ਉਹ ਉਸੇ ਟਾਈਮ ਹੀ ਤੁਹਾਨੂੰ ਜਿਹਨਾਂ ਨੂੰ ਪਿਕ ਕਰ ਲੈਂਦੇ ਆ ਕਿ ਪਤਾ ਲੱਗ ਜਾਂਦਾ ਕਿ ਹੁਣ ਇਸ ਜੁਆਇੰਟ ਦੇ ਵਿੱਚ ਜਿਹੜੀ ਇਨਫੈਕਸ਼ਨ ਹੋਈ ਹੈ ਤੇ ਉਸ ਦੇ ਨਾਲ ਦੀ ਨਾਲ ਹੀ ਡਾਕਟਰਸ ਜਿਹੜੇ ਆ ਸ਼ੁਰੂ ਕਰ ਦਿੰਦੇ ਆ ਮੈਡੀਕੇਸ਼ਨ, ਜਿਵੇਂ ਐਂਟੀਬਾਇਓਟਿਕ ਸ਼ੁਰੂ ਕਰ ਦਿੰਦੇ ਆ। ਪਰ ਜੇਕਰ ਤੁਸੀਂ ਘਰ ਹੋ, ਅਗਰ ਤੁਹਾਨੂੰ ਫਿਰ ਵੀ ਲੱਗੇ ਕਿ ਜਿੱਦਾਂ ਉਹਦਾ ਟੈਂਪਰੇਚਰ ਵਧਿਆ ਹੋਇਆ, ਰੈਡਨੈਸ ਹੈ ਔਰ ਸਵੈਲਿੰਗ ਬਹੁਤ ਜ਼ਿਆਦਾ ਹੋਈ ਹੈ, ਤਾਂ ਇਮੀਡੀਏਟ ਹੀ ਤੁਸੀਂ ਆਪਣੇ GP ਨੂੰ ਜਾਂ ਕੰਸਲਟੈਂਟ ਨੂੰ ਕਾਲ ਕਰ ਸਕਦੇ ਹੋ। ਸੋ ਕੁਝ ਵੀ ਤੁਹਾਨੂੰ ਇੱਦਾਂ ਲੱਗੇ ਵੀ ਜੋ ਠੀਕ ਨਹੀਂ ਹੈ ਜਾਂ ਬਹੁਤ ਜ਼ਿਆਦਾ ਦਰਦ ਹੈ ਜਾਂ ਸੋਜਸ ਬਹੁਤ ਜ਼ਿਆਦਾ, ਰੈਡਨੈਸ ਬਹੁਤ ਜ਼ਿਆਦਾ ਜਾਂ ਟੈਂਪਰੇਚਰ ਹੱਥ ਲਾਉਂਦੇ ਹੋ ਗਰਮੈਸ਼ ਕਾਫੀ ਮਹਿਸੂਸ ਹੁੰਦੀ ਹੈ, ਤੇ ਉਸ ਟਾਈਮ ਤੇ ਤੁਸੀਂ ਜਾਂ ਤੇ ਆਪਣੇ ਫਿਜ਼ੀਓ ਨਾਲ ਕਹਿ ਸਕਦੇ ਹੋ ਵੀ ਮੈਨੂੰ ਇਹ ਕੰਸਰਨ ਹੈ, ਜਾਂ ਕਮਿਊਨਿਟੀ ਨਰਸ ਜਿਹੜੀ ਹੁੰਦੀ ਹੈ ਉਹ ਵੀ ਤੁਹਾਨੂੰ ਦੱਸ ਸਕਦੀ ਹੈ ਵੀ ਤੁਹਾਨੂੰ ਕੀ ਕਰਨਾ ਚਾਹੀਦਾ ਹੈ। ਲੇਟੈਸਟ ਸਟੇਜ ਦੇ ਵਿੱਚ ਤੁਹਾਡਾ ਆਪਣਾ ਕੰਸਲਟੈਂਟ ਦੇ ਨਾਲ ਵੀ ਤੁਹਾਡੀ ਅਪਾਇੰਟਮੈਂਟ ਹੁੰਦੀ ਹੈ, ਉਹ ਕਿੰਨੇ ਕੁ ਚਿਰ ਬਾਅਦ ਹੁੰਦੀ ਹੈ ਜਿਹੜੀ ਅਪਾਇੰਟਮੈਂਟ ਹੁੰਦੀ ਹੈ ਕੰਸਲਟੈਂਟ ਦੇ ਨਾਲ? ਇਹ ਜੀ ਡਿਪੈਂਡ ਕਰਦਾ ਹਰ ਕੇਸ ਦੇ ਉੱਪਰ। ਕਈ ਵਾਰੀ ਤਾਂ ਵਿਦਿਨ 10 ਡੇਜ਼ ਹੁੰਦੀ ਹੈ, ਕਿਉਂਕਿ ਸਿਊਚਰ ਜਿਹੜੇ ਆ ਸਟਿਚ ਰਿਮੂਵ ਕਰਨੇ ਹੁੰਦੇ ਆ, ਉਹ ਤੁਹਾਡੇ GP ਦੇ ਨਾਲ ਪਹਿਲੀ ਅਪਾਇੰਟਮੈਂਟ ਹੁੰਦੀ ਹੈ। ਤੇ ਉਸ ਤੋਂ ਬਾਅਦ ਅਗਰ ਕੋਈ ਪ੍ਰੋਬਲਮ ਹੁੰਦੀ ਹੈ ਤਾਂ GP ਤੁਹਾਨੂੰ ਰੈਫਰ ਕਰ ਦਿੰਦਾ ਕਿ ਕੰਸਲਟੈਂਟ ਨੂੰ ਦੁਬਾਰਾ ਮਿਲੋ। ਕਈ ਵਾਰੀ 4 to 6 ਵੀਕ ਦੇ ਵਿੱਚ ਵੀ ਹੁੰਦੀ ਹੈ ਔਰ ਕਈ ਵਾਰੀ 3 to 4 ਵੀਕਸ ਦੇ ਵਿੱਚ ਵੀ ਆ ਜਾਂਦੀ ਹੈ। ਸੋ ਡਿਪੈਂਡਿੰਗ ਕਿ ਹਰੇਕ ਪੇਸ਼ੈਂਟ ਦਾ ਕਿੰਨਾ ਹੈਗਾ ਟਾਈਮ, ਕਿੰਨੀ ਹੀਲਿੰਗ, ਹਰੇਕ ਇਨਸਾਨ ਦੀ ਹੀਲਿੰਗ ਦਾ ਟਾਈਮ ਵੀ ਡਿਫਰੈਂਟ ਹੁੰਦਾ ਹੈ। ਤੇ ਇਹਦੇ ਵਿੱਚ ਇੱਕ ਹੋਰ ਮੈਂ ਗੱਲ ਪੁੱਛਣਾ ਚਾਹਾਂਗੀ ਕਿ OTs ਕੀ ਪਾਰਟ ਪਲੇ ਕਰਦੇ ਆ? ਜਦੋਂ OTs ਜਿਹੜੇ ਹੁੰਦੇ ਆ, ਆਕੂਪੇਸ਼ਨਲ ਥੈਰੇਪਿਸਟ ਜਿਹਨੂੰ ਆਪਾਂ ਕਹਿੰਦੇ ਆ, ਉਹ ਕੀ ਅਬਜ਼ਰਵ ਕਰਦੇ ਆ ਇੱਕ ਡਿਸਚਾਰਜ ਹੋਣ ਤੋਂ ਪਹਿਲਾਂ ਫਿਜ਼ੀਓਥੈਰੇਪੀ ਦੇ ਨਾਲ ਕਿ ਇਹ ਇਨਸਾਨ ਹੁਣ ਘਰ ਜਾ ਸਕਦਾ ਹੈ, ਪੇਸ਼ੈਂਟ ਇਜ਼ ਅਲਾਉਡ ਟੂ ਗੋ ਹੋਮ? ਉਹ ਕੀ ਅਬਜ਼ਰਵੇਸ਼ਨ ਹੁੰਦੀਆਂ ਨੇ ਇੱਕ ਪੇਸ਼ੈਂਟ ਨੂੰ ਡਿਸਚਾਰਜ ਕਰਨ ਵਾਸਤੇ? ਉਹ ਮੇਨਲੀ ਜਿਹੜੇ ਆਕੂਪੇਸ਼ਨ ਥੈਰੇਪਿਸਟ ਹੈ ਉਹ ਅਸੈਸ ਕਰਦੇ ਕਿ ਫੰਕਸ਼ਨ ਕਿਵੇਂ ਦਾ ਹੈਗਾ। ਜਿਵੇਂ ਤੁਸੀਂ ਘਰ ਪਹਿਲੇ ਕੀ ਕੰਮ ਕਰਦੇ ਸੀਗੇ ਤੇ ਹੁਣ ਤੁਸੀਂ ਉਹ ਕੰਮ ਕਰਨ ਦੇ ਏਬਲ ਹੈਗੇ ਆ ਕਿ ਨਹੀਂ ਹੈਗੇ, ਔਰ ਅਗਰ ਤੁਹਾਨੂੰ ਕੋਈ ਐਡਜਸਟਮੈਂਟ ਦੀ ਘਰ 'ਚ ਜ਼ਰੂਰਤ ਹੈ। ਫੋਰ ਐਗਜ਼ਾਮਪਲ ਤੁਸੀਂ ਪਹਿਲੇ ਸੀੜੀਆਂ ਚੜ੍ਹਦੇ ਸੀ ਘਰ ਤੇ ਹੁਣ ਤੁਹਾਡੇ ਕੋਲ ਸੀੜੀਆਂ ਸਿਰਫ ਰੇਲ ਨੂੰ ਪਕੜ ਕੇ ਚੜ੍ਹ ਸਕਦੇ ਹੋ, ਤੇ ਉਹ ਉੱਥੋਂ ਤੁਹਾਨੂੰ ਦੱਸਣਗੇ ਕਿ ਤੁਹਾਨੂੰ ਰੇਲ ਚਾਹੀਦੀ ਹੈ ਘਰ ਜਾਣ ਲਈ, ਤਾਂ ਸੋਸ਼ਲ ਸਰਵਿਸਿਜ਼ ਦੇ ਥਰੂ, ਔਰ ਅਗਰ ਤੁਸੀਂ ਕਰ ਸਕਦੇ ਹੋ ਤੇ ਉਹ ਤੁਹਾਨੂੰ ਦੱਸਣਗੇ ਕਿ ਤੁਸੀਂ ਰੇਲ ਜ਼ਰੂਰ ਲਗਵਾਉਣੀ ਹੈ ਘਰ ਜਾਣ ਤੋਂ ਪਹਿਲੇ। ਜਿਵੇਂ ਕਿ ਟੋਇਲਟ ਸੀਟਸ ਜਿਹੜੀਆਂ ਲੋ ਹੁੰਦੀਆਂ ਤੇ ਉਸ ਤੋਂ ਬੈਠਣਾ ਉੱਠਣਾ ਕਾਫੀ ਮੁਸ਼ਕਿਲ ਹੁੰਦਾ, ਉਹਦੇ ਲਈ ਤੁਹਾਨੂੰ ਹੋਰ ਇਕਵਿਪਮੈਂਟ ਦਿੱਤੇ ਜਾਣਗੇ ਕਿ ਜਿਹਦੇ ਨਾਲ ਤੁਹਾਡੀ ਜਿਹੜੀ ਹੈ ਟੋਇਲਟ ਸੀਟ ਦੀ ਹਾਈਟ ਜਿਹੜੀ ਹੈ ਐਡਜਸਟ ਹੋ ਜਾਏ ਤੇ ਤੁਸੀਂ ਉਸ ਤੋਂ ਈਜ਼ੀਲੀ ਉੱਠ ਬੈਠ ਸਕੋ।
ਤੇ ਇਸ ਤਰ੍ਹਾਂ ਦੇ ਕਾਫੀ ਸਾਰੇ ਇਕਵਿਪਮੈਂਟ ਜਿਹੜੇ ਹੈਗੇ ਆ ਆਕੂਪੇਸ਼ਨ ਥੈਰੇਪਿਸਟ ਜਿਹੜੇ ਪ੍ਰੋਵਾਈਡ ਕਰਵਾਉਂਦੇ ਆ ਤੇ ਜਿਹਦੇ ਨਾਲ ਤੁਹਾਡਾ ਜਿਹੜਾ ਘਰ ਜਾ ਕੇ ਤੁਸੀਂ ਜਿੰਨੇ ਵੱਧ ਤੋਂ ਵੱਧ ਇੰਡੀਪੈਂਡੈਂਟ ਹੋ ਸਕੋ। ਸੋ ਕਈ ਵਾਰੀ ਦੇਖਣ ਚ ਆਇਆ ਕਿ ਜਿਹੜੇ ਪੇਸ਼ੈਂਟ ਹੁੰਦੇ ਆ ਉਹਨਾਂ ਦੀ ਕੋਈ ਲੁੱਕ ਆਫਟਰ ਕਰਨ ਵਾਲਾ ਨਹੀਂ ਹੁੰਦਾ, ਇਸ ਕਰਕੇ ਵੀ ਉਹ ਕਹਿੰਦੇ ਵੀ ਅਸੀਂ ਨੀ ਰਿਪਲੇਸਮੈਂਟ ਨਹੀਂ ਕਰਾਣੀ। ਉਸ ਵਿੱਚ ਕਿੰਨਾ ਜਿਹੜੇ ਮੈਡੀਕਲ ਟੀਮ ਹੈ ਹੈਲਪਫੁਲ ਹੁੰਦੀ ਹੈ, ਕਿੰਨੀ ਕੁ ਮਦਦ ਕਰਦੀ ਹੈ ਫਿਜ਼ੀਓਥੈਰੇਪੀ ਦੇ ਨਾਲ ਮਿਲ ਕੇ ਉਹ ਪੇਸ਼ੈਂਟ ਨੂੰ ਆਪਰੇਸ਼ਨ ਕਰਾਉਣ ਦੇ ਵਿੱਚ ਤੇ ਬਾਅਦ ਦੇ ਵਿੱਚ ਮਦਦ ਪ੍ਰੋਵਾਈਡ ਕਰਨ ਦੇ ਵਿੱਚ? ਹਾਂਜੀ, ਜਿਸ ਤਰ੍ਹਾਂ ਕਿ ਕੋਈ ਸਰਜਰੀ ਜਿਹੜੀ ਪਲਾਨ ਸਰਜਰੀ ਹੁੰਦੀ ਹੈ, ਜਿਸ ਤਰ੍ਹਾਂ ਇਹ ਇਲੈਕਟਿਵ ਸਰਜਰੀਜ਼ ਹੈਗੀਆਂ, ਮੇਨਲੀ ਇਹਦੇ ਵਿੱਚ ਪਹਿਲਾਂ ਦੇਖਿਆ ਜਾਂਦਾ ਕਿ ਪੇਸ਼ੈਂਟ ਦਾ ਫੰਕਸ਼ਨ ਕੀ ਹੈ, ਕਿ ਇੰਡੀਪੈਂਡੈਂਟ ਹੈਗੇ ਆ, ਆਪਣੇ ਆਪ ਨੂੰ ਕੇਅਰ ਕਰ ਸਕਦੇ ਆ ਕਿ ਨਹੀਂ, ਔਰ ਆਲਰੇਡੀ ਉਹਨਾਂ ਕੋਲੇ ਕੋਈ ਕੇਅਰਰਸ ਜਾਂ ਇਸ ਤਰ੍ਹਾਂ ਦੀ ਕੋਈ ਸਪੋਰਟ ਅਵੇਲੇਬਲ ਹੈ। ਪਰ ਜੇਕਰ ਜਿੱਦਾਂ ਪਹਿਲੇ ਉਹ ਠੀਕ ਸੀਗੇ, ਸਾਰੇ ਕੰਮ ਆਪ ਕਰ ਰਹੇ ਸੀਗੇ, ਪਰ ਜਦੋਂ ਡਿਸਚਾਰਜ ਹੋਇਆ ਤੇ ਉਹਨਾਂ ਨੂੰ ਲੱਗਦਾ ਕਿ ਹਜੇ ਮੈਂ ਮੈਨੇਜ ਨਹੀਂ ਕਰ ਸਕਦਾ, ਜਿਵੇਂ ਕਿ ਆਪਣਾ ਵਾਸ਼ ਐਂਡ ਡਰੈਸ ਹੋ ਗਿਆ ਜਾਂ ਮੀਲਸ ਦੇ ਟਾਈਮ ਤੇ ਆਪਣੇ ਆਪ ਨੂੰ ਨਹੀਂ ਮੈਨੇਜ ਕਰ ਸਕਦੇ, ਤਾਂ ਉਸ ਟਾਈਮ ਤੇ ਜਿਹੜਾ ਕਹਿ ਲਓ ਪੈਕੇਜ ਆਫ ਕੇਅਰ ਜਿਹੜਾ ਉਹ ਪ੍ਰੋਵਾਈਡ ਕੀਤਾ ਜਾਂਦਾ ਥੋੜੇ ਦਿਨ ਲਈ, ਜਿਵੇਂ 2 ਵੀਕ ਲਈ ਹੋ ਗਿਆ, 4 ਲਈ ਹੋ ਗਿਆ, ਕਿ ਜਿੰਨੇ ਦਿਨਾਂ 'ਚ ਤੁਸੀਂ ਦੁਬਾਰਾ ਆਪਣੇ ਆਪ ਤੇ ਇੰਡੀਪੈਂਡੈਂਟ ਹੋ ਜਾਓ, ਉਨੀ ਦੇਰ ਲਈ ਤੁਹਾਨੂੰ ਸਪੋਰਟ ਜਿਹੜੀ ਹੈ ਘਰ ਜਿਵੇਂ ਫਿਜ਼ੀਓਜ਼ ਵੀ ਮਿਲਦੇ ਆ ਤੇ ਨਾਲ ਨਾਲ ਨਰਸਿਸ ਵੀ ਮਿਲ ਜਾ ਸਕਦੇ ਆ ਕਿ ਤੁਹਾਡਾ ਜਿਹੜਾ ਵੂੰਡ ਹੈਗਾ ਉਹਦੀ ਚੈੱਕ ਕੀਤਾ ਜਾਏ, ਕੋਈ ਇਨਫੈਕਸ਼ਨ ਤਾਂ ਨਹੀਂ ਹੋਈ, ਔਰ ਅਗਰ ਤੁਹਾਨੂੰ ਡਰੈਸਿੰਗ ਦੀ ਲੋੜ ਹੈ ਉਹਦੇ ਲਈ ਨਰਸਿਸ ਵੀ ਮਿਲਦੇ ਆ। ਤੇ ਹਰ ਹਸਪੀਟਲ ਦੇ ਜਿਸ ਤਰ੍ਹਾਂ ਇਹ ਟੀਮਸ ਬਣਾਈਆਂ ਹੁੰਦੀਆਂ, ਤੇ ਅਗਰ ਤੁਹਾਨੂੰ ਜ਼ਰੂਰਤ ਹੈਗੀ ਹੈ ਤਾਂ ਜ਼ਰੂਰ ਜਿਹੜੇ ਫਿਜ਼ੀਓਜ਼ ਹੈਗੇ ਆ ਜਾਂ OTs ਹੈਗੇ ਆ ਔਰ ਨਰਸਿਸ ਉਹ ਤੁਹਾਨੂੰ ਪਹਿਲੇ ਹੀ ਰੈਫਰ ਕਰ ਦਿੰਦੇ ਆ ਕਿ ਕਿਸ ਤਰ੍ਹਾਂ ਦੀ ਸਪੋਰਟ ਤੁਹਾਨੂੰ ਡਿਸਚਾਰਜ ਦੇ ਉੱਪਰ ਚਾਹੀਦੀ ਹੈ। ਸੋ ਬੇਸਿਕਲੀ ਮਨਪ੍ਰੀਤ ਜੀ, ਤੁਸੀਂ ਕਹਿ ਰਹੇ ਹੋ ਕਿ ਜਦੋਂ ਸਾਡਾ ਆਊਟ ਪੇਸ਼ੈਂਟ ਡਿਪਾਰਟਮੈਂਟ ਦੇ ਵਿੱਚ ਜਿਹੜੀ ਸਾਡੀ ਅਪਾਇੰਟਮੈਂਟ ਹੁੰਦੀ ਹੈ, ਉਹਦੇ ਵਿੱਚ ਜਦੋਂ ਅਸੀਂ ਜਾਂਦੇ ਹਾਂ ਤੇ ਉੱਥੇ ਸਾਡੀ ਨਰਸਾਂ ਦੇ ਨਾਲ ਜਿਹੜੀ ਗੱਲਬਾਤ ਹੁੰਦੀ ਹੈ ਉਹਦੇ ਵਿੱਚ ਅਸੀਂ ਦੱਸ ਸਕਦੇ ਹਾਂ ਵੀ ਸਾਨੂੰ ਇਹ ਜ਼ਰੂਰਤ ਹੈ ਕਿ ਆਪਰੇਸ਼ਨ ਤੋਂ ਬਾਅਦ ਇਹ ਚੀਜ਼ਾਂ ਸਾਡੇ ਲਈ ਹੋਣੀਆਂ ਚਾਹੀਦੀਆਂ, ਤਾਂ ਹੀ ਅਸੀਂ ਇੱਕ ਆਪਰੇਸ਼ਨ ਕਰ ਸਕਦੇ ਹਾਂ, ਜਿਹਦੇ ਵਿੱਚ ਮੈਡੀਕਲ ਹਿਸਟਰੀ ਵੀ ਓਬਵੀਅਸਲੀ ਉਹ ਹੁੰਦੀ ਹੈ। ਤੇ ਉਹਦੇ ਵਿੱਚ ਡਿਸਚਾਰਜ ਦਾ ਸਪੈਸ਼ਲੀ ਪੁੱਛਿਆ ਜਾਂਦਾ ਹੈ ਵੀ ਜੇਕਰ ਤੁਹਾਡੇ ਕੋਲ ਕੋਈ ਲੁੱਕ ਆਫਟਰ ਕਰਨ ਵਾਸਤੇ ਕੋਈ ਘਰ ਦੇ ਵਿੱਚ ਹੈਗਾ ਕਿ ਨਹੀਂ ਹੈਗਾ, ਤੇ ਤੁਸੀਂ ਆਉਣਾ ਕਿੱਦਾਂ ਹਸਪੀਟਲ, ਤੇ ਜਦੋਂ ਡਿਸਚਾਰਜ ਕੀਤਾ ਜਾਏਗਾ ਤੁਹਾਨੂੰ ਕੌਣ ਲੈਣ ਵਾਸਤੇ ਆਏਗਾ। ਸੋ ਇਹ ਗੱਲਾਂ ਦਾ ਸਾਰਾ ਧਿਆਨ ਰੱਖ ਕੇ ਇੱਕ ਨਰਸ ਇਹ ਪਲਾਨ ਕਰਦੀ ਹੈ ਤੇ ਗਾਂ ਕੰਸਲਟੈਂਟ ਤੇ ਹੋਰ ਜਿਹੜੀ ਟੀਮ ਹੈ ਤੁਹਾਡੀ ਮਦਦ ਕਰਦੀ ਹੈ ਤੁਹਾਨੂੰ ਸਹੀ ਰੂਪ ਦੇ ਵਿੱਚ ਜਿਹੜੀ ਹੈਗੀ ਆ ਨੀ ਰਿਪਲੇਸਮੈਂਟ ਸਰਜਰੀ ਕਰਾਉਣ ਦੇ ਵਿੱਚ। ਤੇ ਇੱਕ ਮੇਨ ਹੋਰ ਇੱਕ ਰੀਜ਼ਨ ਹੁੰਦਾ ਹੈ ਕਿ ਜਿਹੜੇ ਸਾਡੇ ਬਜ਼ੁਰਗ ਨੇ ਸਪੈਸ਼ਲੀ ਉਹ ਇਹ ਬਹੁਤ ਡਰਦੇ ਨੇ ਵੀ ਸਾਡੇ ਘਰ ਕੋਈ ਆਏਗਾ ਫਿਜ਼ੀਓਥੈਰੇਪੀ, ਕੋਈ ਸਪੈਸ਼ਲ ਯੂਨੀਫਾਰਮ ਹੁੰਦੀ ਹੈ ਜਾਂ ਉਹਨਾਂ ਨੂੰ ਕੀ ਦੇਖਣਾ ਚਾਹੀਦਾ ਆਪਣੇ ਘਰ ਦੇ ਵਿੱਚ ਕਿਸੇ ਨੂੰ ਐਂਟਰ ਕਰਨ ਤੋਂ ਪਹਿਲਾਂ? ਨੋਰਮਲੀ ਜਿਹੜਾ ਵੀ ਟਾਈਮ ਸੈੱਟ ਜਿਹੜਾ ਕੀਤਾ ਜਾਂਦਾ ਹੈਗਾ, ਤਾਂ ਫਿਜ਼ੀਓਸ ਜਿਨ੍ਹਾਂ ਨੇ ਆਉਣਾ ਹੁੰਦਾ ਜ਼ਿਆਦਾਤਰ ਫੋਨ ਕਾਲਸ ਮਾਰਨਿੰਗ ਦੇ ਵਿੱਚ ਕਰਦੇ ਆ ਔਰ ਟਾਈਮ ਸੈੱਟ ਕੀਤਾ ਜਾਂਦਾ ਪੇਸ਼ੈਂਟ ਦੇ ਨਾਲ, ਔਰ ਜ਼ਿਆਦਾਤਰ ਦੱਸਿਆ ਵੀ ਜਾਂਦਾ ਕਿ ਕੌਣ ਆਏਗਾ ਤੁਹਾਨੂੰ ਦੇਖਣ ਦੇ ਲਈ, ਔਰ ਟਾਈਮ ਸੈੱਟ ਹੈ, ਤੁਹਾਨੂੰ ਪਤਾ ਹੋਏਗਾ ਕਿ ਉਸ ਟਾਈਮ ਦੇ ਵਿੱਚ ਆ ਰਹੇ ਹੈਗੇ ਆ ਤਾਂ ਤੁਸੀਂ ਉਸ ਟਾਈਮ 'ਤੇ ਉਹਨਾਂ ਨੂੰ ਮਿਲ ਸਕਦੇ ਹੋ, ਔਰ ਉਹਨਾਂ ਦੀ ਜੇ ਤੁਸੀਂ ਤੁਹਾਡਾ ਕੋਈ ਮਾਈਕ ਸਿਸਟਮ ਹੈਗਾ ਜਾਂ ਕੁਛ ਉਹਨਾਂ ਦੇ ਨਾਲ ਕਨਫਰਮ ਕਰ ਸਕਦੇ ਹੋ ਕਿ ਉਹਨਾਂ ਦਾ ਨਾਮ ਪੁੱਛ ਸਕਦੇ ਹੋ, ID ਬੈਚ ਜਿਹੜਾ ਉਹ ਦੇਖ ਸਕਦੇ ਹੋ। ਸੋ ਇੱਕ ਬੱਚੇ ਲਈ ਜਿਹੜਾ ਹੈਗਾ ਜਿਹਦਾ ਕਿ ਕਹਿ ਲਓ ਵੀ ਉਹਨੇ ਥੈਰੇਪੀ ਲੈਣੀ ਹੈਗੀ ਹੈ, ਬੱਚੇ ਓਬਵੀਅਸਲੀ ਬਹੁਤ ਡਰਦੇ ਨੇ ਕਿ ਵੀ ਗੋਇੰਗ ਟੂ ਹਸਪੀਟਲ ਐਂਡ ਹੈਵਿੰਗ ਥੈਰੇਪੀ, ਉਹਨਾਂ ਨੂੰ ਹਸਪੀਟਲ ਤੋਂ ਹੀ ਨਾਮ ਤੋਂ ਡਰ ਲੱਗਦਾ, ਵੈਸੇ ਤਾਂ ਸਾਨੂੰ ਵੀ ਲੱਗਦਾ ਬਟ ਹੈਗਾ ਕਿ ਉਹਨਾਂ ਨੂੰ ਤੁਸੀਂ ਕਿਸ ਤਰੀਕੇ ਨਾਲ ਇਨਕਰੇਜ ਕਰਦੇ ਹੋ ਐਜ਼ ਏ ਫਿਜ਼ੀਓਥੈਰੇਪਿਸਟ, ਕਿ ਤੁਸੀਂ ਸਪੈਸ਼ਲ ਟ੍ਰੇਨਿੰਗ ਸਰਟਨ ਏਰੀਆ ਵਿੱਚ ਲੈਂਦੇ ਹੋ ਕਿ ਅਸੀਂ ਬਜ਼ੁਰਗਾਂ ਨਾਲ ਕੰਮ ਕਰਨਾ ਜਾਂ ਅਸੀਂ ਵੂਮਨਸ ਨਾਲ ਕਰਨਾ ਜਾਂ ਫਿਰ ਐਡਲਟ ਨਾਲ ਕਰਨਾ ਜਾਂ ਫਿਰ ਚਿਲਡਰਨ, ਕੀ ਸਪੈਸ਼ਲ ਏਰੀਆ ਹੁੰਦਾ ਜਾਂ ਕਿ ਤੁਸੀਂ ਯੂ ਹੈਵ ਟੂ ਵਰਕ ਵਿਦ ਐਵਰੀਬਾਡੀ? ਹਾਂਜੀ, ਜਿਹੜੇ ਬੱਚਿਆਂ ਦੇ ਲਈ ਫਿਜ਼ੀਓਜ਼ ਹੁੰਦੇ ਉਹ ਸਪੈਸ਼ਲਾਈਜ਼ਡ ਫਿਜ਼ੀਓ ਹੁੰਦੇ, ਉਹਨਾਂ ਨੂੰ ਪੀਡੀਆ ਫਿਜ਼ੀਓ ਜਾਂ ਪੀਡੀਆਟ੍ਰਿਕ ਫਿਜ਼ੀਓਜ਼ ਵੀ ਕਹਿੰਦੇ ਆ, ਜਿਹੜੇ ਕਿ ਸਿਰਫ ਬੱਚਿਆਂ ਦੀਆਂ ਪ੍ਰੋਬਲਮਸ ਦੇ ਨਾਲ ਡੀਲ ਕਰਦੇ ਆ, ਤੇ ਉਹਨਾਂ ਦਾ এনवायरमेंट ਵੀ ਉਸ ਤਰ੍ਹਾਂ ਦਾ ਹੀ ਬਣਾਇਆ ਹੁੰਦਾ, ਜਿਹੜਾ ਇੱਕ ਸੈਸ਼ਨ ਜਿੱਥੇ ਲਿਆ ਜਾਂਦਾ, ਜਿਹੜਾ ਸਪੈਸ਼ਲ ਏਰੀਆ ਹੁੰਦਾ, ਜਿਵੇਂ ਟੋਇਜ਼ ਹੋ ਗਏ ਜਾਂ ਇਦਾਂ ਦੀਆਂ ਕੋਈ ਰੀਕ੍ਰੀਏਸ਼ਨਲ ਐਕਟੀਵਿਟੀਜ਼ ਜਿਹੜੀਆਂ ਹੈਗੀਆਂ ਉਹਨਾਂ ਦੇ ਨਾਲ ਕੀਤੀਆਂ ਜਾਂਦੀਆਂ, ਤਾਂ ਕਿ ਜਿਹੜੀ ਐਕਸਰਸਾਈਜ਼ ਹੈ ਉਹਨੂੰ ਇੱਕ ਤਰ੍ਹਾਂ ਕਹਿ ਲਓ ਕਿ ਇੱਕ ਪਲੇ ਜਿੱਦਾਂ ਕੋਈ ਗੇਮ ਹੋ ਗਈ ਜਾਂ ਇਸ ਤਰ੍ਹਾਂ ਦੀ ਐਕਟੀਵਿਟੀ ਦੇ ਵਿੱਚ ਕਨਵਰਟ ਕੀਤਾ ਜਾਂਦਾ, ਤਾਂ ਕਿ ਐਕਸਰਸਾਈਜ਼ ਵੀ ਹੋ ਜਾਏ ਔਰ ਬੱਚੇ ਨੂੰ ਲੱਗੇ ਕਿ ਮੈਂ ਖੇਡ ਹੀ ਰਿਹਾ ਹੈਗਾ। Okay, so plan is like very secretive plan for children. ਚਲੋ ਇਹ ਵੀ ਵਧੀਆ ਤਰੀਕਾ ਹੈ, ਬਟ ਜਿੱਦਾਂ ਕਿ ਅਗਰ ਇੱਕ ਬੱਚੇ ਨੂੰ ਕਿਸੇ ਨੇ ਸਾਡੇ ਵਿਊਅਰਸ ਨੇ ਇਨਕਰੇਜ ਕਰਨਾ ਹੋਏ ਵੀ ਉਹਨਾਂ ਦੀ ਫਿਜ਼ੀਓਥੈਰੇਪੀ, ਤੇ ਕਿਸ ਤਰੀਕੇ ਦੇ ਨਾਲ ਐਜ਼ ਅ ਪੇਰੈਂਟਸ ਔਰ ਐਜ਼ ਅ ਗ੍ਰੈਂਡ ਪੇਰੈਂਟਸ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਇਨਕਰੇਜ ਕਰਨਾ ਚਾਹੀਦਾ? ਕਿਉਂਕਿ ਜਿਹੜੇ ਬੱਚੇ ਉਹਨਾਂ ਦੇ ਲਈ ਜਿਹੜੇ ਪੀਡੀਆਟ੍ਰਿਕ ਫਿਜ਼ੀਓ ਹੁੰਦੇ ਉਹਨਾਂ ਨੇ ਪਲਾਨ ਸੈੱਟ ਕੀਤਾ ਹੁੰਦਾ ਔਰ ਪੇਰੈਂਟਸ ਨੂੰ ਵੀ ਦੱਸਿਆ ਹੁੰਦਾ, ਕਿਉਂਕਿ ਬੱਚੇ ਹਮੇਸ਼ਾ ਪੇਰੈਂਟਸ ਦੇ ਨਾਲ ਹੀ ਜਾ ਕੇ, ਜੇ 16 ਸਾਲ ਤੋਂ ਘੱਟ ਹੈਗੇ ਤਾਂ ਪੇਰੈਂਟਸ ਨੂੰ ਨਾਲ ਜਾਣਾ ਪੈਂਦਾ ਤਾਂ ਕਿ ਉਹਨਾਂ ਦਾ ਕੰਸੈਂਟ ਜਿਹੜਾ ਲਿਆ ਜਾਂਦਾ। ਤਾਂ ਜ਼ਿਆਦਾਤਰ ਬੱਚਿਆਂ ਦੀ ਜਿਹੜੀ ਐਕਸਰਸਾਈਜ਼ ਉਹ ਪੇਰੈਂਟਸ ਨੂੰ ਦੱਸੀ ਜਾਂਦੀ ਹੈ, ਔਰ ਉਸ ਟਾਈਮ 'ਤੇ ਜਦੋਂ ਸੈਸ਼ਨ ਚੱਲ ਰਿਹਾ ਹੁੰਦਾ ਪੇਰੈਂਟਸ ਨੂੰ ਵੀ ਨਾਲ ਇਨਵੋਲਵ ਕੀਤਾ ਜਾਂਦਾ, ਤਾਂ ਕਿ ਘਰ ਜਾ ਕੇ ਜਦੋਂ ਐਕਸਰਸਾਈਜ਼ ਕਰਦੇ ਆ ਤਾਂ ਪੇਰੈਂਟਸ ਨੂੰ ਵੀ ਕਲੈਰੀਫਿਕੇਸ਼ਨ ਹੁੰਦੀ ਹੈ ਕਿ ਕਿਸ ਤਰ੍ਹਾਂ ਐਕਸਰਸਾਈਜ਼ ਕਰਾਉਣੀ ਹੈ, ਔਰ ਬੱਚੇ ਨੂੰ ਵੀ ਪਤਾ ਹੁੰਦਾ ਕਿ ਮੈਂ ਪੇਰੈਂਟਸ ਦੇ ਨਾਲ ਹੀ ਐਕਸਰਸਾਈਜ਼ ਕੀਤੀ
ਕੀਤੀ ਸੀਗੀ ਤੇ ਮੈਂ ਹੁਣ ਵੀ ਘਰ ਵੀ ਕਰ ਸਕਦਾ। ਤੇ ਜਦੋਂ ਪੇਰੈਂਟਸ ਕਹਿੰਦੇ ਕਿ ਆਪਾਂ ਆਹ ਪਲੇ ਕਰੀਏ ਜਾਂ ਆਹ ਖੇਡੀਏ ਹੁਣ, ਤਾਂ ਉਹ ਇੱਕ ਤਰ੍ਹਾਂ ਕੀ ਮੋਡੀਫਾਈਡ ਐਕਸਰਸਾਈਜ਼ ਹੁੰਦੀ ਹੈ। ਤੇ ਜਦੋਂ ਪੇਰੈਂਟਸ ਕਰਦੇ ਆ ਤਾਂ ਬੱਚੇ ਮੋਸਟਲੀ ਜਿਹੜੇ ਆ they like to join in। okay ਤੇ ਇਹ ਜਿਹੜਾ ਹੈਗਾ ਕਿ as we come to ਐਡਲਟਸ ਦੇ ਵਿੱਚ ਫਿਜ਼ੀਓਥੈਰੇਪੀ ਕਿਹਨੂੰ ਲੋੜ ਪੈ ਸਕਦੀ ਹੈ? ਵੀ ਨੋ ਕਿ ਨੀ ਰਿਪਲੇਸਮੈਂਟ ਦੀ ਤਾਂ ਹੈਗੀ ਹੈ ਕਿ ਜਦੋਂ ਹੋਇਆ, ਪਰ ਐਜ਼ ਐਡਲਟ ਕਿਸ ਤਰੀਕੇ ਦੇ ਲੋਕ ਤੁਹਾਡੇ ਕੋਲ ਆਉਂਦੇ ਨੇ? ਜੀ ਜਿਹੜੇ ਐਡਲਟਸ ਹੈਗੇ, ਜਿਵੇਂ ਕਿ ਅੱਜ ਕੱਲ੍ਹ ਦਾ ਜਿਹੜਾ ਲਾਈਫ ਸਟਾਈਲ ਹੈਗਾ ਜ਼ਿਆਦਾਤਰ ਸਿਟਿੰਗ ਹੈਗੀ ਹੈ, ਉਹਦੇ ਨਾਲ ਕੀ ਪ੍ਰੋਬਲਮ ਆਉਂਦੀ ਹੈ? ਬੈਕ ਪੇਨ ਹੋ ਗਿਆ ਜਿਹੜੀ ਕਿ ਕਾਫੀ ਜ਼ਿਆਦਾ ਕਾਮਨ ਹੈ, ਨੈਕ ਪੇਨ ਹੋ ਗਿਆ, ਜਾਂ ਹੋਰ ਜੁਆਇੰਟਸ ਦੀਆਂ ਜਿਹੜੀਆਂ ਪ੍ਰੋਬਲਮਸ ਹੈਗੀਆਂ ਉਹ ਸਾਰੀਆਂ ਫਿਜ਼ੀਓਜ਼ ਦੇ ਅੰਡਰ ਆਉਂਦੀਆਂ ਹੈਗੀਆਂ। ਤੇ ਤੁਸੀਂ ਫਿਜ਼ੀਓ ਨਾਲ ਕੰਸਲਟ ਕਰਕੇ ਜੇ ਤੁਹਾਨੂੰ ਬੈਕ ਪੇਨ ਦੀ ਜਾਂ ਰੇਡੀਏਟਿੰਗ ਪੇਨ, ਜਿਵੇਂ ਕਿ ਬਾਂਹ ਦੇ ਵਿੱਚ ਦਰਦ ਹੋਣਾ, ਸੁੰਨਪਨ ਹੋ ਜਾਣਾ, ਲੱਤ ਦੇ ਵਿੱਚ ਪੇਨ ਹੋਣਾ, ਤੇ ਇਹਨਾਂ ਸਾਰੀਆਂ ਜਿਹੜੀਆਂ ਪ੍ਰੋਬਲਮਸ ਦੇ ਨਾਲ ਜਿਹੜੀ ਹੈਗੀ ਆ ਤੁਹਾਨੂੰ ਕੋਈ ਤੁਸੀਂ ਕੰਮ ਨਹੀਂ ਕਰ ਪਾ ਰਹੇ, ਜਾਂ ਜਿਵੇਂ ਕਿ ਤੁਹਾਡਾ ਕੋਈ ਐਕਸੀਡੈਂਟ ਹੋਇਆ ਸੀਗਾ ਉਹਦੇ ਨਾਲ ਤੁਹਾਡਾ ਕੋਈ ਪਾਰਟ ਜਿਹੜਾ ਬੋਡੀ ਦਾ ਇਫੈਕਟ ਹੋ ਗਿਆ, ਜਾਂ ਜੁਆਇੰਟਸ ਬਹੁਤ ਜ਼ਿਆਦਾ ਟਾਈਟ ਹੋ ਗਏ, ਤਾਂ ਉਸ ਟਾਈਮ ਤੇ ਤੁਸੀਂ ਜਿਹੜੇ ਫਿਜ਼ੀਓਜ਼ ਨੂੰ ਮਿਲ ਸਕਦੇ ਹੋ ਤੇ ਉਹ ਤੁਹਾਨੂੰ ਹੈਲਪ ਕਰਦੇ ਆ ਤੁਹਾਡਾ ਫੰਕਸ਼ਨ ਜਿਹੜਾ ਦੁਬਾਰਾ ਤੋਂ ਵਾਪਸ ਲੈ ਕੇ ਆਉਣ ਲਈ। ਤੇ ਕਾਫੀ ਸਾਰੀਆਂ ਜਿੱਦਾਂ ਪ੍ਰੋਬਲਮ ਹੈਗੀਆਂ, ਇਹ ਨਹੀਂ ਹੈ ਕਿ ਸਿਰਫ ਜੁਆਇੰਟ ਰਿਪਲੇਸਮੈਂਟ ਹੋ ਗਿਆ ਜਾਂ ਉਹਦੇ ਵਿੱਚ ਹੀ ਕੰਮ ਆਉਂਦੇ ਆ, ਪਰ ਹੋਰ ਵੀ ਜਿਹੜੀਆਂ ਤੁਹਾਡੇ ਮਸਲਸ ਦੇ ਨਾਲ, ਬੋਨਸ ਦੇ ਨਾਲ ਰਿਲੇਟਿਡ ਹੋ ਗਈਆਂ, ਜਾਂ ਤੁਸੀਂ ਕੋਈ ਗੇਮ ਖੇਡ ਰਹੇ ਸੀਗੇ, ਫੁੱਟਬਾਲ ਹੋ ਗਿਆ ਜਾਂ ਕੁਝ ਵੀ ਖੇਡ ਰਹੇ ਸੀਗੇ, ਉਹਦੇ ਵਿੱਚ ਤੁਹਾਨੂੰ ਸੌਫਟ ਟਿਸ਼ੂ ਇੰਜਰੀ ਜਿਹੜੀ ਹੋਈ ਹੈ ਤੇ ਉਹਦੇ ਵਿੱਚ ਵੀ ਤੁਹਾਨੂੰ ਫਿਜ਼ੀਓਜ਼ ਹੈਲਪ ਕਰਦੇ ਆ। ਸੋ ਬੇਸਿਕਲੀ ਕੰਸਲਟੈਂਟ ਦੱਸਦਾ ਉਹਨਾਂ ਨੂੰ ਕਿ ਤੁਸੀਂ ਫਿਜ਼ੀਓਥੈਰੇਪੀ ਲੈਣੀ ਹੈ ਪਹਿਲੇ, ਕਿ ਫਿਰ ਜੀਪੀ ਦੇ ਥਰੂ ਹੀ ਹੁੰਦਾ? ਜੀਪੀ ਦੇ ਜਿਸ ਤਰ੍ਹਾਂ ਕਿ ਜੇ ਤੁਹਾਨੂੰ ਬੈਕ ਪੇਨ, ਨੈਕ ਪੇਨ ਦੀ ਅਗਰ ਤੁਸੀਂ ਸਿੱਧੇ ਜੀਪੀ ਕੋਲੇ ਗਏ ਹੈਗੇ ਆ ਤੇ ਉਹਨਾਂ ਨੇ ਤੁਹਾਨੂੰ ਰੈਫਰ ਕਰ ਦੇਣਾ, ਦੱਸ ਦੇਣਾ ਕਿ ਤੁਹਾਨੂੰ ਹੁਣ ਅੱਗੇ ਫਿਜ਼ੀਓਜ਼ ਦੀ ਲੋੜ ਹੈਗੀ ਹੈ, ਤਾਂ ਉਹ ਰੈਫਰਲ ਕਰ ਦਿੰਦੇ ਆ ਫਿਜ਼ੀਓਜ਼ ਦੇ ਲਈ। ਤੇ ਅਗਰ ਜੇ ਤਾਂ ਤੁਸੀਂ ਜਿਵੇਂ ਜੁਆਇੰਟ ਰਿਪਲੇਸਮੈਂਟ ਹੋਈ ਸੀ ਜਾਂ ਤੁਹਾਡੀ ਕੋਈ ਸਰਜਰੀ ਹੋਈ ਸੀਗੀ, ਤੇ ਉਹਦੇ ਵਿੱਚ ਜਿਹੜੇ ਆ ਜਦੋਂ ਤੁਸੀਂ ਵਾਰਡ ਦੇ ਉੱਪਰ ਹੁੰਦੇ ਹੋ ਤੇ ਉਸ ਜਗ੍ਹਾ ਤੇ ਪੂਰੀ ਟੀਮ ਹੁੰਦੀ ਹੈ ਤੇ ਫਿਜ਼ੀਓਜ਼ ਇਨਵੋਲਵ ਹੁੰਦੇ ਆ, ਤੇ ਉਹਨਾਂ ਦੇ ਪਲਾਨ ਦੇ ਵਿੱਚ ਲਿਖਿਆ ਜਾਂਦਾ, ਡਾਕਟਰਸ ਜਿਹੜੇ ਕੰਸਲਟੈਂਟ ਜਿਹੜੇ ਹੈਗੇ ਆ ਉਹ ਦੱਸਦੇ ਆ ਕਿ ਇਸ ਪੇਸ਼ੈਂਟ ਨੂੰ ਸਪੈਸ਼ਲੀ ਫਿਜ਼ੀਓਜ਼ ਦੀ ਲੋੜ ਹੈਗੀ ਹੈ, ਤੇ ਉਸ ਟਾਈਮ ਤੇ ਵੀ ਰੈਫਰਲ ਕੀਤਾ ਜਾਂਦਾ। ਕਿਸ ਟਾਈਮ ਤੇ ਇੱਕ ਫਿਜ਼ੀਓਥੈਰੇਪੀ ਪੇਸ਼ੈਂਟ ਨੂੰ ਕਹਿੰਦਾ ਹੈ ਕਿ ਮੈਂ ਤੁਹਾਡੀ ਮਦਦ ਨਹੀਂ ਕਰ ਸਕਦਾ ਜਾਂ ਕਰ ਸਕਦੀ? ਇਹ ਵੀ ਡਿਪੈਂਡ ਕਰਦਾ ਕਿ ਕਿਹੜੀ ਕੰਡੀਸ਼ਨ ਕਿਸ ਤਰ੍ਹਾਂ ਦੀ ਹੈਗੀ ਹੈ ਨਾ, ਕਿ ਕਈ ਵਾਰੀ ਜਿੱਦਾਂ ਐਕਸਰਸਾਈਜ਼ ਕਰਦੇ ਆ, ਰੈਗੂਲਰ ਐਕਸਰਸਾਈਜ਼ ਹੋ ਰਹੀ ਹੈ ਪਰ ਆਪਾਂ ਨੂੰ ਕੋਈ ਪ੍ਰੋਗਰੈਸ਼ਨ ਨਹੀਂ ਹੋ ਰਿਹਾ, ਕਿ ਕਾਫੀ ਜ਼ਿਆਦਾ ਐਕਸਰਸਾਈਜ਼ ਕਰਨ ਤੋਂ ਬਾਅਦ ਤੇ ਤਾਂ ਵੀ ਉਹਦੇ ਵਿੱਚ ਕੋਈ ਚੇਂਜਸ ਨਹੀਂ ਆ ਰਹੇ, ਕੋਈ ਰਿਜ਼ਲਟ ਨਹੀਂ ਮਿਲ ਰਿਹਾ, ਤੇ ਉਸ ਟਾਈਮ ਤੇ ਸਿਰਫ ਜਿਹੜੀ ਉਸ ਕੰਡੀਸ਼ਨ ਦੇ ਵਿੱਚ ਹੀ ਆਪਾਂ ਵੱਧ ਤੋਂ ਵੱਧ ਉਹਨਾਂ ਨੂੰ ਸੌਖਾ ਕਰ ਸਕਦੇ ਹਾਂ ਕਿ ਇਕਵਿਪਮੈਂਟ ਪ੍ਰੋਵਾਈਡ ਕਰ ਸਕਦੇ ਹਾਂ, ਪਰ ਐਕਸਰਸਾਈਜ਼ ਨਾਲ ਕੋਈ ਫਰਕ ਨਹੀਂ ਪੈ ਰਿਹਾ। ਉਸ ਟਾਈਮ ਤੇ ਐਡਜਸਟਮੈਂਟ, ਚਲੋ ਹੋਮ ਐਨਵਾਇਰਨਮੈਂਟ ਦੇ ਵਿੱਚ ਐਡਜਸਟਮੈਂਟ ਕੀਤੀਆਂ ਜਾਂਦੀਆਂ, ਉਹਨਾਂ ਦੀ ਵਾਕਿੰਗ ਦੇ ਵਿੱਚ ਕਿਹੜੀ ਜਿਹੜੀ ਮੋਬਿਲਿਟੀ ਏਡ ਹੈਗੀ ਆ ਉਹਨਾਂ ਨੂੰ ਹੈਲਪ ਕਰੇਗੀ, ਜਿਵੇਂ ਕਿ ਉਹ ਪਹਿਲਾਂ ਸਟਿਕ ਦੇ ਨਾਲ ਚੱਲਦੇ ਸੀਗੇ ਪਰ ਉਹ ਹੁਣ ਨਹੀਂ ਚੱਲ ਰਹੇ, ਹੁਣ ਉਹਨਾਂ ਨੂੰ ਫਰੇਮ ਦੀ ਜ਼ਰੂਰਤ ਹੈਗੀ ਹੈ। ਸੋ ਉਹ ਇਸ ਤਰ੍ਹਾਂ ਦੀਆਂ ਜੇ ਐਡਜਸਟਮੈਂਟ ਜਿਹੜੀਆਂ ਉਹਨਾਂ ਦੇ ਨਾਲ ਬਣਾਈਆਂ ਜਾਂਦੀਆਂ ਤੇ ਉਹਨਾਂ ਨੂੰ ਦੱਸਿਆ ਜਾਂਦਾ ਕਿ ਹੁਣ ਜਿਹੜਾ ਤੁਹਾਡਾ ਬੇਸਲਾਈਨ ਮੋਬਿਲਿਟੀ ਸੀਗੀ ਉਹ ਚੇਂਜ ਹੋ ਗਈ ਹੈ, ਕਿ ਇਸ ਤੋਂ ਅੱਗੇ ਆਪਾਂ ਹਜੇ ਨਹੀਂ ਅਚੀਵ ਕਰ ਪਾ ਰਹੇ ਕਿਸੇ ਕਾਰਨ ਕਰਕੇ, ਤਾਂ ਉਹਦੇ ਲਈ ਐਡਜਸਟਮੈਂਟ ਜਿਹੜੀਆਂ ਉਹ ਕੀਤੀਆਂ ਜਾਂਦੀਆਂ। ਕਿਸ ਟਾਈਮ ਤੇ ਤੁਸੀਂ ਇਹ ਕਹਿੰਦੇ ਹੋ ਵੀ ਹੁਣ ਠੀਕ ਹੈ, ਤੁਸੀਂ ਯੂ ਆਰ ਡਿਸਚਾਰਜ ਫਰੋਮ ਆਵਰ ਪੁਆਇੰਟ ਆਫ ਵਿਊ? ਜਦੋਂ ਪੇਸ਼ੈਂਟ ਸਾਡੇ ਵੱਲੋਂ ਜਿੱਦਾਂ ਕਿ ਇੰਡੀਪੈਂਡੈਂਟ ਉਹ ਵਾਕ ਕਰਨ ਲੱਗ ਜਾਏ ਔਰ ਆਪਣੇ ਕੰਮ ਆਪ ਜਿਹੜੇ ਕਿ ਉਹ ਪਹਿਲੇ ਕਰ ਰਹੇ ਸੀ ਹਸਪੀਟਲ ਤੋਂ ਆਉਣ ਤੋਂ ਪਹਿਲੇ, ਜਿਵੇਂ ਕਿ ਆਪਣਾ ਪੌੜੀਆਂ ਉੱਪਰ ਥੱਲੇ ਜਾਣਾ ਇੰਡੀਪੈਂਡੈਂਟਲੀ, ਟੋਇਲਟ ਬਾਥਰੂਮ ਜਾਣਾ ਇੰਡੀਪੈਂਡੈਂਟਲੀ, ਔਰ ਬੈੱਡ 'ਚੋਂ ਆਪਣੇ ਆਪ ਬਾਹਰ ਨਿਕਲਣਾ, ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਚੈੱਕ ਕਰਦੇ ਆ ਕਿ ਜਿਹੜਾ ਫੰਕਸ਼ਨਲੀ ਪੇਸ਼ੈਂਟ ਹੈਗਾ ਆਪਣੀ ਬੇਸ ਲਾਈਨ 'ਤੇ ਹੈ। ਪਰ ਫਿਰ ਵੀ ਜਿਸ ਤਰ੍ਹਾਂ ਕਿ ਕਈ ਵਾਰੀ ਹਾਲੇ ਮੈਡੀਕਲ ਟ੍ਰੀਟਮੈਂਟ ਨਹੀਂ ਚੱਲ ਰਿਹਾ ਹੁੰਦਾ, ਜਿਵੇਂ ਕਿ ਮੈਡੀਸਨ ਦਾ ਇੰਨਾ ਜ਼ਿਆਦਾ ਨਹੀਂ ਰਿਹਾ, ਉਹਨਾਂ ਦਾ ਟ੍ਰੀਟਮੈਂਟ ਕੰਪਲੀਟ ਹੋ ਗਿਆ, ਪਰ ਉਹ ਹਜੇ ਵੀ ਉਹਨਾਂ ਨੂੰ ਸਪੋਰਟ ਦੀ ਲੋੜ ਪੈਂਦੀ ਹੈ। ਉਸ ਟਾਈਮ ਤੇ ਅਸੀਂ ਫਿਜ਼ੀਓਜ਼ ਉਹਨਾਂ ਦੇ ਘਰ ਭੇਜਦੇ ਹਾਂ, ਜਿਵੇਂ ਕਿ ਰੈਫਰਲ ਕਰ ਦਿੰਦੇ ਆ, ਤੇ ਫਿਜ਼ੀਓਜ਼ ਜਿਹੜੇ ਘਰ ਜਾ ਕੇ ਉਹਨਾਂ ਦੇ ਹੋਮ ਐਨਵਾਇਰਨਮੈਂਟ ਦੇ ਵਿੱਚ ਐਕਸਰਸਾਈਜ਼ ਕਰਾਉਂਦੇ ਆ ਤਾਂ ਕਿ ਉਹ ਬੈਸਟ ਜਿਹੜਾ ਉਹਨਾਂ ਦਾ ਫੰਕਸ਼ਨ ਲੈਵਲ ਵਾਪਸ ਲੈ ਕੇ ਆ ਜਾ ਸਕੇ। ਸੋ ਫਸਟ ਅਪਾਇੰਟਮੈਂਟ ਜਦੋਂ ਫਿਜ਼ੀਓਥੈਰੇਪੀ ਦੀ ਕਿਸੇ ਕੋਲ ਹੁੰਦੀ ਹੈ, ਕਿਸੇ ਨੂੰ ਬੁਲਾਇਆ ਜਾਂਦਾ ਹੈ, ਉਹਦੇ ਵਿੱਚ ਉਹਨੂੰ ਕੀ ਜਾਣਕਾਰੀ ਦਿੱਤੀ ਜਾਂਦੀ ਹੈ ਤੇ ਕੀ ਜਾਣਕਾਰੀ ਉਹਨੂੰ ਲੈ ਕੇ ਜਾਣੀ ਚਾਹੀਦੀ ਹੈ? ਜਿਹੜੀ ਪਹਿਲੀ ਅਪਾਇੰਟਮੈਂਟ ਹੁੰਦੀ ਹੈ ਉਹਦੇ ਵਿੱਚ ਅਸੈਸਮੈਂਟ ਕੀਤੀ ਜਾਂਦੀ ਹੈ, ਕਿਉਂਕਿ ਤੁਹਾਡੇ ਤੋਂ ਜਿਹੜਾ ਫਿਜ਼ੀਓ ਪੁੱਛਦੇ ਆ ਕਿ ਤੁਹਾਨੂੰ ਪ੍ਰੋਬਲਮ ਕੀ ਹੈ, ਕਿਸ ਤਰ੍ਹਾਂ ਸਟਾਰਟ ਹੋਈ, ਕਿੰਨੀ ਦੇਰ ਪਹਿਲੇ ਸਟਾਰਟ ਹੋਈ, ਔਰ ਜਿਸ ਪਾਰਟ ਦੀ ਪ੍ਰੋਬਲਮ ਹੈਗੀ ਆ ਉਹਨੂੰ ਅਸੈਸ ਕੀਤਾ ਜਾਂਦਾ। ਅਸੈਸਮੈਂਟ ਕਰਕੇ ਫਿਰ ਹੀ ਤੁਹਾਡੇ ਲਈ ਜਿਹੜਾ ਪ੍ਰੋਪਰ ਤੁਹਾਡਾ ਐਕਸਰਸਾਈਜ਼ ਪਲਾਨ ਜਿਹੜਾ ਉਹ ਕ੍ਰੀਏਟ ਕੀਤਾ ਜਾਂਦਾ। ਅਗਰ ਤੁਹਾਨੂੰ ਕੋਈ ਐਡਵਾਈਸ ਜਿਵੇਂ ਕਿ ਪੋਸਚਰ ਚੇਂਜ ਜਾਂ ਘਰ ਦੇ ਵਿੱਚ ਕੋਈ ਐਡਜਸਟਮੈਂਟ ਕਰਨ ਦੀ, ਆਫਿਸ ਦੇ ਵਿੱਚ ਕੋਈ ਐਡਜਸਟਮੈਂਟ ਕਰਨ ਦੀ ਜ਼ਰੂਰਤ ਹੈਗੀ ਹੈ, ਜਿਹਨੂੰ ਐਰਗੋਨੋਮਿਕਸ ਐਡਵਾਈਸ ਕਹਿੰਦੇ ਆ, ਉਹ ਦਿੱਤੀ ਜਾਂਦੀ ਹੈ ਕਿ ਉਸ ਦੇ ਨਾਲ ਚੇਂਜ ਕਰਨ ਨਾਲ ਵੀ ਤੁਹਾਡੀ ਪੇਨ ਜਿਹੜੀ ਹੈ ਉਹ ਘੱਟ ਹੋ ਜਾਏ। ਅਗਰ ਜਿਹੜੀ ਐਕਸਰਸਾਈਜ਼ ਤੁਹਾਨੂੰ ਦਿੱਤੀ ਜਾਂਦੀ ਹੈ ਉਹ ਤੁਸੀਂ ਘਰ ਕਰਨੀ ਹੈਗੀ ਹੈ, ਪਹਿਲੀ ਸੈਟਿੰਗ ਦੇ ਵਿੱਚ ਅਸੈਸਮੈਂਟ ਜਿਹੜੀ ਆ ਉਹ ਮੇਨ ਪਾਰਟ ਪਲੇ ਕਰਦੀ ਹੈ। ਓਕੇ, ਤੇ ਮੈਡੀਕੇਸ਼ਨ ਵਗੈਰਾ ਤੁਸੀਂ ਕਿਹੜੀ ਦਵਾਈਆਂ ਲੈਂਦੇ ਹੋ, ਇਹ ਦੱਸਣਾ ਜ਼ਰੂਰੀ ਹੈ ਫਿਜ਼ੀਓਥੈਰੇਪੀ ਨੂੰ?
हाँ जी बिल्कुल जी, ये भी दसना जरूरी है क्योंकि कुछ मैडिकेशन ਜਿਹੜੀਆਂ ਹੈਗੀਆਂ ਜੇ ਤੁਸੀਂ ਬਹੁਤ ਸਾਰੀਆਂ ਮੈਡੀਸਨ ਲੈ ਰਹੇ ਹੋ ਤੇ ਉਹਦੇ ਨਾਲ ਤੁਹਾਨੂੰ ਕਈ ਵਾਰੀ ਡਿਜ਼ੀਨੈਸ ਫੀਲ ਹੁੰਦੀ ਹੈ, ਲਾਈਟ ਹੈਡਡ ਫੀਲ ਹੁੰਦਾ ਤੇ ਜਿਹਦੇ ਕਰਕੇ ਚੱਕਰ ਵੀ ਆ ਸਕਦੇ ਹੁੰਦੇ ਕਈ ਵਾਰੀ ਜੇ ਜ਼ਿਆਦਾ ਮੈਡੀਕੇਸ਼ਨ ਤੇ ਉਹਦੇ ਹਿਸਾਬ ਨਾਲ ਸਾਨੂੰ ਥੋੜਾ ਜਿਹਾ ਐਡਜਸਟ ਕਈ ਵਾਰੀ ਕਰਨਾ ਪੈਂਦਾ ਕਿ ਇੰਨੀਆਂ ਜ਼ਿਆਦਾ ਮੈਡੀਸਨ ਲਈਆਂ ਤੁਸੀਂ ਤੋਂ ਕਿੰਨੇ ਚਿਰ ਬਾਅਦ ਤੁਸੀਂ ਉੱਠ ਬੈਠ ਕੇ ਆਪਣੀ ਐਕਸਰਸਾਈਜ਼ ਕਰ ਸਕਦੇ ਹੋ ਤੇ ਉਹ ਜਾਂ ਪੇਨ ਰਿਲੀਫ ਜਿਹੜੀ ਹੈ ਤੁਸੀਂ ਕਿੰਨੀ ਦੇਰ ਪਹਿਲਾਂ ਲਈ ਹੈ ਤੇ ਕਦੋਂ ਤੁਹਾਡਾ ਥੈਰੇਪੀ ਦਾ ਸੈਸ਼ਨ ਹੋਏ ਤੇ ਉਹ ਜਿਹੜਾ ਸਾਰਾ ਜੇ ਤੁਸੀਂ ਮੈਡੀਕੇਸ਼ਨ ਦੀ ਹਿਸਟਰੀ ਦੱਸਦੇ ਹੋ ਤਾਂ ਉਹ ਬਹੁਤ ਵਧੀਆ ਗੱਲ ਹੈ। ਤੇ ਇਹ ਵੀ ਮੈਂ ਇੱਕ ਹੋਰ ਗੱਲ ਤੁਹਾਡੇ ਕੋਲੋਂ ਜਾਣਨਾ ਚਾਹਾਂਗੀ, ਹਰਬਲ ਮੈਡੀਸਨ ਕਈ ਲੈਂਦੇ ਹੈਗੇ ਹੈ ਕਿ ਉਹ ਸੋਚਦੇ ਹੈ ਹਰਬਲ ਹੈ ਇਹਦਾ ਕੋਈ ਨੁਕਸਾਨ ਨਹੀਂ ਹੈ, ਕਿ ਉਹ ਮੈਡੀਸਨ ਸਾਨੂੰ ਦੱਸਣਾ ਜ਼ਰੂਰੀ ਹੈ ਫਿਜ਼ੀਓਥੈਰੇਪੀ ਨੂੰ ਜਦੋਂ ਅਸੀਂ ਲੈਂਦੇ ਹਾਂ? हाँ जी बिल्कुल जी, जेकर कोई ब्रांड की स्पैसीफिक मैडिकेशन हैगी है तो तुसी बिल्कुल जरूर दस सकते हो कि कोई हर्बल तुसी मैडिकेशन ले रहे हो और किस चीज़ लिए ले रहे हो। अगर ये तुसी दस दो तो वो थोड़ी हैल्प हो जाएगी थेरेपिस्ट नूं जानने लई कि किहड़ी तुहाडी मैडिकेशन और प्रॉब्लम किस प्रॉब्लम दे लई तुसी मैडिसन लई सीगी तो उस प्रॉब्लम दे बारे भी पता चल जाएगा। सो कई बार हुंदा कि टू मैडिकेशन जिहड़े है कन्फ्लिक्ट कर लैंदे आ, जिद्दां कि असीं कहंदे आ भी हल्दी एज ए हर्बल मैडिसन बहुत चंगी हैगी आ हड्डियां दे लई, ते उत्थे ਇਹ ਵੀ ਹੁੰਦਾ कि वो खून पतला भी कर रही ਹੁੰਦੀ ਹੈ ਤੇ ਐਸਪਰੀਨ ਜਦੋਂ ਅਸੀਂ ਲੈਂਦੇ ਆ ਐਸਪਰੀਨ ਵਰਕ ਦ ਸੇਮ ਵੇ, ਸੋ ਉਹ ਹੋ ਜਾਂਦਾ ਓਵਰਡੋਜ਼। हाँ जी, तो ਉਹਦੇ ਵਿੱਚ ਇਸ ਲਈ ਬਹੁਤ ਜ਼ਰੂਰੀ ਹੈ ਕੋਈ ਵੀ ਤੁਸੀਂ ਹਰਬਲ ਮੈਡੀਸਨ ਲੈਂਦੇ ਹੋ ਤੇ ਦੂਸਰੀ ਨੋਰਮਲ ਮੈਡੀਸਨ ਜੋ ਤੁਹਾਡੇ ਡਾਕਟਰ ਨੇ ਪ੍ਰਿਸਕ੍ਰਾਈਬ ਕੀਤੀ ਹੈ ਬਹੁਤ ਜ਼ਰੂਰੀ ਹੈ। ਜਸਟ ਫਿਜ਼ੀਓਥੈਰੇਪੀ ਕੋਲ ਜਾਣ ਲਈ ਨਹੀਂ, ਉਹਦਾ ਵੀ ਤੁਸੀਂ ਕਿਸੇ ਵੀ ਮੈਡੀਕਲ ਪ੍ਰੋਫੈਸ਼ਨਲ ਕੰਸਲਟੈਂਟ ਨੂੰ ਮਿਲਦੇ ਹੋ ਜ਼ਰੂਰ ਉਹਨੂੰ ਦੱਸੋ ਤੁਸੀਂ ਕਿਹੜੀ ਮੈਡੀਕਲ ਦੇ ਵਿੱਚ ਤੁਹਾਨੂੰ ਕੀ ਦੱਸਿਆ ਗਿਆ ਹੈ, ਮੈਡੀਸਨ ਡਿਸਚਾਰਜ ਕੀ ਹੋਇਆ ਸੀ ਤੁਹਾਡਾ ਤੇ ਇਹਦੇ ਵਿੱਚ ਤੁਸੀਂ ਕਿਹੜੀ ਮੈਡੀਸਨ ਲੈ ਰਹੇ ਹੋ। ਤੇ ਉਹਦੇ ਵਿੱਚ ਇਹ ਹੁੰਦਾ ਕਿ ਕਈ ਹਰਬਲ ਮੈਡੀਸਨ ਜਿਹੜੇ ਨੇ ਉਹਨਾਂ ਦਾ ਰਿਐਕਸ਼ਨ ਦੂਸਰੇ ਮੈਡੀਸਨ ਨਾਲ ਹੋ ਸਕਦਾ, ਇਸ ਕਰਕੇ ਉਹ ਤੁਹਾਡੀ ਸਿਹਤ ਨੂੰ ਨੁਕਸਾਨ ਦੇ ਸਕਦੇ ਆ। ਤੇ ਹੋਰ ਤੁਸੀਂ ਕੀ ਦੱਸੋਗੇ ਇਹਦੇ ਬਾਰੇ ਕਿ ਜਿਹੜੇ ਸਾਡੇ ਕਨਫਲਿਕਟ ਜਿਹੜੇ ਹੈਗੇ ਮੈਡੀਸਨ ਦੇ ਬਾਰੇ ਕਿ ਕਿਉਂ ਜ਼ਿਆਦਾ ਜ਼ਰੂਰੀ ਹੈਗਾ ਫਿਜ਼ੀਓਥੈਰੇਪੀ ਦਾ ਜਾਣਨਾ ਇਹਦੇ ਵਾਸਤੇ? ਕਿਉਂਕਿ ਕਾਫੀ ਸਾਰੀਆਂ ਮੈਡੀਕੇਸ਼ਨ ਜਿਹੜੀਆਂ ਰਿਐਕਟ ਕਰਦੀਆਂ ਜਾਂ ਉਹਦੇ ਨਾਲ ਤੁਹਾਨੂੰ ਕੋਈ ਸਿੰਪਟਮਸ ਇੱਦਾਂ ਦੇ ਆਉਂਦੇ ਹੈਗੇ ਆ ਜਿਹੜੇ ਕਿ ਤੁਹਾਡੀ ਜਿਹੜੀ ਕੰਡੀਸ਼ਨ ਹੈਗੀ ਜਾਂ ਪ੍ਰੋਬਲਮ ਤੁਸੀਂ ਲੈ ਕੇ ਆਏ ਆ ਉਹਨੂੰ ਵਧਾ ਰਹੇ ਹੈਗੇ ਆ। ਤਾਂ ਇਸ ਲਈ ਤੁਹਾਨੂੰ ਬਿਲਕੁਲ ਜੀ ਜ਼ਰੂਰੀ ਹੈਗਾ ਕਿ ਤੁਸੀਂ ਦੱਸੋ ਕਿ ਤੁਸੀਂ ਕਿਹੜੀ ਮੈਡੀਕੇਸ਼ਨ ਪਹਿਲੇ ਲੈ ਰਹੇ ਸੀਗੇ ਜਾਂ ਉਹਦੇ ਨਾਲ ਕੋਈ ਇਹ ਪ੍ਰੋਬਲਮ ਤੁਹਾਨੂੰ ਮੈਡੀਸਨ ਲੈਣ ਤੋਂ ਬਾਅਦ ਸਟਾਰਟ ਹੋਈ ਸੀ ਜਾਂ ਕਿ ਨਵੀਂ ਤੁਸੀਂ ਇਹ ਮੈਡੀਸਨ ਸਟਾਰਟ ਕੀਤੀ ਹੈ ਤਾਂ ਬਿਲਕੁਲ ਇਸ ਦੀ ਇਨਫੋਰਮੇਸ਼ਨ ਤੁਹਾਡੇ ਜਿਹੜੇ ਫਿਜ਼ੀਓ ਔਰ ਕੰਸਲਟੈਂਟ ਨੂੰ ਦੇਣੀ ਚਾਹੀਦੀ ਹੈ। ਸੋ ਮੈਂ ਹੁਣ ਤੁਹਾਡੇ ਕੋਲੋਂ ਪੁੱਛਾਂਗੀ ਵੀ ਤੁਸੀਂ ਕੀ ਸੋਚਦੇ ਹੋ ਵੀ ਫਿਜ਼ੀਓਥੈਰੇਪੀ ਜਿਹੜੇ ਸਾਡਾ ਰੋਲ ਪਲੇ ਕਰਦੇ ਆ NHS ਦੇ ਵਿੱਚ ਕਿੰਨੇ ਕੁ ਕਾਮਯਾਬ ਨੇ, ਕਿੰਨੇ ਕੁ ਲੋਕੀ ਚਾਹੁੰਦੇ ਅਸੀਂ ਫਿਜ਼ੀਓਥੈਰੇਪਿਸਟ ਬਣੀਏ ਐਂਡ ਵਾਟਸ ਦਾ ਪ੍ਰੋਸੈਸ ਟੂ ਬਿਕਮ ਫਿਜ਼ੀਓਥੈਰੇਪੀ? ਫਿਜ਼ੀਓਥੈਰੇਪਿਸਟ ਜਿਹੜਾ ਬਹੁਤ ਹੀ ਅੱਛਾ ਕੈਰੀਅਰ ਹੈਗਾ ਕਿ ਜਿਸ ਤਰ੍ਹਾਂ ਮੈਂ ਪਹਿਲੇ ਦੱਸਿਆ ਕਿ ਮੇਰਾ ਇੰਟਰਸਟ ਸੀਗਾ ਇਹਦੇ ਵਿੱਚ ਤੇ ਤੁਸੀਂ ਕਿਸੇ ਜਦੋਂ ਤੁਹਾਡੇ ਕੋਲ ਕੋਈ ਪੇਸ਼ੈਂਟ ਆਉਂਦਾ ਕਿ ਜਿਹੜਾ ਬੈੱਡ ਦੇ ਵਿੱਚ ਸੀਗਾ ਕ੍ਰਿਟੀਕਲ ਕੇਅਰ ਦੇ ਵਿੱਚ ਤੁਸੀਂ ਉਹਨੂੰ ਦੇਖਿਆ ਤੇ ਜਦੋਂ ਤੁਸੀਂ ਉਹਨੂੰ ਤੁਰ ਕੇ ਹਸਪੀਟਲ ਤੋਂ ਵਾਪਸ ਘਰ ਜਾਂਦੇ ਦੇਖਦੇ ਹੋ ਤੇ ਤੁਹਾਡੇ ਮਨ ਨੂੰ ਜਿਹੜੀ ਖੁਸ਼ੀ ਹੁੰਦੀ ਹੈ ਤੇ ਔਰ ਤੁਸੀਂ ਕਿਸੇ ਦੀ ਪੇਨ ਰਿਲੀਫ ਕਰਦੇ ਹੋ ਕਿ ਕੋਈ ਬੰਦਾ ਕਾਫੀ ਸਾਲਾਂ ਤੋਂ ਪੇਨ ਦੇ ਵਿੱਚ ਸੀਗਾ ਤੇ ਤੁਸੀਂ ਸਿਰਫ ਆਪਣੇ ਹੱਥਾਂ ਦਾ ਮੈਜਿਕ ਦਿਖਾਇਆ ਤੇ ਉਹਨਾਂ ਦੀ ਪੇਨ ਜਿਹੜੀ ਹੈ ਕਾਫੀ ਸਾਲਾਂ ਦੀ ਠੀਕ ਕੀਤੀ ਹੈ ਤਾਂ ਮੇਰੇ ਹਿਸਾਬ ਨਾਲ ਜਿਹੜੇ ਤੁਹਾਨੂੰ ਸੈਟਿਸਫੈਕਟਰੀ ਉਹ ਤੁਹਾਡੇ ਲਈ ਰਹਿੰਦੀ ਹੈ, ਬਹੁਤ ਵਧੀਆ ਤੁਹਾਨੂੰ ਫੀਲ ਹੁੰਦਾ। ਤੇ ਜਿਸ ਤਰ੍ਹਾਂ ਮੈਂ ਫਿਜ਼ੀਓਥੈਰੇਪੀ ਇੰਡੀਆ ਤੋਂ ਕੀਤੀ ਸੀਗੀ ਤੇ ਉੱਥੇ ਦਾ 4.5 ਸਾਲ ਦਾ ਕੋਰਸ ਸੀਗਾ ਤੇ +2 ਮੈਡੀਕਲ ਕਰਨ ਤੋਂ ਬਾਅਦ ਔਰ ਇੱਥੇ ਇੰਗਲੈਂਡ ਦੇ ਵਿੱਚ ਦਾ GCSE ਕਰਕੇ ਉਸ ਤੋਂ ਬਾਅਦ ਤੁਸੀਂ ਯੂਨੀਵਰਸਿਟੀਜ਼ ਦੇ ਨਾਲ ਕੰਸਲਟ ਕਰ ਸਕਦੇ ਹੋ ਜਿਸ ਜਗ੍ਹਾ ਤੇ ਫਿਜ਼ੀਓ ਜਿਹੜੀ ਹੈਗੀ ਆ ਅਵੇਲੇਬਲ ਹੈਗੀ ਆ ਤੇ ਇੱਥੇ 3 ਸਾਲ ਦੀ ਡਿਗਰੀ ਹੈ। ਟੈਕਨੀਕਸ ਕਿਹੜੀਆਂ ਯੂਜ਼ ਕਰਦੇ ਆ ਫਿਜ਼ੀਓਥੈਰੇਪਿਸਟ? ਆਮ ਸ਼ੋਰ ਦੇਰ ਇਜ਼ ਮੈਨੀ ਟੈਕਨੀਕਸ ਜਿਹੜੇ ਫਿਜ਼ੀਓਥੈਰੇਪਿਸਟ ਯੂਜ਼ ਕਰਦੇ ਆ, ਉਹ ਕਿਹੜੀ ਟੈਕਨੀਕਸ ਹੈਗੇ ਆ? ਹਾਂਜੀ, ਇਹਦੇ ਵਿੱਚ ਜਿਸ ਤਰ੍ਹਾਂ ਕਿ ਮੈਨੂਅਲ ਥੈਰੇਪੀ ਆਪਾਂ ਦੱਸਿਆ ਸੀਗਾ, ਪਹਿਲੀ ਤੇ ਐਡਵਾਈਸ ਐਂਡ ਐਕਸਰਸਾਈਜ਼ ਜਿਹੜੀ ਹੈ ਜਾਂ ਗਾਈਡੈਂਸ ਜਿਹੜੀ ਹੈ ਉਹ ਆ ਜਾਂਦੀ ਹੈ। ਉਸ ਤੋਂ ਬਾਅਦ ਐਕਸਰਸਾਈਜ਼ ਆਉਂਦੀ ਹੈ ਕਿ ਤੁਹਾਡੇ ਲਈ ਸਪੈਸ਼ਲ ਜਿਹੜਾ ਟ੍ਰੀਟਮੈਂਟ ਪਲਾਨ ਕੀਤਾ ਜਾਂਦਾ ਉਹ ਆ ਗਿਆ। ਉਹਦੇ ਵਿੱਚ ਸਟਰੈਚਿੰਗਸ ਹੋ ਗਈਆਂ ਐਕਸਰਸਾਈਜ਼ ਦੇ ਅੰਡਰ, ਤੁਹਾਡੇ ਕੋਈ ਮਸਲਸ ਟਾਈਟ ਹੈਗੇ ਆ ਜਾਂ ਸੌਫਟ ਟਿਸ਼ੂ ਰਿਲੀਜ਼ ਜਿਹਨੂੰ ਮਸਾਜ ਕਹਿ ਦਿੰਦੇ ਆ, ਉਹ ਡਿਫਰੈਂਟ ਟਾਈਪਸ ਦੀਆਂ ਹੁੰਦੀਆਂ। ਮਸਾਜ ਦੇ ਵੀ ਕਈ ਟਾਈਪਸ ਹੈਗੀਆਂ ਉਹਦੇ ਵਿੱਚ ਤੇ ਕਿਹੜੀ ਤੁਹਾਨੂੰ ਸੌਫਟ ਟਿਸ਼ੂ ਰਿਲੀਜ਼ ਦੀ ਜ਼ਰੂਰਤ ਹੈਗੀ ਹੈ। ਤੇ ਉਸ ਤੋਂ ਬਾਅਦ ਐਕਿਊਪੰਕਚਰ ਹੋ ਗਿਆ ਕਿ ਉਹਦੇ ਨਾਲ ਜਿਹੜੀਆਂ ਨੀਡਲਸ ਹੈਗੀਆਂ ਉਹਦੇ ਨਾਲ ਵੀ ਟ੍ਰੀਟਮੈਂਟ ਕੀਤਾ ਜਾਂਦਾ। ਤੇ ਇਲੈਕਟ੍ਰੋਥੈਰੇਪੀ ਕਹਿੰਦੇ ਆ, ਉਹ ਵੀ ਫਿਜ਼ੀਓ ਦੇ ਅੰਡਰ ਆਉਂਦੀ ਹੈ ਜਿਹਦੇ ਵਿੱਚ ਕਿ ਟੈਂਸ ਮਸ਼ੀਨ ਜਿਹੜੀ ਟ੍ਰਾਂਸਕੁਟੇਨੀਅਸ ਇਲੈਕਟ੍ਰੀਕਲ ਸਟਿਮੂਲੇਸ਼ਨ ਕਹਿੰਦੇ ਆ, ਉਹ ਵੀ ਪੇਨ ਰਿਲੀਫ ਦੇ ਲਈ ਔਰ ਤੁਹਾਡੇ ਮਸਲਸ ਜਿਹੜੇ ਆ ਉਹਨਾਂ ਨੂੰ ਸਟਿਮੂਲੇਟ ਕਰਨ ਦੇ ਲਈ ਯੂਜ਼ ਕੀਤੀ ਜਾਂਦੀ ਹੈ। ਤੇ ਨਾਲ ਦੀ ਨਾਲ ਅਲਟਰਾਸਾਊਂਡ ਥੈਰੇਪੀ, ਇੱਕ ਤੇ ਅਲਟਰਾਸਾਊਂਡ ਜਿਹੜੀ ਡਾਇਗਨੋਸਟਿਕ ਹੁੰਦੀ ਹੈ ਪਰ ਫਿਜ਼ੀਓਸ ਦੇ ਵਿੱਚ ਇੱਕ ਅਲਟਰਾਸਾਊਂਡ ਹੁੰਦੀ ਹੈ ਜਿਹੜੀ ਕਿ ਥੈਰਾਪਿਊਟਿਕ ਹੁੰਦੀ ਹੈ, ਜਿਹੜੀ ਕਿ ਤੁਹਾਡੀ ਪੇਨ ਨੂੰ ਰਿਲੀਜ਼ ਕਰਨ ਦੇ ਲਈ ਰਿਲੀਫ ਕਰਨ ਦੇ ਲਈ ਜਿਹੜੀ ਆ ਉਹ ਹੈਲਪ ਕਰਦੀ ਹੈ ਤੇ ਉਹ ਇਲੈਕਟ੍ਰੋਥੈਰੇਪੀ ਦੇ ਅੰਡਰ ਆਉਂਦਾ ਹੈਗਾ।
ਤੇ ਕਾਫੀ ਸਾਰੀਆਂ ਟੈਕਨੀਕਸ ਜਿਹੜੀਆਂ ਹੈਗੀਆਂ। ਸੋ ਜਿਹੜੀ ਇਹ ਟੈਕਨੀਕਸ ਤੁਸੀਂ ਯੂਜ਼ ਕਰਦੇ ਹੋ ਉਹ ਹਰੇਕ ਪੇਸ਼ੈਂਟ ਲਈ ਯੂਜ਼ ਕਰ ਸਕਦੇ ਹੋ ਕਿ ਉਹਦੇ ਵਿੱਚ ਵੀ ਤੁਹਾਨੂੰ ਕੁਛ ਨਾ ਕੁਛ ਦੇਖਣਾ ਪੈਂਦਾ ਹੈ, ਪਹਿਲੇ ਮੈਡੀਕਲ ਹਿਸਟਰੀ ਦੇਖਣੀ ਪੈਂਦੀ ਹੈ ਜਾਂ ਕੁਝ ਹੋਰ ਜਾਂਚ ਕਰਕੇ ਤੁਸੀਂ ਦੇ ਸਕਦੇ ਹੈਗੇ ਉਹਨਾਂ ਨੂੰ? ਹਾਂਜੀ ਬਿਲਕੁਲ ਜੀ, ਪਹਿਲੇ ਜਿੱਦਾਂ ਪੇਸ਼ੈਂਟ ਦੀ ਅਸੈਸਮੈਂਟ ਹੁੰਦੀ ਹੈ, ਅਸੈਸਮੈਂਟ ਦੇ ਵਿੱਚ ਪਤਾ ਚੱਲਦਾ ਕਿ ਇਸ ਨੂੰ ਕੀ ਜ਼ਰੂਰਤ ਹੈਗੀ ਹੈ। ਸਿਰਫ ਐਡਵਾਈਸ ਦੇ ਨਾਲ ਹੀ ਕਰੈਕਟ ਹੋ ਸਕਦਾ, ਕਈ ਵਾਰੀ ਸਿਰਫ ਪੋਸਚਰ ਕਰੈਕਟ ਕਰਨ ਦੇ ਨਾਲ ਹੀ ਜਿਹੜਾ ਬਿਲਕੁਲ ਠੀਕ ਹੋ ਜਾਂਦਾ ਪੇਸ਼ੈਂਟ, ਤੇ ਦੂਸਰੀ ਜਿਹੜੀ ਹੈ ਐਕਸਰਸਾਈਜ਼ ਦੇ ਕਰਨ ਦੇ ਨਾਲ। ਪਰ ਅੱਗੇ ਦੀ ਅੱਗੇ ਜਿਸ ਤਰ੍ਹਾਂ ਕਿ ਐਕਸਰਸਾਈਜ਼ ਦੇ ਨਾਲ ਕੋਈ ਫਰਕ ਨਹੀਂ ਪੈ ਰਿਹਾ ਜਾਂ ਬਹੁਤ ਸਲੋ ਪ੍ਰੋਗਰੈਸ਼ਨ ਹੋ ਰਹੀ ਹੈ, ਉਸ ਤੋਂ ਅੱਗੇ ਦੇਖਿਆ ਜਾਂਦਾ ਕਿ ਇਹਨੂੰ ਜਿਹੜਾ ਟੈਂਸ ਹੈਗਾ ਜਾਂ ਐਕਿਊਪੰਕਚਰ ਹੈਗਾ ਉਹਦੀ ਜ਼ਰੂਰਤ ਹੈ। ਪਰ ਇਹ ਹਰ ਪੇਸ਼ੈਂਟ ਦਾ ਡਿਫਰੈਂਟ ਹੈ, ਸਾਰਿਆਂ ਨੂੰ ਹੀ ਸਾਰੀਆਂ ਚੀਜ਼ਾਂ ਨਹੀਂ ਦਿੱਤੀਆਂ ਜਾਂਦੀਆਂ, ਡਿਪੈਂਡ ਕਰਦਾ ਕਿ ਤੁਹਾਡੀ ਕੰਡੀਸ਼ਨ ਕਿਸ ਤਰ੍ਹਾਂ ਦੀ ਹੈ ਔਰ ਤੁਹਾਨੂੰ ਰਿਲੀਫ ਕਿੰਨਾ ਮਿਲ ਰਿਹਾ, ਉਸ ਹਿਸਾਬ ਨਾਲ ਹਰ ਵਾਰ ਜਿਹੜੀ ਤੁਹਾਡੀ ਅਸੈਸਮੈਂਟ ਹੁੰਦੀ ਹੈ ਉਸ 'ਤੇ ਬੇਸਡ ਹੁੰਦਾ। ਸੋ ਅਗਰ ਕਿਸੇ ਨੂੰ ਸ਼ੋਲਡਰਸ ਪੇਨ ਹੈ, ਮੰਨ ਲਓ ਮੈਨੂੰ ਸ਼ੋਲਡਰਸ ਪੇਨ ਹੈ, ਤੇ ਉਹਦੇ ਲਈ ਅਗਰ ਮੈਨੂੰ ਫਿਜ਼ੀਓਥੈਰੇਪਿਸਟ ਰੈਕਮੈਂਡ ਕਰਦੇ ਆ, ਮੈਂ ਫਿਜ਼ੀਓਥੈਰੇਪੀ ਕੋਲ ਜਾਂਦੀ ਹਾਂ, ਤੇ ਉਹ ਕੀ ਸਭ ਤੋਂ ਪਹਿਲਾਂ ਦੇਖੇਗਾ ਕਿ ਇਹਦੇ ਸ਼ੋਲਡਰਸ ਕਿਉਂ ਪੋਸਚਰ ਬੈਠਣ ਦਾ ਤਰੀਕਾ ਗਲਤ ਹੈ ਜਾਂ ਕਿ ਇਹ ਕੋਈ ਮੈਡੀਕੇਸ਼ਨ ਲੈ ਰਹੀ ਹੈ? ਪਹਿਲੇ ਅਸੈਸਮੈਂਟ ਹੋਏਗੀ ਤੇ ਉਹਦੇ ਵਿੱਚ ਦੇਖਣਗੇ ਕਿ ਕਈ ਵਾਰੀ ਸਿਰਫ ਜੁਆਇੰਟ ਦੇ ਨਾਲ ਰਿਲੇਟਡ ਹੈਗੀ ਆ ਸ਼ੋਲਡਰ ਪੇਨ ਜਿਹੜੀ ਆ ਰਹੀ ਹੈ, ਔਰ ਤੁਹਾਡੇ ਮਸਲਸ ਜਿਹੜੇ ਨੈਕ ਦੇ ਅਰਾਊਂਡ ਮਸਲਸ ਜਿਹੜੇ ਹੈਗੇ ਆ ਉਹ ਟਾਈਟ ਹੈਗੇ ਆ, ਉਹਦੀ ਵਜ੍ਹਾ ਨਾਲ ਆ ਰਹੀ ਹੈ। ਔਰ ਤੁਹਾਡਾ ਸੌਣ ਦਾ ਤਰੀਕਾ ਘਰ 'ਚ ਕਿਸ ਤਰ੍ਹਾਂ, ਤੁਸੀਂ ਬਹੁਤ ਸਾਰਾ ਪਿੱਲੇ ਲੈ ਕੇ ਸੌਂਦੇ ਹੋ ਤੇ ਉਹ ਵੀ ਤੁਹਾਨੂੰ ਨੈਕ ਪੇਨ ਸ਼ੋਲਡਰ ਪੇਨ ਕਾਜ਼ ਕਰ ਸਕਦੀ ਹੈ। ਉਹ ਸਾਰਾ ਤੁਹਾਡੇ ਤੋਂ ਅਸੈਸਮੈਂਟ ਪਹਿਲਾਂ ਲਈ ਜਾਏਗੀ, ਤੁਹਾਡੀ ਹਿਸਟਰੀ ਲਈ ਜਾਏਗੀ, ਉਸ ਤੋਂ ਹੀ ਡਿਟਰਮਾਈਨ ਹੋਏਗਾ ਕਿ ਤੁਸੀਂ ਤੁਹਾਨੂੰ ਪ੍ਰੋਬਲਮ ਕੀ ਹੈ। ਮੇਨਲੀ ਜੁਆਇੰਟ ਨਾਲ ਰਿਲੇਟਡ ਹੈ, ਕਿਉਂਕਿ ਸ਼ੋਲਡਰ ਪੇਨ ਜੇ ਆਪਾਂ ਕਹਿ ਦਈਏ ਇਹ ਜੁਆਇੰਟ ਨਾਲ ਵੀ ਹੋ ਸਕਦੀ ਹੈ, ਮਸਲ ਟਾਈਟ ਨਾਲ ਵੀ ਹੋ ਸਕਦੀ ਹੈ, ਲਿਗਾਮੈਂਟ ਜੇ ਇਨਫਲੇਮ ਹੈਗੇ ਆ ਉਹਦੇ ਨਾਲ ਵੀ ਹੋ ਸਕਦੀ ਹੈ, ਤੁਹਾਡੀ ਕੋਈ ਪਹਿਲੀ ਇੰਜਰੀ ਜਾਂ ਜਿਹੜੀ ਹੋਈ ਹੈ ਉਹਦੇ ਨਾਲ ਹੋ ਸਕਦੀ ਹੈ, ਔਰ ਤੁਹਾਡੀ ਕੋਈ ਨਰਵ ਇੰਟਰੈਪਮੈਂਟ ਹੋਈ ਹੈ ਉਹਦੇ ਨਾਲ ਵੀ ਹੋ ਸਕਦੀ ਹੈ। ਕਈ ਵਾਰੀ ਵੇਖਣ 'ਚ ਆਇਆ ਮਨਪ੍ਰੀਤ ਕਿ ਕਈ ਲੋਕਾਂ ਨੂੰ ਪੇਨ ਸਿਰਫ ਮਹਿਸੂਸ ਹੁੰਦੀ ਹੈ ਕਿ ਲੱਗਦਾ ਹੈ ਸਾਨੂੰ ਪੇਨ ਹੈ, ਪਰ ਦੂਸਰੇ ਲੋਕਾਂ ਨੂੰ ਲੱਗਦਾ ਵੀ ਇਹਦੀ ਦਰਦ ਬਿਲਕੁਲ ਨਹੀਂ ਹੈ, ਇਟਸ ਨੋਰਮਲ। ਕਿਉਂਕਿ ਕਈ ਵਾਰੀ ਸਾਡਾ ਬ੍ਰੇਨ ਜਿਹੜਾ ਉਹ ਇਸ ਤਰ੍ਹਾਂ ਫੰਕਸ਼ਨ ਕਰਨ ਲੱਗ ਜਾਂਦਾ ਹੈ ਕਿ ਸਾਡੇ ਇਸ ਹਿੱਸੇ 'ਚ ਦਰਦ ਹੋ ਰਹੀ ਹੈ ਡੈਫੀਨੇਟਲੀ, ਪਰ ਉਹਦਾ ਕੋਈ ਕਾਰਨ ਨਹੀਂ ਹੁੰਦਾ। ਉਹਨੂੰ ਸਾਈਕੋਲੋਜੀ ਪੇਨ ਜਿਹਨੂੰ ਆਪਾਂ ਕਹਿੰਦੇ ਆ ਕਿ ਦੇयर ਇਜ਼ਨਟ ਪੇਨ ਬਟ ਯੂ ਆਲਵੇਸ ਫੀਲ ਦ ਪੇਨ, ਉਹ ਕਿਉਂ ਡਿਸਚਾਰਜ ਕੀਤੇ ਜਾਂਦੇ ਆ ਪੇਸ਼ੈਂਟ? ਕਿ ਉਹਨਾਂ ਨੂੰ ਸਟ੍ਰੈਸ ਵਾਸਤੇ ਹੁੰਦਾ ਜਾਂ ਪੇਨ ਮੈਨੇਜਮੈਂਟ ਟੀਮ ਉਹਨਾਂ ਦੇ ਨਾਲ ਡੀਲ ਕਰਦੀ ਹੈਗੀ ਆ? ਪੇਨ ਮੈਨੇਜਮੈਂਟ ਟੀਮ ਵੀ ਉਹਨਾਂ ਦੇ ਨਾਲ ਡੀਲ ਕਰਦੀ ਹੈਗੀ ਹੈ। ਉਹਨਾਂ ਨੂੰ ਜ਼ਿਆਦਾਤਰ ਜਿਹੜੀਆਂ ਐਕਸਰਸਾਈਜ਼ ਦੱਸੀਆਂ ਜਾਂਦੀਆਂ ਕਿ ਤੁਸੀਂ ਐਕਸਰਸਾਈਜ਼ ਜਿਹੜੀਆਂ ਘਰ ਕਰੋ, ਔਰ ਆਪਣੇ ਦਾ ਮਾਈਂਡਫੁਲਨੈਸ ਹੋ ਗਿਆ ਜਾਂ ਰਿਲੈਕਸੇਸ਼ਨ ਟੈਕਨੀਕਸ ਕਈ ਵਾਰੀ ਉਹਨਾਂ ਨੂੰ ਦੱਸੀਆਂ ਜਾਂਦੀਆਂ ਕਿ ਉਹਦੇ ਨਾਲ ਜਿੱਦਾਂ ਬੋਡੀ ਥੋੜੀ ਰਿਲੈਕਸ ਹੋਏਗੀ, ਕਿਉਂਕਿ ਕਈ ਉਸ ਪੇਨ ਨਹੀਂ ਹੈ ਉਸ ਜਗ੍ਹਾ ਤੇ, ਪਰ ਉਹਨਾਂ ਨੂੰ ਉਹ ਪਾਰਟ ਜਿਹੜਾ ਜ਼ਿਆਦਾ ਸੈਂਸਿਟਿਵ ਲੱਗਦਾ ਕਿ ਥੋੜਾ ਜਿਹਾ ਵੀ ਲੱਗਣ ਤੇ ਪੇਨ ਬਹੁਤ ਜ਼ਿਆਦਾ ਮਹਿਸੂਸ ਹੋ ਰਹੀ ਹੈ। ਪਰ ਉਹ ਜਿਸ ਤਰ੍ਹਾਂ ਕਿ ਬ੍ਰੇਨ ਦੇ ਕਹਿ ਲਓ ਫੰਕਸ਼ਨਿੰਗ ਦੇ ਵਿੱਚ ਥੋੜਾ ਚੇਂਜਸ ਹੋਣ ਨਾਲ ਹੋ ਸਕਦਾ, ਉਹ ਸਟ੍ਰੈਸ ਨਾਲ ਵੀ ਹੋ ਸਕਦਾ, ਕਈ ਲੋਕ ਜ਼ਿਆਦਾ ਟੈਨਸ਼ਨ ਲੈਂਦੇ ਆ ਹਰ ਇੱਕ ਚੀਜ਼ ਦੀ, ਤੇ ਉਹਦੇ ਨਾਲ ਵੀ ਹੋ ਸਕਦਾ। ਉਹਦੇ ਲਈ ਰਿਲੈਕਸੇਸ਼ਨ ਜਿਹੜੀ ਹੈ ਬਹੁਤ ਜ਼ਿਆਦਾ ਜ਼ਰੂਰੀ ਹੈ। ਸੋ ਬੇਸਿਕਲੀ ਸਟ੍ਰੈਸ ਰਿਲੀਫ ਹੋਗੇ ਤੇ ਪੇਨ ਵੀ ਰਿਲੀਫ ਹੋਏਗੀ। ਤੇ ਮੈਂ ਚਾਹਾਂਗੀ ਕਿ ਤੁਸੀਂ ਤੁਹਾਡਾ ਧੰਨਵਾਦ ਕਰਾਂਗੇ ਐਕਚੁਅਲੀ ਪਹਿਲੇ, ਥੈਂਕ ਯੂ ਸੋ ਮਚ ਫॉर ਕਮਿੰਗ ਟੂ ਕਾਸ਼ੀ ਟੀਵੀ। ਤੇ ਤੁਸੀਂ ਕੋਈ ਮੈਸੇਜ ਸਾਡੇ ਵਿਊਅਰਸ ਨੂੰ ਦੇਣਾ ਚਾਹੋ ਤੇ ਪਲੀਜ਼ ਗਿਵ ਅਸ ਅ ਮੈਸੇਜ। ਹਾਂਜੀ ਬਿਲਕੁਲ ਜੀ, ਜਿਹੜਾ ਮੈਸੇਜ ਮੈਂ ਆਪਣੇ ਵੱਲੋਂ ਜਿਹੜੇ ਆਪਣੇ ਦਰਸ਼ਕਾਂ ਨੂੰ ਦੇਣਾ ਚਾਹੂੰਗੀ ਕਿ ਐਕਸਰਸਾਈਜ਼ ਜ਼ਰੂਰ ਕਰੋ, ਕੀਪ ਮੂਵਿੰਗ, ਕੀਪ ਡੂਇੰਗ ਐਕਸਰਸਾਈਜ਼, ਕੀਪ ਯੋਰਸੈਲਫ ਮੋਟੀਵੇਟਿਡ। ਕਿ ਹਰ ਟਾਈਮ ਤੇ ਤੁਸੀਂ ਸੋਚੋ ਕਿ ਮੈਂ ਹੁਣ ਐਕਸਰਸਾਈਜ਼ ਕਰਾਂਗਾ ਜਾਂ ਵੋਕ ਕਰਾਂਗਾ, ਕਿਉਂਕਿ ਸਿੰਪਲ ਐਕਸਰਸਾਈਜ਼ ਤੁਸੀਂ ਵੋਕ ਕਰ ਸਕਦੇ ਹੋ, ਜਿਹਦੇ ਨਾਲ ਕਿ ਤੁਹਾਡੇ ਜਿਹੜੇ ਜੁਆਇੰਟਸ ਹੈ, ਮਸਲਸ ਹੈ, ਉਹ ਫੰਕਸ਼ਨਿੰਗ ਰਹਿਣਗੇ, ਪ੍ਰੋਪਰ ਕੰਮ ਕਰਨਗੇ, ਔਰ ਤੁਸੀਂ ਯੰਗ ਵੀ ਰਹੋਗੇ। ਸੋ ਇਸ ਲਈ ਜ਼ਰੂਰੀ ਹੈ ਕਿ ਤੁਸੀਂ ਵਰਜਿਸ਼ ਜਿਹੜੀ ਹੈ ਹਰ ਰੋਜ਼ ਆਪਣਾ ਦਿਨ ਦੀ ਸ਼ੁਰੂਆਤ ਜਿਹੜੀ ਹੈ ਵਰਜਿਸ਼ ਦੇ ਨਾਲ ਕਰੋ। ਸੋ ਬੀ ਐਕਟਿਵ ਐਂਡ ਬੀ ਸੇਫ। जी हाँ जी, हाल टॉक शो असी इत्थे ही फिनिश करते हैं। मैं चला था अकेला ही, अपने सफ़र पर लोग मिलते गए और एक काफिला बन गया। मिलांगी तुहानू नैक्सट वीक एक होर टॉपिक दे नाल। तद तक मेरे सारे देखण वालियां नू मेरे वल्लों जय गुरुदेव।